ਲੋਕੀ ਓਪਨਲੀ ਇਹ ਚੀਜ਼ ਨੂੰ ਡਿਸਕਸ ਕਰ ਰਹੇ, देयर इज अ लॉट ऑफ अवेयरनेस इन इट। ਹੁਣ ਜਿੱਦਾਂ ਕੋਈ ਤੁਹਾਡੇ ਚੋਂ ਕੋਈ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਆਈ ਕਿੰਗ ਪੀਜੇ ਏਕੇ ਇੰਸਪੈਕਟਰ ਦਾ ਮੁੰਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਿਕੀ ਫਾਰਮ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਇੰਟੂਟਿਵ ਹੈਰੀ। ਅਸੀਂ ਫੇਰ ਕਾਫੀ ਪੀ ਲਈ ਹੈ। ਹਾਂਜੀ, ਬਹੁਤ ਵਧੀਆ ਕਾਫੀ ਬਣਾਈ ਸੀ ਮੁੰਡੇ ਨੇ। ਮੈਂ ਕਿਹਾ ਨਾਲ ਮੁੰਡੇ ਨੇ ਕਾਫੀ ਪਿਆਈ ਤੇ ਨਾਲ ਮੁੰਡੇ ਨੇ ਖਵਾਏ ਰੈਪ ਆਲੂ ਵਾਲੇ। ਵਾਹ। ਹੁਣ ਮਿੱਕੀ ਕਹਿੰਦਾ ਕਰ ਗਿਆ ਜੀ, ਮਿੱਕੀ ਕਹਿੰਦਾ ਮੈਨੂੰ ਖਵਾਓ ਜੀ ਕੁਛ। ਬਿਲਕੁਲ। ਵੀਰ ਨੇ ਵੱਡੇ ਵੀਰ ਨੇ ਫਿਰ ਬਣਾਏ ਰੈਪ। ਇੱਕ ਰੈਪ ਬਣਾਇਆ ਤੇ ਉਹਦੇ ਵਿੱਚ ਪਾਏ ਆਲੂ। ਫਿਰ ਮਿੱਕੀ ਦਾ ਮੂੰਹ ਚ ਪਾਣੀ ਹੋ ਰਹੀ ਜਾਵੇ ਤੇ ਹੋਰ ਮਿੱਕੀ ਫਿਰ ਕਹਿੰਦਾ ਬ్రో ਹੁਣ ਚਿਕਨ ਖਵਾਓ, ਹੁਣ ਚਿਕਨ ਖਵਾਓ। ਤੇ ਫਿਰ ਵੀਰ ਜੀ ਨੇ ਵਿੱਚ ਚਿਕਨ ਕੱਢ ਕੇ ਆਲੂ ਪੇ ਵਿੱਚ ਉੱਪਰ ਚੀਜ਼ ਪਾ ਕੇ ਰੈਪ ਬਣਾ ਕੇ ਫਿਰ ਮਿੱਕੀ ਨੂੰ ਇੱਕ ਹੋਰ ਖਵਾਇਆ। ਤੇ ਹੁਣ ਇਹਦੀ ਗੱਡੀ ਸੈੱਟ ਆ ਤੇ ਹੁਣ ਇਹ ਪੋਡਕਾਸਟ ਕਰ ਸਕਦਾ ਹੈ। ਬਿਲਕੁਲ। ਇਹ ਵੀਰ ਨੂੰ ਫਿਊਲ ਅਪ ਕਰਨਾ ਪੈਂਦਾ ਇਹਨਾਂ ਨੂੰ, ਜੇ ਨਾ ਕਰਨ ਫਿਰ એનર્ਜੀ ਡਾਊਨ ਰਹਿੰਦੀ ਹੈ। ਇਹਦੀ ਸਾਨੂੰ ਹੈਲਥ ਦੀ ਲੁੱਕ ਆਫਟਰ ਕਰਨੀ ਪੈਂਦੀ ਹੈ, ਖਾਣਾ ਪੀਣਾ ਪੈਂਦਾ ਸਾਨੂੰ। ਯੰਗ ਮੁੰਡਾ ਕਹਿਣ ਦਾ ਭਾਵ ਏਦਾਂ ਕਿ ਇਹ ਵੱਡੇ ਭਾਈਆਂ ਦਾ ਕ੍ਰੀਏਟਿਵ ਡਾਇਰੈਕਟਰ ਮੈਂ। ਵਾਹ ਵਾਹ, ਕ੍ਰੈਡਿਟ ਪੂਰਾ। ਨੰਬਰ ਵੀ ਸਾਲਾ ਬਣਾਈ ਜਾਂਦਾ ਵਿੱਚ ਬ్రో, ਤੁਸੀਂ ਤੇ ਤਾਰੀਫ ਕਰਨੀ ਨਹੀਂ, ਇਹ ਵੀਰ ਨੂੰ ਫੇ ਆਪਣੀ ਆਪ ਹੀ ਨਹੀਂ। ਮੈਂ ਤੁਹਾਨੂੰ ਦੱਸ, ਚੱਲ ਤਾਰੀਫ ਦੀ ਗੱਲ ਸੁਣਨਾ ਥੋੜੀ, ਮੈਂ ਤੇਰੀ ਤਾਰੀਫ ਕਰਦਾ ਪਹਿਲਾਂ। ਕਰੋ ਗੱਲ ਏਦਾਂ ਜੀ, ਕਹਿੰਦੇ ਜਿੱਥੇ ਬੰਦਾ ਹਾਰਡ ਵਰਕ ਕਰੇ ਨਾ ਉੱਥੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਤੇ ਉੱਥੇ ਸ਼ਾਬਾਸ਼ੀ ਦੇਣੀ ਬਣਦੀ ਵੀ ਹੈ। ਬਿਲਕੁਲ। ਤੇ ਮੈਂ ਆਪਣੇ ਛੋਟੇ ਵੀਰ ਆ, ਸਾਡੇ ਤੋਂ ਬਹੁਤ ਗਾਲਾਂ ਸੁਣਦਾ, ਸਾਨੂੰ ਬਹੁਤ ਝਿੜਕਦਾ ਵੀ ਹੈ। ਕਹਿੰਦਾ ਰਹਿੰਦਾ ਤੁਸੀਂ ਆਹ ਕਰ ਲਓ, ਮਰ ਲਓ, ਇੱਧਰ ਨੂੰ ਤੁਰ ਪਓ, ਮੈਂ ਕਰਦਾ ਉਹ ਕਰਦਾ, એનર્ਜੀ ਲਿਆਓ ਬੜੀ ਜੀ, ਕੀ ਕਰੀ ਜਾਂਦੇ ਹੋ। ਤੇ ਉਹ ਗੱਲਾਂ ਜਾਇਜ਼ ਨੇ ਇਹਦੀਆਂ ਹਨਾ। ਤੇ ਜੇ ਅਸੀਂ ਅੱਗੇ ਮੈਂ ਤੇ ਹੈਰੀ ਗੱਲ ਕਰਦੇ ਹੁੰਦੇ ਹਾਂ ਕਿ ਜੇ ਸਾਡੇ ਵਿੱਚ ਇਹ ਨਾ ਹੋਵੇ ਤੇ ਅਸੀਂ ਤੇ ਬਸ ਕਰ ਲਿਆ ਸਾਰਾ ਕੁਛ। ਅਸੀਂ ਤਾਂ ਬਸ ਰਾਮ ਕਰਦੇ ਕਰਦੇ ਕਦੇ ਐਨ ਚਲੇ ਗਏ, ਰਾਮ ਕਰਦੇ ਕਦੇ ਐਨ ਹੋ ਗਏ। ਪਰ ਇਹ ਬੰਦੇ ਦੀ ਕੁਆਲਿਟੀ ਹੁੰਦੀਆਂ, ਜਿੱਦਾਂ ਆਪਣੇ ਮਿੱਕੀ ਦੀ ਕੁਆਲਿਟੀ ਦੀ ਹੈ ਕਿ ਹੀ ਇਜ਼ ਆਲਵੇਜ਼ ਅਪ ਟੂ ਲਾਈਕ ਡੂਇੰਗ ਸਟੱਫ, ਯੂ ਨੋ। ਬਸ ਇਹਨੂੰ ਬਸ ਇਹ ਹੁੰਦਾ ਕਿ ਮੈਨੂੰ ਖਵਾ ਦਿਓ, ਭੁੱਖੜ ਇੱਕ ਨੰਬਰ ਦਾ, ਬਸ ਖਵਾ ਦਿਆ ਦਿਓ ਮੈਨੂੰ, ਬਾਕੀ ਕਹਿੰਦਾ ਮੈਨੂੰ ਕੋਈ ਟੈਨਸ਼ਨ ਨਹੀਂ, ਚਾਹੇ ਮੈਨੂੰ ਕਹਿੰਦਾ ਅੱਧੀ ਦੀ ਰਾਤ। ਇਹ ਤਾਰੀਫ ਹੀ ਸੀਗੀ, ਇਹ ਬਹੁਤ ਵਧੀਆ। ਮੈਂ ਕਹਿੰਦਾ ਵੀਰੇ, ਆਲ ਟੇਕ ਦਿਸ ਇੰਟਰੋ, ਆਲ ਟੇਕ ਦਿਸ ਕੰਪਲੀਮੈਂਟਸ, ਆਈ ਟੇਕ ਦਿਸ ਤਾਰੀਫ। ਲੈਣੀ ਚਾਹੀਦੀ ਵੀ ਤੈਨੂੰ। ਹਾਂ, ਜੇ ਨਾਲ ਹੋਇਆ ਬਾਅਦ ਬੇਟਾ ਲੈਣਾ ਫਿਰ ਢਾਣਾ ਵੀ ਬਣਦਾ। ਇਹ ਤਾਂ ਚਲੋ ਦੇਖੋ, ਇਹੀ ਤਾਂ ਹੁੰਦਾ ਫਿਰ ਜਦੋਂ ਕਿਤੇ ਬੈਠੀਏ ਸਾਰੇ, ਜਦੋਂ ਇਕੱਠੇ ਹੋ ਕੇ ਬਹਿੰਦੇ ਆ ਤਾਂ ਫਿਰ ਹਾਸਾ ਖੇਡਾਂ ਤੇ ਮਖੌਲ ਮਜ਼ਾਕ ਸਾਰਾ ਕੁਛ ਕਰਨਾ ਬਣਦਾ ਵੀ ਹੈ, ਚੱਲਦਾ ਵੀ ਹੈ ਜੀ। ਹੋਰ ਸੁਣਾਓ ਜੀ, ਕਿੱਦਾਂ ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ? ਸਭ ਠੀਕ ਠਾਕ ਹੈ? ਸਭ ਠੀਕ ਠਾਕ ਹੈ। ਅੱਛਾ, ਹੁਣ ਆਪਾਂ ਨਾ ਜ਼ਿਆਦਾ ਟਾਈਮ ਨਾ ਖਰਾਬ ਕਰੀਏ, ਕਿਉਂਕਿ ਲੋਕਾਂ ਨੇ ਕਹਿਣਾ ਇਹ ਸਾਲੇ ਆਪਣੀਆਂ ਚਵਲਾਂ ਮਾਰੀ ਜਾਂਦੇ ਆ। ਸੋ ਅੱਜ ਦਾ ਦੇਖੋ ਜੀ, ਜਿਹੜਾ ਟੌਪਿਕ ਹੈ, ਤੁਸੀਂ ਟਾਈਟਲ ਪੜ੍ਹ ਲਿਆ ਹੋਣਾ ਤਾਂ ਹੀ ਤੁਸੀਂ ਉੱਤੇ ਕਲਿੱਕ ਕੀਤਾ। ਅੱਜ ਦਾ ਜਿਹੜਾ ਟੌਪਿਕ ਹੈ, ਆਹ ਸਾਡੇ ਵੀਰ ਜੀ ਜਿਹੜੇ ਬੈਠੇ ਨਾ ਜੀ, ਇਹ ਕਹਿੰਦੇ ਅਸੀਂ ਨਾ ਹੁਣ ਥੋੜ੍ਹਾ ਜਿਹਾ ਗਿਆਨ ਦੇਣਾ ਲੋਕਾਂ ਨੂੰ ਸ਼ੁਰੂ ਕਰੀਏ। ਲਾਈਕ ਆਪਾਂ ਹਮੇਸ਼ਾ ਲਾਈਫ ਦੀ ਗੱਲ ਕਰਦੇ ਹਾਂ, ਹਮੇਸ਼ਾ ਚੰਗੀ ਚੀਜ਼ ਦੀ ਗੱਲ ਕਰਦੇ ਹਾਂ, ਹਮੇਸ਼ਾ ਸਪਿਰਿਚੁਅਲਿਟੀ ਦੀ ਗੱਲ ਕਰਦੇ ਹਾਂ, ਬਟ ਵੀ ਸ਼ੁਡ ਆਲਸੋ ਸਪੀਕ ਅਬਾਊਟ ਸਾਇੰਸ। ਇਟ ਕੁਡ ਬੀ ਬਾਡੀ ਸਾਇੰਸ, ਹਿਊਮਨ ਸਾਇੰਸ, ਆਪਣੀ ਹੈਲਥ। ਅਤੇ ਇਸੇ ਵਾਸਤੇ ਅੱਜ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈਗੇ ਜੀ ਮੈਨ ਸੈਕਸ਼ੂਅਲ ਹੈਲਥ। ਇਹ ਕਹਿ ਲਓ ਕਿ ਅਡਲਟਸ ਦਾ ਟੌਪਿਕ ਹੈ ਬ్రో, ਬਟ ਬੜਾ ਸੈਂਸਿਟਿਵ ਹੈ, ਸੈਂਸ਼ੂਅਲ ਆ। ਲੋਕੀ ਝਿਜਕਦੇ ਆ, ਲੋਕੀ ਸ਼ਾਈ ਫੀਲ ਕਰਦੇ ਇਹਦੇ ਬਾਰੇ ਗੱਲ ਕਰਨ ਲਈ, ਖਾਸ ਕਰਕੇ ਮੁੰਡੇ ਯੰਗ ਹੋ ਗਏ ਜਿਹੜੇ 20s ਦੇ ਵਿੱਚ ਜਾਂ 30s ਦੇ ਵਿੱਚ ਆ, ਕਿਉਂਕਿ ਇੱਕ ਲੈਵਲ 'ਤੇ ਆ ਕੇ ਨਾ ਮੈਨਸ ਦੀ ਜਿਹੜੀ ਸੈਕਸ਼ੂਅਲ ਹੈਲਥ ਆ ਉਹ ਡਿਕਲਾਈਨ ਹੋ ਜਾਂਦੀ ਆ। ਐਂਡ ਅੱਜ ਕੱਲ੍ਹ ਕਾਫੀ ਸਾਰੇ ਫੈਕਟਰ ਆ, ਉਹਨਾਂ ਦੇ ਖਾਣ ਪੀਣ ਹੋ ਗਿਆ, ਉਹਨਾਂ ਦੀ ਡੇਲੀ ਲਾਈਫ ਸਟਾਈਲ ਜਿਹੜੇ ਜਿੱਦਾਂ ਜੀਂਦੇ ਆ, ਕੋਈ ਵੀ ਰੂਟੀਨ ਹੋ ਗਿਆ, ਉਹ ਸਾਰੇ ਫੈਕਟਰਸ ਕਰਕੇ ਨਾ 20s ਦੇ ਵਿੱਚ ਵੀ ਜਿਹੜੇ ਯੰਗ ਮੁੰਡੇ ਹੈਗੇ ਆ ਜਾਂ ਬੰਦੇ ਹੈਗੇ ਆ, ਉਹ ਵੀ ਇਸ ਚੀਜ਼ ਨੂੰ ਫੇਸ ਕਰ ਰਹੇ ਆ, ਬਟ they just don't open up। ਤੇ ਹਮੇਸ਼ਾ ਸ਼ਾਈ ਫੀਲ ਕਰਦੇ ਆ। ਇਸੇ ਚੱਕਰ ਕਰਕੇ ਉਹਨਾਂ ਦੇ ਵਿੱਚ ਬਾਕੀ ਸੋਹਣੇ ਸੁਨੱਖੇ ਹੋਣਗੇ, ਸਾਰਾ ਕੁਝ ਹੋਊਗਾ, ਪਰ ਉਹ ਕੌਨਫੀਡੈਂਸ ਇੱਕ ਜਿਹੜਾ ਨਾ ਹੁੰਦਾ ਉਹ ਨਹੀਂ ਆ ਪਾਉਂਦਾ। ਤੇ ਜਦੋਂ ਉਹਨਾਂ ਨੇ ਸਿਰ ਸੁੱਟਿਆ ਹੁੰਦਾ ਜਾਂ ਕੋਈ ਕਿਸੇ ਨਾਲ ਗੱਲ ਨਹੀਂ ਕਰਦੇ ਗੇ, ਓਪਨ ਅਪ ਨਹੀਂ ਕਰਦੇ ਹੈਗੇ, ਅੰਦਰੋਂ ਅੰਦਰੀ ਆਪਣੇ ਆਪ ਨੂੰ ਮਾਰਦੇ ਰਹਿੰਦੇ ਆ। ਤੇ ਉਸੇ ਕਰਕੇ ਫਿਰ ਕਿਸੇ ਕੁੜੀ ਨਾਲ ਨਹੀਂ ਗੱਲ ਕਰ ਪਾਉਂਦੇ, ਠੀਕ ਨਹੀਂ। ਇਹ ਸਾਰੀਆਂ ਗੱਲਾਂ ਹੁੰਦੀਆਂ। ਕੱਲ੍ਹ ਨੂੰ ਜੇ ਕੱਲ੍ਹ ਨੂੰ ਬਿਜ਼ਨਸ ਦੇ ਵਿੱਚ ਵੀ ਜਾਣਾ, ਕਿਤੇ ਵੀ ਕੁਛ ਵੀ ਜਾਣਾ, ਉਹ ਇੱਕ ਕੌਨਫੀਡੈਂਸ ਹੁੰਦਾ, ਉਹ ਨਹੀਂ ਆ ਪਾਉਂਦਾ। ਤੇ ਵੱਡੇ ਵੀਰ ਜੀ ਨੇ ਸਾਡੇ ਜਿੱਦਾਂ ਕਿਹਾ ਕਿ ਅੱਜ ਅਸੀਂ ਇਹਦੇ ਉੱਤੇ ਗੱਲ ਕਰਨੀ ਹੈ। ਤੇ ਵੀਰ ਜੀ ਦਾ ਕੰਸਰਨ ਸੀਗਾ, ਕਹਿੰਦੇ ਵੀ ਮੈਂ ਦੇਖਿਆ ਅੱਜ ਕੱਲ੍ਹ ਬਹੁਤ ਸਾਰੇ ਨਾ ਕਲੀਨਿਕਸ ਓਪਨ ਅਪ ਹੋ ਜਾਂਦੇ ਆ, ਵੀ ਉਹ ਕਿਉਂ ਹੁੰਦੇ ਪਏ ਆ, ਕੀ ਵਜ੍ਹਾ ਆ। ਜਿੱਦਾਂ ਮੈਂ ਹੁਣ ਤੁਹਾਨੂੰ ਇਲੈਬੋਰੇਟ ਕਰਕੇ ਹਟਿਆ ਕਿ
ਮੈਨ ਸੈਕਸ਼ੂਅਲ ਹੈਲਥ ਆ ਇਹਨੂੰ ਸੀਰੀਅਸ ਲੈਣਾ ਚਾਹੀਦਾ, ਓਪਨਲੀ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਇੰਨੇ ਪਲੇਟਫਾਰਮਸ ਹਲੇ ਹੈ ਨਹੀਂ ਹੈਗੇ ਜਿਹੜੇ ਖੁੱਲ੍ਹ ਕੇ ਗੱਲ ਕਰਦੇ ਆ। ਜੀ ਜੀ ਜੀ। ਸੋ ਇਹ ਸਾਨੂੰ ਹੀ ਕਰਨਾ ਪੈਣਾ ਬ్రో, ਕਿਸੇ ਨੂੰ ਤਾਂ ਕਰਨਾ ਪੈਣਾ, ਇਸ ਲਈ ਅਸੀਂ ਕਰਨ ਲੱਗੇ ਹਾਂ। ਸੋ ਸਾਡੇ ਵੀਰ ਜੀ ਸ਼ੁਰੂਆਤ ਕਰਨੀ। ਵੀਰ ਜੀ ਤੁਸੀਂ ਥੋੜ੍ਹੀ ਜਿਹੀ ਇੰਟਰੋ ਦਿਓ ਆਪਣੇ ਹਿਸਾਬ ਨਾਲ, ਅਤੇ ਥੋੜ੍ਹਾ ਜਿਹਾ ਹੋਰ ਦੱਸੋ ਕਿ ਬੰਦੇ ਦੇ ਜਿਹੜੇ ਸਾਈਕੋਲੋਜੀ ਕੀ ਚੀਜ਼ਾਂ ਨੇ, ਕਿਉਂ ਬੰਦਾ ਐਵੇਂ ਫੀਲ ਕਰਦਾ, ਜਾਂ ਇਹ ਚੀਜ਼ ਹੁੰਦੀ ਹੈ ਤੇ ਕਿਉਂ। ਦੇਖੋ ਹੱਸਣ ਵਾਲੀ ਗੱਲ ਨਹੀਂ ਹੈਗੀ ਬ్రో, ਇਹ ਵੀ ਸੀਰੀਅਸ ਹੈ। ਮੈਂ ਕਿਹਾ ਵਿੱਕੀ ਬੋਲੀ ਜਾਂਦਾ ਇੱਧਰ ਹੀ ਹੱਸੀ ਜਾਂਦਾ, ਕਹਿੰਦਾ ਸਾਲਾ ਕਿੱਥੋਂ ਬੈਗ ਹੀ ਬੋਲਣਾ, ਹੁਣ ਇੰਟਰੋ ਕੀ ਦੇਣੀ। ਮੇਰੇ ਨਾਲ ਪਤਾ ਕੀ ਦਿਮਾਗ ਹਾਸਾ ਕਿਉਂ ਆ ਮੈਨੂੰ ਤਾਂ ਜਿਵੇਂ ਨਾ ਇੰਟਰੋ ਐ ਕਰਾਂ ਮੈਂ ਖਾਨਦਾਨੀ ਵੈਦ ਹੁੰਦਾ ਨਾ, ਮੈਨੂੰ ਉਹਦਾ ਹਾਸਾ ਰਿਹਾ। ਮੈਂ ਕਿਹਾ ਜਿਵੇਂ ਵੱਡੀ ਵੀ ਫਿਕਰ, ਮੈਂ ਕਿਹੜਾ ਖਾਨਦਾਨੀ ਵੈਦ। ਦੇਖੋ ਪਹਿਲਾਂ ਮੈਂ ਇੱਕ ਗੱਲ ਮੈਂ ਵੀਰ ਦਾ ਸੀਰੀਅਸ ਹੋ ਕੇ ਲੱਗਾ ਗੱਲ ਕਰਨ, ਇੱਕ ਗੱਲ ਮੈਂ ਸੀਰੀਅਸ ਗੱਲ। ਪਹਿਲੀ ਗੱਲ, ਨਾ ਤਾਂ ਅਸੀਂ ਡਾਕਟਰ ਹਾਂ, ਨਾ ਅਸੀਂ ਇਹਨੂੰ ਕਹਿੰਦੇ ਹਾਂ ਕਿ ਸਾਨੂੰ ਇਹ ਗੱਲ ਸੁਣੋ, ਪਰ ਜਿਹੜੀ ਅਸੀਂ ਅੱਜ ਗੱਲ ਕਰਨੀ ਚਾਹੁੰਦੇ ਹਾਂ ਨਾ, ਜਿਹੜੀ ਅਸੀਂ ਗੱਲ ਲੈ ਕੇ ਆ ਰਹੇ ਹਾਂ, ਬੜੀ ਨੋਰਮਲ ਤੇ ਜਨਰਲ ਲੈਵਲ ਦੀ ਗੱਲ ਹੈ। ਇਹ ਵੱਡੇ ਲੈਵਲ ਦੀ ਗੱਲਾਂ ਨਹੀਂ ਹੈਗੀ। ਐ ਨਹੀਂ ਹੈਗਾ ਕਿ ਅਸੀਂ, ਮੈਂ ਕਹਿਣਾ ਕਿ ਜਿੱਦਾਂ ਹੁਣ ਆ ਵਿਗਿਆਨੀ ਬਣੇ ਹੋਏ ਆ ਜੀ ਟਿਕਟੋਕ ਤੇ ਇੰਸਟਾਗ੍ਰਾਮ ਤੇ ਜੀ, ਆਹ ਪੁੜੀਆਂ ਲੈ ਲਓ ਜੀ, ਬਦਾਮ ਪਾ ਲਓ ਜੀ, ਦਾਖਾਂ ਪਾ ਲਓ ਜੀ, ਆਹ ਬਚਾਅ ਪਾ ਕੇ ਜੀ, ਆਹ ਬਣਾ ਕੇ ਸ਼ਕਰਕੰਦੀ ਜੀ ਬਚਾਅ ਪਾਤਾ ਤੇ ਇਕੱਠਾ ਕਰਕੇ ਨੂੰ ਆਹ ਪੀ ਲਓ, ਅੱਛਾ ਸ਼ੀਲਾ ਜੀ ਦਿਖਾ ਲਓ ਜੀ, ਕੁਝ ਆਹ ਕਰ ਲਓ ਜੀ। ਉਹ ਭਾਈ ਸਾਹਿਬ ਗੱਲ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਅਸੀਂ ਇੱਦਾਂ ਦੀ ਗੱਲ ਨਹੀਂ, ਮੈਂ ਨਹੀਂ ਕਰਦਾ, ਨਾ ਮੈਂ ਕਦੇ ਪ੍ਰਮੋਟ ਕਰਾਂ, ਨਾ ਅਸੀਂ ਕਦੇ ਪ੍ਰਮੋਟ ਕਰੀਏ। ਐਂਡ ਆਫ ਦੀ ਡੇ ਜਿਹੜੀ ਮੈਨ ਦੀ ਸੈਕਸ਼ੂਅਲ ਹੈਲਥ ਹੈ ਨਾ, ਉਹ ਜਨਰਲ ਕਨਸੈਪਟ ਕੀ ਹੁੰਦੇ ਆ ਬ్రో ਉਹਨਾਂ ਦੇ। ਜਨਰਲ ਕਨਸੈਪਟ ਇਹ ਹੈ, ਆਰ ਯੂ ਰੀਅਲੀ ਹੈਲਥੀ? Are you really healthy? That's number one. What is your diet? That's number two. Stress, that's number three. How stressful you are. Number four, what is your daily routine? Are you going to the gym, training, exercise? What are your lifestyle activities? Activities, So ਆਹ ਚਾਰ ਗੱਲਾਂ ਹੁੰਦੀਆਂ। ਬਾਕੀ ਇਹਦੇ ਵਿੱਚ ਆਪਾਂ ਹੋਰ ਪਾ ਸਕਦੇ ਹਾਂ ਕਿ ਦੇਖੋ ਦਿਨ ਦੇ ਵਿੱਚ ਆਪਾਂ ਕਿੰਨੇ ਹੱਸਦੇ ਖੇਡਦੇ ਹਾਂ, ਕਿੰਨੀ ਕੁ ਆਪਾਂ ਬਾਹਰ ਜਾਂਦੇ ਹਾਂ, ਅੰਦਰ ਬੈਠੇ ਰਹਿੰਦੇ ਹਾਂ, ਘੁੱਟਦੇ ਹਾਂ, ਖਾਣਾ ਕਿੱਦਾਂ ਦਾ, ਕੱਪੜੇ ਕਿੱਦਾਂ ਦੇ, ਸਾਰਾ ਕੁਛ ਇਹ ਬ్రో ਸਾਰੀ ਚੀਜ਼ਾਂ ਇਹਦੇ ਵਿੱਚ ਆਉਂਦੀਆਂ। ਸਾਰੀ ਚੀਜ਼ਾਂ ਆਪਣੇ ਹਾਰਮੋਨਸ ਨੂੰ ਅਫੈਕਟ ਕਰਦੀਆਂ। ਜਦ ਵੀ ਹਾਰਮੋਨਸ ਅਫੈਕਟ ਹੋਣਗੇ, ਚਾਹੇ ਉਹ ਬੰਦੇ ਦੀ ਸੈਕਸ਼ੂਅਲ ਹੈਲਥ ਹੈ, ਚਾਹੇ ਉਹ ਜਨਾਨੀ ਦੀ ਸੈਕਸ਼ੂਅਲ ਹੈਲਥ ਹੈ। ਹੁਣ ਮੈਂ ਥੋੜ੍ਹੀ ਬੰਦਿਆਂ ਤੋਂ ਦੂਰ ਥੋੜ੍ਹੀ ਗੱਲ ਲੈ ਕੇ ਜਾਣਾ ਜਨਾਨੀਆਂ ਵਾਲੇ ਪਾਸੇ। ਹੁਣ ਤੁਸੀਂ ਜਨਾਨੀਆਂ ਰਿਲੇਟ ਕਰੋਗੀਆਂ, ਆਪਣੇ ਸੁਣਿਆ ਹੋਣਾ ਕੁੜੀਆਂ ਨੂੰ ਕਹਿੰਦੇ ਕਿ ਪੀਰੀਅਡਸ ਆ ਗਏ। ਹੁਣ ਕਈਆਂ ਨੂੰ ਪੀਰੀਅਡਸ ਪਹਿਲਾਂ ਆ ਜਾਂਦੇ ਆ, ਕਈਆਂ ਨੂੰ ਪੀਰੀਅਡਸ ਬਾਅਦ 'ਚ ਆਉਂਦੇ ਆ, ਕਈਆਂ ਨੂੰ ਪੀਰੀਅਡ ਬੜੇ ਅਰਲੀ ਆ ਜਾਂਦੇ ਆ, ਅਰਲੀ ਏਜ 'ਚ ਆ ਜਾਂਦੇ, ਕਈਆਂ ਨੂੰ ਲੇਟ ਆਉਂਦੇ ਆ। ਇਹਦੇ ਵਿੱਚ ਇਹ ਪ੍ਰੋਬਲਮ ਨਹੀਂ ਹੁੰਦੀ ਕਿ ਅੱਛਾ ਉਹਨੂੰ ਆ ਕੇ ਤੇ ਬਹੁਤ ਦਫਾ ਕਰੋ, ਇੱਦਾਂ ਕਰੋ, ਪਤਾ ਨਹੀਂ ਕੀ ਪ੍ਰੋਬਲਮ ਹੈ, ਕਿੱਦਾਂ ਅੱਛਾ ਡਾਕਟਰ ਕੋਲ। ਉਹ ਹੁੰਦਾ ਹੈ ਥੋੜ੍ਹਾ ਹਾਰਮੋਨਸ ਦਾ ਲੈਵਲ ਅਪ ਹੁੰਦਾ ਹੈ, ਡਾਊਨ ਹੁੰਦਾ ਹੈ ਬਸ। ਉਹਦੇ ਵਿੱਚ ਬਹੁਤ ਸਾਰੇ ਫੈਕਟਰ ਆ। ਹਾਰਮੋਨਸ ਵਾਸਤੇ ਵੀ ਤੁਹਾਡੀ ਸਰਾਊਂਡਿੰਗਸ ਕਿੱਦਾਂ ਦੀਆਂ, ਜਾਂ ਤੁਹਾਡੀ ਵੈਲਬੀਂਗ ਕਿੱਦਾਂ ਦੀ ਹੈ, ਤੁਹਾਡਾ ਖਾਣ ਪੀਣ ਕਿੱਦਾਂ ਦਾ, ਕਾਫੀ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ। ਐਗਜ਼ੈਕਟਲੀ ਰਾਈਟ। ਹੁਣ ਜਦੋਂ ਆਪਾਂ ਬੰਦਿਆਂ ਦੀ ਗੱਲ ਕਰਦੇ ਆ, ਬੰਦਿਆਂ ਦੇ ਹਾਰਮੋਨ ਦੇ ਵਿੱਚ ਨਾਲ ਦੇ ਨਾਲ ਟੈਸਟੋਸਟੈਰੋਨ ਲੈਵਲ ਵੀ ਆਉਂਦਾ ਆ। ਟੈਸਟੋਸਟੈਰੋਨ ਲੈਵਲ ਤੇ ਹੀ ਤਾਂ ਬੰਦਾ ਖੜਿਆ, ਬੰਦਾ ਹੀ ਆ, ਇਸੇ ਕਰਕੇ ਕਿਉਂਕਿ ਉਹਦੇ ਵਿੱਚ ਟੈਸਟ ਪਾਇਆ ਜਾਂਦਾ। ਹਾਂ, ਹੁਣ ਟੈਸਟ ਕੀ ਹੁੰਦਾ ਆ? ਟੈਸਟ ਇੱਕ ਉਹ ਚੀਜ਼ ਹੁੰਦੀ ਹੈ ਜਿਹੜੇ ਨਾਲ ਤੁਹਾਨੂੰ ਇੱਕ ਐਨਰਜੀ ਮਿਲਦੀ ਹੈ, ਜਿਹਦੇ ਨਾਲ ਤੁਸੀਂ ਇੱਕ ਰਾਈਟ ਵੇ ਨਾਲ, ਮੈਂ ਕਿੱਦਾਂ ਇਹ ਗੱਲ ਕਰਾਂ ਕਿ ਜਿਹਦੇ ਨਾਲ ਤੁਹਾਡੀ ਸੈਕਸ਼ੂਅਲ ਲਾਈਫ ਗੁੱਡ ਹੁੰਦੀ ਹੈ। ਉਹ ਟੈਸਟੋਸਟੈਰੋਨ ਲੈਵਲ ਤੇ ਹੀ ਸਾਰਾ ਕੁਝ ਢੱਕਿਆ ਹੁੰਦਾ। ਡਰਾਈਵ ਹੁੰਦੀ ਹੈ ਬੰਦੇ ਦੇ ਵਿੱਚ, ਜਿਹੜੀ ਉਹਦੀ ਸੈਕਸ ਡਰਾਈਵ ਹੁੰਦੀ ਹੈ। ਜਿਹੜਾ ਬੰਦਾ ਉਹ ਜਿਹੜਾ ਇੱਕ ਬੰਦਾ ਤੇ ਜਨਾਨੀ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਂਦੇ ਆ, ਉਹ ਸਾਰਾ ਕੁਛ ਅੱਛਾ ਜਨਾਨੀ ਦਾ ਤਾਂ ਡਿਫਰੈਂਟ ਹੁੰਦਾ ਹੀ ਹੁੰਦਾ ਹੈ, ਪਰ ਕਈ ਕਹਿੰਦੇ ਬੰਦੇ ਦੇ ਕਹਿੰਦੇ ਸਾਨੂੰ ਪ੍ਰੋਬਲਮਸ ਆ ਗਈਆਂ, ਸਾਡੇ ਕੋਲ ਕੁਛ ਹੁੰਦਾ ਨਹੀਂ ਹੈਗਾ, ਜਾਂ ਸਾਡਾ ਹੈ ਨਾ ਸਾਨੂੰ ਇਹੀ ਬਹੁਤ ਟਾਈਮ ਤੋਂ ਪਹਿਲਾਂ ਡਿਸਚਾਰਜ ਹੋ ਜਾਂਦਾ ਕਿ ਅਸੀਂ ਚੰਗੀ ਤਰ੍ਹਾਂ ਇੰਜੋਏ ਨਹੀਂ ਕਰ ਪਾਉਂਦੇ ਸੈਕਸ ਨੂੰ, ਹੈ ਨਾ। ਦੇਖੋ ਇਹ ਗੱਲਾਂ ਮੈਂ ਤਾਂ ਕਰਦਾ ਹਾਂ, ਦੇਖੋ ਇਹ ਜਿਹੜਾ ਜ਼ਿੰਦਗੀ ਹੈ ਨਾ, ਜ਼ਿੰਦਗੀ ਦੇ ਵਿੱਚ ਇੱਕ ਸੈਕਸ, ਇੱਕ ਫਿਜ਼ੀਕਲ ਰਿਲੇਸ਼ਨਸ਼ਿਪ ਹੋਣਾ ਵੈਰੀ ਇੰਪੋਰਟੈਂਟ ਹੈ। ਇਟਸ ਵੈਰੀ ਇੰਪੋਰਟੈਂਟ। ਕਿਉਂਕਿ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਉਹ ਕਿਉਂਕਿ ਆਪਾਂ ਦੇਖੋ ਅਸੀਂ ਨਿਕਲਦੇ ਹੀ ਉੱਥੋਂ ਹੀ ਆ। ਸਾਡੀ ਹੋਂਦ ਹੀ ਉੱਥੋਂ ਸਪਰਮ ਤੋਂ ਬਣੀ ਹੁੰਦੀ ਹੈ, ਸਾਡੀ ਹੋਂਦ ਹੀ ਉਹ ਚੀਜ਼ ਤੋਂ ਬਣੀ ਹੁੰਦੀ ਹੈ, ਤੇ ਅਸੀਂ ਉੱਥੋਂ ਬਣ ਕੇ ਨਿਕਲ ਕੇ ਆਏ ਹੁੰਦੇ ਆ। ਅੱਛਾ, ਜੇ ਹੁਣ ਆਪਾਂ ਜੇ ਮਾਂ ਦੇ ਢਿੱਡੋਂ ਨਾ ਨਿਕਲੇ ਹੋਈਏ, ਤੇ ਮਾਂ ਦੀ ਜਿਹੜਾ ਸਾਨੂੰ ਗੋਦੀ 'ਚ ਰਹਿ ਕੇ ਉਹ ਠੰਡਕ ਮਿਲਦੀ ਆ, ਜਦੋਂ ਛਾਤੀ ਨਾਲ ਲੱਗ ਕੇ ਸਾਨੂੰ ਉਹ ਸਕੂਨ ਮਿਲਦਾ, ਉਹ ਫਿਰ ਨਾ ਮਿਲੇ। ਕਿਉਂਕਿ ਫਿਰ ਹੁਣ ਇਹ ਗੱਲ ਬੜੀ ਨੋਟ ਕਰਨ ਵਾਲੀ ਹੁੰਦੀ ਆ ਕਿ ਜਿਹੜੀ ਮਾਂ ਪਿਓ ਨਾਲ ਛਾਤੀ ਨਾਲ ਲੱਗੇ ਕਿ
ਉਹਨਾਂ ਨੂੰ ਸਕੂਨ ਮਿਲਦਾ ਆ, ਉਹ ਐਰੇ ਵਗੈਰੇ ਨਾਲ ਲਾ ਕੇ ਸਕੂਨ ਨਹੀਂ ਮਿਲਦਾ ਹੈਗਾ। ਹੁਣ ਇਹ ਸੋਚੋ ਕਿ ਉਹ ਸਕੂਨ ਮਿਲਦਾ ਕਿਉਂ ਆ? ਕਿਉਂਕਿ ਅਸੀਂ ਉਹ ਮਾਂ ਪਿਓ ਦੇ ਖੂਨ ਦੇ ਉਹਨਾਂ ਦੀ ਬੋਡੀ ਦਾ ਇੱਕ ਹਿੱਸਾ ਹੁੰਦੇ ਆ। ਰਾਈਟ, ਹਿੱਸਾ ਜਿਹੜਾ ਕਿ ਵਿਜੇ ਜੀ ਨੇ ਦੱਸਿਆ ਸਪਰਮਸ। ਸੋ ਸਪਰਮ ਇਜ਼ ਲਾਈਕ ਅ ਲਾਈਫ ਫੋਰਸ। ਇਹ ਇੱਕ ਐਦਾਂ ਦੀ ਚੀਜ਼ ਹੈ ਰੱਬ ਨੇ ਬਣਾਈ ਹੋਈ ਹੈ, ਸੌਫਟਵੇਅਰ ਕਹਿ ਲਓ, ਵਾਇਰਸ ਕਹਿ ਲਓ, ਜੋ ਮਰਜ਼ੀ ਕਹਿ ਲਓ ਇਹਨੂੰ, ਜਿਹੜੀ ਕਿ ਇੱਕ ਲਾਈਫ ਤੋਂ ਦੂਜੀ ਲਾਈਫ ਨੂੰ ਰੀਪਰੋਡਿਊਸ ਕਰਦੀ ਹੈ ਜੀ 100%। ਸੋ ਉਹ ਜਿਹਦੇ ਵਿੱਚ ਵੀ ਹੋਏਗਾ ਅੰਸ਼ ਹੋਏਗਾ ਜਿਹਦਾ ਵੀ ਉਹ ਬ్రో ਚਾਹੁੰਦੇ ਨਾ ਚਾਹੁੰਦੇ, ਉਹਨੂੰ ਪਤਾ ਵੀ ਨਾ ਹੋਏ ਕਿ ਮੇਰੇ ਮਾਪਿਓ, ਤਾਂ ਵੀ ਇੱਕ ਉਹ ਅਟਰੈਕਸ਼ਨ ਜਿਹੜੀ ਹੋਣੀ ਹੈ, ਕਨੈਕਸ਼ਨ ਹੋਣਾ, ਉਹ ਹੋਣਾ ਹੀ ਹੋਣਾ ਹਮੇਸ਼ਾ। ਯਪ ਹੁਣ ਉਹ ਗੱਲ ਇਹੀ ਆ ਜਾਂਦੀ ਆ ਕਿ ਇਸ ਚੀਜ਼ ਨੂੰ ਆਪਾਂ ਹੁਣ ਬੜੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮੁੰਡੇ, ਯੰਗ ਮੁੰਡੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਨਿਕਲਦੇ ਆ। ਹੁਣ ਅਸੀਂ ਸਿਰਫ ਗੱਲ ਅੱਜ ਕਰਨੀ ਆ ਬੰਦਿਆਂ ਦੀ, ਰਾਈਟ? ਬਿਕੋਜ਼ ਵੀ ਆਰ ਮੈਨ, ਸੋ ਵੀ ਨੋ ਐਗਜ਼ੈਕਟਲੀ ਵਟ ਵੀ ਆਰ ਟਾਕਿੰਗ ਅਬਾਊਟ, ਰਾਈਟ? ਜਦੋਂ ਬੰਦਾ ਹੁਣ ਇੱਕ ਨਾਰਮਲ ਇਨਸਾਨ ਹੈ, ਇੱਕ 18 ਸਾਲ ਦਾ ਮੁੰਡਾ ਆ, 22 ਸਾਲ ਦਾ ਮੁੰਡਾ ਆ, 25 ਸਾਲ ਦਾ ਆ, 30 ਸਾਲ ਦਾ, 35 ਸਾਲ, ਓਬਵੀਅਸਲੀ ਉਮਰ ਦੇ ਨਾਲ ਨਾਲ ਬੜੇ ਡਰੈਸਟਿਕ ਚੇਂਜ ਆਉਂਦੇ ਆ, ਰਾਈਟ? ਬਟ ਹੁਣ ਕਈ ਵਾਰ ਤੁਸੀਂ ਸੋਚਿਆ ਹੋਣਾ, ਵੇਖਿਆ ਵੀ ਹੋਣਾ ਹੈ ਕਿ ਕਈ ਪਿਓ ਬਣ ਜਾਂਦੇ ਆ ਬੜੀ ਵਡੇਰੀ ਉਮਰ 'ਚ ਵੀ ਬਣਦੇ ਆ। ਉਹ ਕਿਉਂ, ਉਹ ਕਿੱਦਾਂ ਬਣਦੇ ਆ, ਕਿਵੇਂ ਬਣਦੇ ਆ? ਹੁਣ ਉਹਨਾਂ ਦਾ ਸਰੀਰ ਦਾ ਜਿਹੜੀ ਉਹਨਾਂ ਦੀ ਬਣਤਰ ਹੁੰਦੀ ਹੈ ਨਾ, ਜਿਹੜੀ ਉਹਨਾਂ ਦੀ ਡਾਈਟ ਹੁੰਦੀ ਆ, ਉਹ ਜਿਹੜਾ ਉਹਨਾਂ ਦਾ ਸਰੀਰ ਦਾ ਸਾਰਾ ਸਟਰਕਚਰ ਹੁੰਦਾ ਵੈਰੀ ਡਿਫਰੈਂਟ ਹੋਵੇਗਾ ਨਾਰਮਲ ਬੰਦੇ ਨਾਲੋਂ। ਜਿਹੜਾ ਬੰਦਾ ਆਪਣੇ ਸਰੀਰ ਦੀ ਲੁੱਕ ਆਫਟਰ ਕਰੂਗਾ ਨਾ, ਉਹ ਬੰਦਾ ਕਦੇ ਵੀ ਇਸ ਚੀਜ਼ ਤੋਂ ਦੂਰ ਨਹੀਂ ਜਾਂਦਾ। ਉਹ that person will always have a good sex life. And why in today's time you will see there are a lot of people affecting just by having a very very bad sex life. ਉਹਨਾਂ ਦੀ ਸੈਕਸ ਲਾਈਫ ਬੈਡ ਦਾ ਮਤਲਬ ਕੀ ਹੈ ਕਿ ਉਹ ਇੰਜੋਏ ਨਹੀਂ ਕਰ ਪਾ ਰਹੇ, ਹਨਾ? ਹੁਣ ਜਿੱਥੇ ਨਾ ਕਿਸੇ ਨੂੰ ਖੁੱਲ੍ਹ ਕੇ ਦੱਸ ਪਾ ਰਹੇ ਨੇ, ਸ਼ਰਮ ਵਾਲੀ ਗੱਲ ਹੈ ਨਾ ਇਹ, ਮਤਲਬ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ। ਹੁਣ ਤੁਸੀਂ ਮੈਂ ਗੱਲ ਕਹੀ ਪਹਿਲਾਂ ਕਿ ਮਿੱਕੀ, ਤੁਸੀਂ ਕਿਹਾ ਕਿ ਅੱਜ ਕੱਲ੍ਹ ਬੜੇ ਨਾ ਕਲੀਨਿਕ ਖੁੱਲ੍ਹ ਗਏ ਆ। ਡੂ ਯੂ ਥਿੰਕ ਇਟਸ ਅ ਬੈਡ ਥਿੰਗ, ਅ ਗੁੱਡ ਥਿੰਗ? ਆਈ ਵੁੱਡ ਸੇ ਬ్రో, ਜੇ ਇਹਦਾ ਆਪਾਂ ਕੋਜ਼ ਰੂਟ ਜਾ ਕੇ ਦੇਖੀਏ ਨਾ, ਇਟਸ ਅ ਬੈਡ ਥਿੰਗ। ਮੈਂ ਇਹਨੂੰ ਜੇ ਇਹਦਾ ਰੂਟ ਤੇ ਜਾ ਕੇ ਕਹਾਂ ਬੈਡ, ਪਤਾ ਕਿਉਂ ਹੈ? ਕਿਉਂਕਿ ਪਹਿਲੀ ਗੱਲ ਕਿ ਪ੍ਰੋਬਲਮ ਆ ਬਹੁਤ ਰਹੀ ਹੈ, ਤਾਂ ਹੀ ਜ਼ਿਆਦਾ ਕਲੀਨਿਕ ਖੁੱਲ ਰਹੇ ਆ। ਬ్రో ਜੇ ਪ੍ਰੋਬਲਮ ਹੀ ਨਾ ਇੰਨੀ ਹੋਵੇ ਤਾਂ ਕਲੀਨਿਕ ਖੁੱਲਣ ਦਾ ਮਤਲਬ ਨਹੀਂ। ਪਰ ਹੁਣ ਜੇ ਕਲੀਨਿਕ ਖੁੱਲਦੇ ਪਏ ਆ, ਚਲੋ ਉਹ ਸੋਸਾਇਟੀ ਨੂੰ ਉਹ ਪ੍ਰੋਬਲਮ ਨੂੰ ਰਿਕਵਰ ਕਰਨ ਲਈ ਖੁੱਲਦੇ ਪਏ, ਮਤਲਬ ਇੱਕ ਵਧੀਆ ਵੀ ਚੀਜ਼ ਹੁੰਦੀ। ਇਹ ਹਾਈਪੋਥੈਟੀਕਲ ਜੀ ਚੀਜ਼ ਹੈ। ਗੱਲ ਤੁਹਾਨੂੰ ਸਮਝਾਉਣਾ ਮੈਂ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਲਾ ਲਓ, ਕਿੰਨੇ ਕੁ ਕਲੀਨਿਕ ਖੁੱਲੇ ਹੁੰਦੇ ਸੀਗੇ ਸੈਕਸ਼ੂਅਲ ਰਿਲੇਟਡ? ਨਾ, ਆਈ ਵੁਡਨਟ ਸੇ, ਮੈਂ ਕਦੇ ਨਹੀਂ ਨੋਟਿਸ ਕੀਤਾ, ਨਹੀਂ ਕੀਤਾ ਨਾ, ਤੇ ਨਾ ਹੀ ਕਦੇ ਨਹੀਂ ਸੁਣਿਆ ਉੱਥੇ ਆਲੇ ਝੋਪੜੀ ਵਾਲੇ ਜੇ, ਝੁੱਗੀਆਂ ਵਾਲੇ ਜੇ ਬਾਬਾ ਜੀ ਉੱਥੇ ਬੈਠੇ ਹੁੰਦੇ ਸੀਗੇ, ਅਵੈਧ ਤੇ ਟੈਂਕੀ ਵਾਲਾ ਬਾਬਾ ਬੈਠਾ ਹੁੰਦਾ ਸੀਗਾ। ਕਿਉਂਕਿ ਉਹ ਆਪਾਂ ਤਾਂ ਇੱਥੇ ਵੀ ਇਹੀ ਕੰਮ ਸੀਗਾ, ਇੱਥੇ ਵੀ ਕੋਈ ਬਹੁਤਾ ਨੋਨ ਨਹੀਂ ਸੀਗਾ। ਹੁਣ ਗੱਲ ਕੀ ਹੋਈ, ਜਿੱਦਾਂ ਹੁਣ ਆਪਾਂ ਇੱਥੇ ਬਹਿ ਕੇ ਟੌਪਿਕ ਨੂੰ ਡਿਸਕਸ ਕਰ ਰਹੇ ਹਾਂ ਨਾ, ਹੁਣ ਲੋਕੀ ਓਪਨਲੀ ਇਹ ਚੀਜ਼ ਨੂੰ ਡਿਸਕਸ ਕਰ ਰਹੇ, ਦੇਅਰ ਇਜ਼ ਅ ਲੋਟ ਆਫ ਅਵੇਅਰਨੈਸ ਇਨ ਇਟ। ਹੁਣ ਜਿੱਦਾਂ ਕੋਈ ਤੁਹਾਡੇ 'ਚੋਂ ਕੋਈ ਸੈਕਸ਼ੂਅਲ ਲਾਈਫ ਮਾੜੀ 'ਚੋਂ ਲੰਘ ਰਿਹਾ ਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਅੰਦਰ ਇਹਦੇ ਨਾਲ ਡੀਲ ਕਰੋ, ਇਹਦੇ ਤੋਂ ਸਟ੍ਰੈਸ ਲਵੋ, ਇਹਦੇ ਨਾਲ ਤੁਸੀਂ ਲੜੋ। ਹੁਣ ਕਲੀਨਿਕ ਖੁੱਲ੍ਹ ਚੁੱਕੇ ਆ, ਹੁਣ ਉਹ ਕਹਿੰਦੇ ਆ ਕਿ ਆ ਕੇ ਸਾਡੇ ਨਾਲ ਗੱਲਾਂ ਕਰੋ, ਯੂ ਆਰ ਨਾਟ ਦਾ ਓਨਲੀ ਵਨ। ਹਾਂ, ਇਹ ਗੱਲ ਤਾਂ ਹੈਗੀ ਆ ਕਿ ਕਿਉਂ ਲੋਕ ਇਹਨੇ ਜਾ ਰਹੇ ਆ, ਪਰ ਜੇ ਪ੍ਰੋਬਲਮ ਹੈ ਤੇ ਜੇ ਹੁਣ ਖੁੱਲ੍ਹ ਗਏ ਆ, ਇਟਸ ਨਾਟ ਅ ਬੈਡ ਥਿੰਗ, ਬਿਕੋਜ਼ ਦੇਅਰ ਇਜ਼ ਅ ਹੋਪ ਇਨ ਇਟ। ਦੇਅਰ ਇਜ਼ ਅ ਹੋਪ, ਇਫ ਦੇਅਰ ਇਜ਼ ਅ ਕਲੀਨਿਕ, ਦੇਅਰ ਸ਼ੁੱਡ ਬੀ ਅ ਹੋਪ। ਹੁਣ ਦੇਖੋ, ਪਹਿਲਾਂ ਜਨਾਨੀਆਂ ਕੋਲ ਬੱਚੇ ਨਹੀਂ ਸੀ ਹੁੰਦੇ ਹੈਗੇ, ਹੁਣ ਟੈਸਟ ਟਿਊਬ ਵਾਲਾ ਕੰਮ ਸੀਗਾ, ਹਨਾ? ਉਹਨੂੰ ਕੀ ਕਹਿੰਦੇ ਇੱਧਰਲੇ ਪਾਸੇ, ਕੀ ਕਹਿੰਦੇ ਆ ਯਾਰ? IVF, ਰਾਈਟ? ਹੁਣ IVF ਹੈ, ਹੁਣ ਇੰਨਾ ਪੋਪੂਲਰ ਹੈ, ਇੰਡੀਆ ਦੇ ਵਿੱਚ ਵੀ ਤਾਂ ਪੋਪੂਲਰ ਹੈ, ਇੰਡੀਆ 'ਚ ਹਨਾ? ਤੇ ਹੁਣ ਇੰਡੀਆ ਦੇ ਵਿੱਚ ਕੀ ਆ, ਤੇ ਉੱਥੇ ਹੁਣ ਨੋਰਮਲ ਕਰਦੇ ਪਏ ਆ। ਹੁਣ ਅੱਗੇ ਕੀ ਹੁੰਦਾ ਸੀਗਾ, ਕਿ ਅੱਗੇ ਕੀ ਹੁੰਦਾ ਸੀ ਪ੍ਰੋਬਲਮ, ਜਨਾਨੀ ਦੇ ਵਿੱਚ 2 ਹਾਰਮੋਨਸ ਹੁੰਦੇ ਸੀਗੇ, X and Y। ਹਾਰਮੋਨਸ ਕਹਿੰਦੇ ਆ ਕਿ ਉਹ ਕੁਛ ਹੋਰ ਕਹਿੰਦੇ ਆ, ਟਰਮ ਕੀ ਹੈ? ਕ੍ਰੋਮੋਸੋਮਸ। ਇਹਦੇ ਬੰਦੇ 'ਚ ਕਿਹੜੇ ਹੁੰਦੇ ਆ? Y, ਕੱਲੇ Y ਹੁੰਦੇ। ਹੁਣ ਜਨਾਨੀ ਦੀ ਤਾਂ ਦੋਨੇ ਹੋਣੇ ਹੀ ਹੋਣੇ ਆ, ਇਹ ਬੰਦੇ 'ਚ ਹੈ। ਉਹ ਪਤਾ ਕੀ ਹੁੰਦਾ ਹਿਸਾਬ, ਦੇਖੋ ਹੁਣ ਇਹ ਐਗਜ਼ੈਕਟਲੀ ਨਹੀਂ ਪਤਾ, ਉਹ ਜਦੋਂ Y ਨਾਲ ਟੱਕਰਦਾ ਜਾ ਕੇ, ਕਿਉਂਕਿ ਲੇਡੀ ਦੇ ਵਿੱਚ ਦੋਨੋਂ ਹੁੰਦੇ ਆ। ਲੇਡੀ 'ਚ ਨਹੀਂ ਦੋਨੋਂ ਹੁੰਦੇ ਬ్రో, ਨਹੀਂ ਲੇਡੀ 'ਚ ਦੋਨੋਂ ਹੁੰਦੇ ਆ, ਲੇਡੀ 'ਚ ਦੋਨੋਂ ਹੁੰਦੇ ਆ। ਐਂਡ ਉਹ ਬੰਦੇ ਦਾ ਜਦੋਂ Y ਨਾਲ Y ਮਿਲਾਪ ਹੁੰਦਾ ਤੇ ਉਦੋਂ ਸ਼ਾਇਦ ਮੇਲ ਦੀ ਰੀਪਰੋਡਕਸ਼ਨ ਹੁੰਦੀ ਹੈ, ਤੇ ਜਦੋਂ YX ਹੁੰਦੇ ਉਦੋਂ ਫਿਰ ਫੀਮੇਲ। ਐਨੀਵੇ ਛੱਡੋ, ਜਿਹੜੀ ਗੱਲ ਸਾਨੂੰ ਐਗਜ਼ੈਕਟਲੀ ਨਹੀਂ ਪਤਾ, ਜਿਹੜੀ ਗੱਲ ਦੇ ਵਿੱਚ ਜਿਹੜਾ ਕ੍ਰੋਮੋਸੋਮ ਪਾਵਰਫੁਲ ਹੋਊਗਾ, ਉਹ ਜਦ ਨਾਲ ਕਨੈਕਟ ਕਰਦਾ ਤਾਂ ਉਦੋਂ ਹੁੰਦਾ। ਚਲੋ ਐਨੀਹਾਉ, ਮੇਨ ਗੱਲ ਕਰ ਮੁੱਦੇ ਤੇ, ਆਪਾਂ ਸਾਇੰਸ ਦੇ ਵਿੱਚ ਤੇ ਜਾਣਾ ਹੀ ਨਹੀਂ। ਉਹ ਗੱਲ ਪਤਾ ਕੀ ਹੈ, ਮੈਂ ਗੱਲ ਇਹ ਕਰਦਾ ਸੀਗਾ ਕਿ ਉਹ ਜਿਹੜਾ ਬੰਦੇ ਦੀ ਸੈਕਸ਼ੂਅਲ ਲਾਈਫ ਵੈਰੀ ਇੰਪੋਰਟੈਂਟ ਹੈ, ਕਿਉਂਕਿ ਜਨਾਨੀ ਦੇ ਕੋਲ ਉਹ ਬੱਚੇ ਨੂੰ ਬਣਾਉਣ ਵਾਲੇ ਜੰਤਰ ਪੰਤਰ ਹੁੰਦੇ ਉਹਨਾਂ ਕੋਲ,
ਰਾਈਟ ਬਟ ਬੰਦੇ 'ਚ ਕਮੀਆਂ ਦੋਸ਼ੀਆਂ ਹੋਣ ਕਰਕੇ ਉਹਨਾਂ ਕੋਲ ਨਹੀਂ ਹੁੰਦਾ ਹੈਗਾ, ਜੋ ਜਵਾਕ ਨਹੀਂ ਹੁੰਦਾ ਜਾਂ ਕੁਛ ਨਹੀਂ ਹੁੰਦਾ। ਪਰ ਇਹ ਵੀ ਕਹਿ ਸਕਦੇ ਹਾਂ ਕਿ ਵਿਮਨ ਦੇ ਵਿੱਚ ਵੀ ਸੀਗਾ ਕਿ ਕੁਝ ਇਸ਼ੂ ਸੀਗੇ, ਪਰ ਹੁਣ ਇਹਨਾਂ ਨਾਲ ਇਹ ਜਿਹੜੀ ਹੁਣ ਨਵੀਂ ਇੰਡਸਟਰੀਜ਼ ਆ ਰਹੀਆਂ, ਨਵੇਂ ਕਲੀਨਿਕਸ ਆ ਰਹੇ, ਇਹਨਾਂ ਨਾਲ ਇੱਕ ਹੋਪ ਤੇ ਵਧੀਆ ਕਿ ਯੈਸ ਦੇਅਰ ਯੂ ਕੈਨ ਹੈਵ IVF, ਯੈਸ ਯੂ ਕੈਨ ਹੈਵ ਟੈਸਟ ਟਿਊਬ ਬੇਬੀਜ਼, ਰਾਈਟ, ਦੇਅਰ ਇਜ਼ ਹੋਪ ਇਨ ਇਟ। ਹੁਣ ਉਹਦੇ 'ਤੇ ਮਾੜੀ ਗੱਲ ਤਾਂ ਕੁਝ ਨਹੀਂ ਹੈਗੀ, ਪਰ ਹੁਣ ਇਹ ਚੀਜ਼ ਤੋਂ ਆਪਾਂ ਥੋੜ੍ਹਾ ਜਿਹਾ ਜੇ ਪਿੱਛੇ ਆਈਏ ਤਾਂ ਸੋਚਿਆ ਜਾਵੇ ਕਿ ਜਿਹੜੀ ਗੱਲ ਅਸੀਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਬੰਦੇ ਇੰਨੇ ਇਹ ਸਟਰਗਲ 'ਚੋਂ ਲੰਘ ਰਹੇ ਆ, ਬੰਦੇ ਦੀ ਸੈਕਸ ਲਾਈਫ ਕਿਉਂ ਇੰਨੀ ਅਫੈਕਟ ਹੋ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ, ਤੇ ਉਹਦੇ ਰੀਜ਼ਨ ਆਪਾਂ ਗੱਲ ਕਰੀਏ ਨਾ ਬਰੋ, ਤੇ ਉਹਦੇ ਵਿੱਚੋਂ ਪਹਿਲਾ ਰੀਜ਼ਨ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੁੰਦਾ ਆ ਕਿ ਤੁਸੀਂ ਤੁਹਾਡਾ ਇਨਵਾਇਰਮੈਂਟ ਕੀ ਹੈ। ਇਨਵਾਇਰਮੈਂਟ ਪਲੱਸ ਤੁਸੀਂ ਡਾਈਟ ਨੂੰ ਲਓ, ਕਿਉਂਕਿ ਬੰਦੇ ਦਾ ਇਨਵਾਇਰਮੈਂਟ ਵੀ ਬਾਅਦ ਚ ਇਫੈਕਟ ਕਰੂਗਾ। ਪਹਿਲਾ ਬੰਦਾ ਜੋ ਆਪਣੇ ਸਰੀਰ ਦੇ ਵਿੱਚ ਪਾਉਂਦਾ ਪਿਆ ਉਹ ਚੀਜ਼ ਇਫੈਕਟ ਕਰੂਗੀ, ਬਿਕੋਜ਼ ਯੋਰ ਫੂਡ ਇਜ਼ ਯੋਰ ਫਿਊਲ, ਤੇ ਬੋਡੀ ਨੂੰ ਜੋ ਤੁਸੀਂ ਉਹਦੇ ਵਿੱਚ ਪਾਉਣੇ ਪਏ ਹੋ ਬੋਡੀ ਦੇ ਵਿੱਚ, ਬੋਡੀ ਨੇ ਉੱਥੋਂ ਹੀ ਕੰਜ਼ਿਊਮ ਕਰਨਾ। ਹੁਣ ਜਿੱਦਾਂ ਕਹਿ ਲਓ ਕਿ ਬਰੋ ਗੱਡੀ 'ਚ ਆਪਾਂ ਤੇਲ ਪਾਉਂਦੇ ਆ ਨਾ ਜਿੱਦਾਂ, ਜੀ, ਤੇ ਗੱਡੀ 'ਚ ਮੋਗਲਲ ਪਾਉਣਾ ਪੈਂਦਾ ਇੱਕ ਹਿਸਾਬ ਨਾਲ, ਤੇ ਸਾਨੂੰ ਪਤਾ ਜੇ ਅਸੀਂ ਇੰਜਨ ਨਾ ਪਾਈਏ ਤਾਂ ਇੰਜਨ ਦਾ ਬੇੜਾ ਬਹਿ ਜਾਣਾ, ਤੇ ਜੇ ਪੈਟਰੋਲ ਨਾ ਪਾਈਏ ਤੇ ਗੱਡੀ ਨੇ ਤੁਰਨਾ ਨਹੀਂ ਜੀ। ਪਰ ਆਪਣੀ ਬੋਡੀ ਦਾ ਸਟਰਕਚਰ ਇਦਾਂ ਦਾ ਕਿ ਸਾਨੂੰ ਫੂਡ ਦੇ ਥਰੂ ਹੀ ਸਾਰਾ ਕੁਝ ਪਾਉਣਾ ਪੈਂਦਾ, ਮਤਲਬ ਆਪਣੇ ਮੂੰਹ ਦੇ ਥਰੂ ਹੀ ਸਾਰਾ ਕੁਝ ਪਾਉਣਾ ਪੈਂਦਾ, ਤੇ ਬੋਡੀ ਉਹਦੇ ਵਿੱਚੋਂ ਆਪ ਹੀ ਸਭ ਕੁਝ ਲੈ ਲੈਂਦੀ ਜਿਹਨੂੰ ਲੋੜ ਹੁੰਦੀ ਹੈ। ਤੇ ਸਾਡੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੋ ਸਾਡੀ ਬੋਡੀ ਨੂੰ ਚਾਹੀਦਾ ਆਪਣੇ ਆਪ ਨੂੰ ਪਹਿਲਾਂ ਐਜੂਕੇਟ ਕਰਨਾ ਪੈਂਦਾ, ਜੋ ਸਾਡੀ ਬੋਡੀ ਨੂੰ ਚਾਹੀਦਾ ਉਹ ਅਸੀਂ ਫੂਡ ਦੇ ਥਰੂ ਆਪਣੀ ਬੋਡੀ 'ਚ ਪਾਈਏ। ਇਹ ਨਾ ਕਹੀਏ ਕਿ ਜੇ ਮੈਂ ਆਲੂ ਸਵਾਦ ਲੱਗਦੇ ਸਾਲੇ ਮੈਂ ਆਲੂ ਹੀ ਖਾਈ ਜਾਣੇ, ਬਰੋ ਪ੍ਰੋਟੀਨ ਉਹਦੇ 'ਚ ਕਾਰਬਸ ਮਿਲ ਜਾਣੇ, ਤੁਹਾਨੂੰ ਪ੍ਰੋਟੀਨ ਕਿੱਥੋਂ ਲਾਉਂਗੇ? ਉਹ ਤੂੰ ਅੱਜ ਆਲੂ ਖਾਦੇ ਆ, ਤੈਨੂੰ ਤਾਂ ਫਿਰ ਚਿਕਨ ਖਵਾਇਆ ਸੀਗਾ ਮੈਂ ਤਾਂ। ਨਹੀਂ ਬਰੋ, ਕੰਬੋ ਬੈਲੈਂਸ ਹੋ ਗਿਆ ਨਾ, ਫਿਰ ਚਿਕਨ ਵੀ ਵੀਰਾਂ ਨੇ ਖਾਦਾ, ਫਿਰ ਤੂੰ ਨਾਲ ਉਹ ਵੀ ਖਾ ਲਿਆ, ਰੈਪ ਵੀ ਖਾ ਲਿਆ, ਉਹ ਵੀ ਕਾਰਬ ਸੀਗੇ। ਆਹੋ ਕਾਰਬਸ, ਤੇ ਫਿਰ ਤੂੰ ਚੀਜ਼ ਵੀ ਖਾਦਾ, ਫੈਟ ਸੀਗੇ। ਆਹੋ ਬਰੋ, ਸਾਰਾ ਕੁਝ ਫੈਟ ਵੀ ਵੀਰਾਂ ਨੂੰ ਚਾਹੀਦੀ ਹੈ। ਹਰੀਆਂ ਨਹੀਂ ਨਾ ਖਾਦੀਆਂ ਸਬਜ਼ੀਆਂ, ਹਰੀਆਂ ਸਬਜ਼ੀਆਂ ਲੋੜ ਹੀ ਨਹੀਂ ਬਰੋ, ਆਪਾਂ ਸਵੇਰੇ ਖਾ ਲਈਆਂ। ਅੱਛਾ, ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਤੁਹਾਡਾ ਐਨਵਾਇਰਮੈਂਟ ਕਿੱਦਾਂ ਦਾ, ਹੋਰ ਜ਼ੋਰ ਦੀ ਮਾਰ ਜ਼ੋਰ ਦੀ ਹੋਰ ਮਾਰ, ਉਹ ਲੈ ਨਹੀਂ ਚਲੋ ਜੀ। ਹੁਣ ਆਪਣਾ ਐਟਮੋਸਫੀਅਰ ਕਿੱਦਾਂ ਦਾ ਹੈ, ਉਹਦੇ ਵਿੱਚ ਕੀ ਹੈ ਕਿ ਪਹਿਲੀ ਗੱਲ ਦੇਖੋ ਕਿ ਤੁਸੀਂ ਜਨਰਲ ਲਾਈਫ ਦੇ ਵਿੱਚ ਤੁਹਾਡੀ ਸਟ੍ਰੈਸ ਲੈਵਲ ਕਿੱਥੇ ਹੈ। ਸਭ ਨਾਲੋਂ ਵੱਡਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਫੈਕਟ ਹੈਗਾ ਸਟ੍ਰੈਸ ਦਾ। ਬਰੋ ਤੁਹਾਡੇ ਦਿਮਾਗ 'ਚ ਸਟ੍ਰੈਸ ਆਈ ਨਹੀਂ, ਤੁਹਾਡਾ ਦਿਮਾਗ ਕਿਸੇ ਹੋਰ ਪਾਸੇ ਸੋਚਦਾ ਹੀ ਨਹੀਂ ਕੁਛ। Let me also tell you bro, it's just so overrated. ਜਦੋਂ ਵੀ ਕੋਈ ਗੱਲ ਹੁੰਦੀ ਬੰਦਾ ਕਹਿੰਦਾ ਮੇਰਾ ਸਟ੍ਰੈਸ ਹੈ। I would say there is nothing like stress. It's just all about overthinking. You can say whatever you say. No, it's not about you can say whatever, bro. You have to change your vocabulary. Whenever we say stress, people don't understand what is stress. They need to understand stress means overthinking. What is overthinking? ਜਦੋਂ ਕੋਈ ਪ੍ਰੋਬਲਮ ਆ ਉਹਦੇ ਬਾਰੇ ਬਾਰ-ਬਾਰ ਸੋਚੀ ਜਾਣਾ। But yeah, 100%. So you need to change your vocab also. No, 100%. You know, and that is like at my work there are some guys. You know, they call me all the time and they're like, "How are you, PJ?" And I said, "I'm very well. How are you?" And they're like, "How can you be very well all the time?" And I said, "I am not at times there, but I say it because I wanna attract very wellness to myself." You know, attraction. हाँ, ਉਹ ਮੈਂ ਕਿਹਾ ਕਿ ਮੈਂ ਤਾਂ ਹੀ ਕਹਿੰਦਾ ਆ ਕਿ ਹਾਂ ਜੇ ਮੈਂ ਕਹਿੰਦਾ ਰਹਾਂ ਹਾਏ ਮੈਂ ਮਰ ਗਿਆ, ਹਾਏ ਮੈਂ ਅੱਜ ਠੀਕ ਨਹੀਂ ਹੈਗਾ, ਉਹ ਸਗੋਂ ਮੈਂ ਹੋਰ ਆਪਣੇ ਆਪ ਨੂੰ ਠੀਕ ਨਹੀਂ ਕਰਨਾ ਹੈਗਾ, ਉਹ ਹੋਰ ਆਪਣੇ ਆਪ ਨੂੰ ਮੈਂ ਸਗੋਂ ਹਨੇਰੇ ਸੱਟਣਾ। ਤੇ ਇਸ ਕਰਕੇ ਮੈਨੂੰ ਆਲਵੇਜ਼ ਹੁੰਦਾ ਆ ਕਿ ਨਹੀਂ ਯਾਰ ਆਪਣੇ ਮੂੰਹ 'ਚੋਂ ਮੈਂ ਚੰਗੀ ਚੀਜ਼ਾਂ ਕੱਢਾਂ ਕਿ ਜਿਹੜੀ ਮੈਂ ਚੰਗੇ ਚੀਜ਼ ਅਟਰੈਕਟ ਕਰਾਂ ਆਪਣੇ ਆਪ ਨੂੰ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਸ਼ੀਸ਼ੇ ਅੱਗੇ ਖੜੇ ਗਈ ਜਾਵਾਂ I will have a very good sex life, I will have a good sex life, ਤੇ ਅਟਰੈਕਸ਼ਨ ਹੋ ਜਾਊਗੀ। ਇੱਦਾਂ ਨਹੀਂ ਹੁੰਦਾ। ਇਹਦੇ ਨਾਲ ਬੜੇ ਫੈਕਟਰ ਹੋਰ ਵੀ ਇਨਵੋਲਵ ਆ ਜਿਹੜੇ ਸਾਨੂੰ ਵਰਕ ਕਰਦੇ ਰਹਿਣਾ ਚਾਹੀਦਾ ਹੈ। ਡਾਈਟ ਹੈ, ਕਹਿੰਦੇ ਜਿਹੜਾ ਇੱਕ ਨੋਰਮਲ ਬੰਦਾ ਹੈ ਨਾ, ਜਿਹੜੇ ਖਾਸ ਕਰਕੇ ਡਾਇਬਟੀਜ਼ ਹੁੰਦੇ ਆ ਤੇ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਸੈਕਸ਼ੂਅਲ ਲਾਈਫ ਦੀ ਪ੍ਰੋਬਲਮ ਹੋਊਗੀ। ਜਿਹੜੀ ਸੈਕਸ਼ੂਅਲ ਪ੍ਰੋਬਲਮਸ ਹੋਣਗੀਆਂ ਉਹ ਕਿਉਂਕਿ ਉਹਨਾਂ ਦਾ ਆਲਵੇਜ਼ ਹਾਰਮੋਨਸ ਅਪ ਐਂਡ ਡਾਊਨ, ਰਾਈਟ। ਹੁਣ ਜੇ ਤੁਹਾਨੂੰ ਇਹ ਪ੍ਰੋਬਲਮਸ ਨੇ, ਤੁਹਾਨੂੰ ਡਾਕਟਰ ਨੇ ਕਰਤਾ ਕਿ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਆ, ਤੁਹਾਨੂੰ ਡਾਇਬਟੀਜ਼ ਆ, ਕੀ ਕਰੋਗੇ ਉਹਦੇ ਵਾਸਤੇ? Can you start to look after your diet and your lifestyle activities? Yeah, exactly right. You know, ਹੁਣ ਜੇ ਆਪਾਂ ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਹੀ ਨਹੀਂ ਹੈਗਾ, ਆਪਾਂ ਕਹਿਣਾ ਹੀ ਨਹੀਂ ਹੈਗਾ ਕਿ ਯਾਰ ਹਾਂ ਯਾਰ ਆਹ ਚੀਜ਼ਾਂ ਉੱਤੇ ਵਰਕ ਕਰਨਾ ਚਾਹੀਦਾ ਸੀਗਾ, that is why my life is like that, right? ਜੋ ਹੁਣ ਕੰਮ ਨਾ ਕਰਾਂਗੇ ਤਾਂ ਫਿਕਸ ਕਿੱਦਾਂ ਹੋਊਗੀ? ਹੁਣ ਜੇ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਕ ਸਟ੍ਰੈਸ ਮੇਨ ਕਾਜ਼ ਆ, ਪਹਿਲਾਂ ਅਸੀਂ ਵਰਕ ਕੀਤਾ ਕਿ ਸਟ੍ਰੈਸ ਨੂੰ ਦੂਰ ਕਰੀਏ, ਰਾਈਟ। ਫਿਰ ਅਸੀਂ ਵੇਖੀਏ ਕਿ ਸਾਰਾ ਦਿਨ 'ਚ ਅਸੀਂ ਖਾਣੇ ਕੀ ਆ। ਇਹ ਚੀਜ਼ਾਂ ਬੜੀ ਈਜ਼ੀ ਨੇ ਆਪਣੇ ਆਪ ਨੂੰ ਪੁਆਇੰਟ ਆਊਟ ਕਰਨ ਵਾਸਤੇ ਕਿ ਯਾਰ ਅਸੀਂ ਸਾਰੇ ਦਿਨ 'ਚ ਖਾਣੇ ਕੀ ਆ, ਕਿ ਅੱਛਾ ਇਹ ਚੀਜ਼ ਖਾਣ ਨਾਲ ਮੈਂ ਕਿਤੇ ਮੇਰਾ ਕੋਲੈਸਟਰੋਲ ਵੱਧ ਤਾਂ ਨਹੀਂ ਰਿਹਾ, ਮੈਂ ਮੋਟਾਪਾ ਤਾਂ ਨਹੀਂ ਹੋ ਰਿਹਾ,
ਮੇਰੇ ਹਾਰਮੋਨਸ ਅਪਸਾਈਡ, ਕਿਉਂਕਿ ਸਾਰੀ ਗੱਲ ਤਾਂ ਫਿਰ ਹਾਰਮੋਨਸ ਤੇ ਆ ਗਈ। ਅੱਛਾ, ਜੇ ਤੁਸੀਂ ਡਾਈਟ ਦੀ ਗੱਲ ਸ਼ੁਰੂ ਕੀਤੀ ਨਾ, ਮੈਂ ਆਪਣੇ ਹੈਰੀ ਭਾ ਨੂੰ ਬੜਾ ਵੇਖਿਆ, ਵੱਡੇ ਵੀਰ ਜੀ ਨੂੰ, ਉਹ ਸਾਡਾ ਗਵਲਾ ਵੀਰ ਗਵਲਾ ਵੀਰ। ਤੋ ਹੈਰੀ ਵੀਰ ਨੂੰ ਮੈਂ ਬੜਾ ਦੇਖਿਆ, ਹੀ ਇਜ਼ ਆਲਵੇਸ ਇਨਟੂ ਡਾਈਟ, ਕਿ ਕੱਲ ਨੂੰ ਕੋਈ ਬ੍ਰੈਡ ਵੀ ਬਾਜ਼ਾਰ ਦੇ ਵਿੱਚੋਂ ਖਰੀਦਣਾ ਐਂਡ ਹੀ ਵਿਲ ਆਲਵੇਸ ਚੈੱਕ ਕਿ ਇਹ ਬ੍ਰੈਡ ਬਣਿਆ ਕਾਹਦੇ ਨਾਲ ਹੈ, ਇਹ ਕੈਨੋਲਾ ਓਇਲ ਦੇ ਵਿੱਚ ਤਾਂ ਨਹੀਂ ਬਣਿਆ ਜਾਂ ਇਹਦੇ ਵਿੱਚ ਬਣਿਆ। ਸੋ ਹੀ ਇਜ਼ ਆਲਵੇਸ ਇਨਟੂ ਡਾਈਟ ਕਿ ਮੈਂ ਆਪਣੀ ਸਰੀਰ ਦੇ ਵਿੱਚ ਕੀ ਪਾਉਣਾ ਪਿਆ। ਮੈਨੂੰ ਲੱਗਦਾ ਜੇ ਡਾਈਟ ਬਾਰੇ ਕੋਈ ਬੰਦਾ ਦੱਸ ਸਕਦਾ ਤੇ ਸਾਡਾ ਵਧੀਆ ਪਰਸਪੈਕਟਿਵ ਦੇ ਸਕਦਾ ਹੈਗਾ ਹੈਰੀ ਭਾ। ਸੋ ਵੀਰ ਜੀ ਤੁਸੀਂ ਥੋੜ੍ਹਾ ਚਾਨਣਾ ਪਾਓ। ਚਾਨਣਾ ਡਾਈਟ ਦਾ ਤਾਂ ਇਹ ਗੱਲ ਆ ਜਾਂਦੀ ਹੈ ਨਾ ਵੀ ਜਿਹੜੇ ਹੁਣ ਆਪਣੇ ਲੋਕ ਡਾਕਟਰ ਕਹਿੰਦੇ ਘਿਓ ਨਹੀਂ ਖਾਣਾ, ਇਹ ਨਹੀਂ ਕਰਨਾ। ਦੇਸੀ ਘਿਓ ਸਭ ਤੋਂ ਵੱਡੀ ਵਧੀਆ ਚੀਜ਼ ਆ। ਦੇਸੀ ਘਿਓ ਮੈਂ ਬਹੁਤ ਖਾਂਦਾ, ਠੀਕ ਹੈ, ਬਹੁਤ ਮਤਲਬ 3-4 ਚਮਚੇ ਰੋਜ਼ ਦੇ 5 ਅਕੋਰਡਿੰਗ ਤੁਹਾਡੀ ਐਕਸਰਸਾਈਜ਼ ਕਿੰਨੀ ਆ, ਠੀਕ ਆ। ਓਲੀਵ ਆਇਲ ਸਭ ਤੋਂ ਵਧੀਆ, ਠੀਕ ਆ। ਮੈਂ ਸਿਰਫ ਓਲੀਵ ਆਇਲ ਜਾਂ ਕੋਕੋਨਟ ਆਇਲ ਤੇ ਜਾਂ ਦੇਸੀ ਘਿਓ, ਬਸ ਇਹ 3 ਚੀਜ਼ਾਂ ਯੂਜ਼ ਕਰਦੀਆਂ ਨੇ। ਜੇ ਮੈਂ ਬ੍ਰੈਡ ਦੇ, ਜੇ ਹੁਣ ਤੂੰ ਬ੍ਰੈਡ ਦੀ ਗੱਲ ਕੀਤੀ, ਕਨੋਲਾ ਆਇਲ ਕਦੇ ਤੁਸੀਂ ਰਿਸਰਚ ਕਰਕੇ ਦੇਖਿਓ ਕਨੋਲਾ ਆਇਲ ਬਣਦਾ ਕਿਵੇਂ ਆ ਅਤੇ ਕਿੰਨਾ ਹਾਰਮਫੁਲ, ਸਪੈਸ਼ਲੀ ਫॉर ਮੈਨਸ। ਉਹ ਸਭ ਤੋਂ ਮਾੜੀ ਚੀਜ਼ ਆ। ਅਤੇ ਤਾਂ ਕਰਕੇ ਜਿਹੜੇ ਆਇਲ, ਮੇਨਲੀ ਆਇਲ ਮੈਂ ਤਾਂ ਚੈੱਕ ਕਰਦਾ ਹੁੰਦਾ। ਪਰ ਜੇ ਹੁਣ ਸੈਕਸ਼ੂਅਲ ਹੈਲਥ ਦੀ ਆਪਾਂ ਗੱਲ ਕਰਦੇ ਪਏ, ਖਾਸ ਕਰ ਬੰਦੇ ਦੀ, ਤੁਹਾਨੂੰ ਕੀ ਲੱਗਦਾ ਕਿਹੜੇ ਬੰਦਾ ਇੱਦਾਂ ਦੀ ਡਾਈਟ ਨੂੰ ਫੋਲੋ ਕਰੇ? ਜਾਂ ਕਿਉਂਕਿ ਇਹ ਨਹੀਂ ਹੁੰਦਾ ਕਿ ਵੀ ਜੇ ਮੈਂ 4 ਦਿਨ ਕੋਈ ਚੰਗੀ ਚੀਜ਼ ਖਾ ਲਈ ਤਾਂ ਉਹਦਾ ਇਫੈਕਟ ਮੇਰੇ ਬੋਡੀ ਦੇ ਉੱਤੇ ਪੈ ਜਾਣਾ। ਉਹ ਹੁੰਦਾ ਕਿ ਕੁਛ ਨਾ ਕੁਛ ਆਪਣੇ ਇੱਦਾਂ ਦੀ ਤੁਸੀਂ ਚੀਜ਼ ਫੜ ਲਓ ਅਤੇ ਉਹਨੂੰ ਹਮੇਸ਼ਾ ਐਜ਼ ਅ ਡਿਸਿਪਲਿਨ, ਐਜ਼ ਅ ਰਿਚੁਅਲ ਆਪਣੀ ਡਾਈਟ ਦੇ ਵਿੱਚ ਇੰਕਲੂਡ ਕਰਕੇ ਰੱਖਣਾ, ਤਾਂ ਕਿ ਉਹ ਮੈਨੂੰ ਲੰਬੇ ਸਮੇਂ ਤੱਕ ਬੈਨੀਫਿਟ ਦਿੰਦੀ ਹੈ। ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਮੈਂ ਬਰੋ ਜਦੋਂ ਡਾਈਟ ਨੂੰ ਆਪਾਂ ਡਾਈਟ ਨਹੀਂ ਨਾ ਲੈਂਦੇ, ਉਹਨੂੰ ਆਪਾਂ ਲਾਈਫ ਸਟਾਈਲ ਬਣਾ ਲੈਂਦੇ ਹਾਂ, ਤਾਂ ਉਹ ਫਿਰ ਸਭ ਤੋਂ ਬੈਸਟ ਚੀਜ਼ ਹੁੰਦੀ ਹੈ। ਮੈਂ ਉਹੀ ਕਹਿੰਦਾ ਕਿ ਤੁਸੀਂ ਦੱਸੋ ਇੱਦਾਂ ਦਾ ਕੀ ਕਰ ਲਈਏ, ਕਿਉਂਕਿ ਕਈ ਬੰਦੇ ਜਦੋਂ ਡਾਈਟ ਦੀ ਗੱਲ ਕਰਦੇ ਨਾ, ਬੰਦੇ ਕਹਿਣਗੇ ਯਾਰ ਮੇਰੀ ਅਪਰੋਚ ਇਹ ਚੀਜ਼ ਨਹੀਂ ਹੈਗੀ, ਮੈਂ ਹਰੀਆਂ ਸਬਜ਼ੀਆਂ ਅਪਰੋਚ ਨਹੀਂ ਹੈਗੀਆਂ, ਬਟ ਸਟਿਲ ਉਹਦਾ ਕੋਈ ਨਾ ਕੋਈ ਅਲਟਰਨੇਟਿਵ ਹੁੰਦਾ। ਬਰੋ ਜੇ ਡਾਈਟ ਦੀ ਗੱਲ ਕਰਦੇ ਹੋ ਨਾ, ਆਪਣੇ ਸਪੈਸ਼ਲੀ ਇੰਡੀਅਨ ਡਾਈਟ 'ਚ ਸਭ ਤੋਂ ਜ਼ਿਆਦਾ ਹੈਗੇ ਕਾਰਬ, ਪ੍ਰੋਟੀਨ ਹੈਗਾ ਘੱਟ ਜੀ, ਠੀਕ ਆ। ਹੁਣ ਵੈਜੀਟੇਰੀਅਨ ਦੀ ਗੱਲ ਕਰ ਲਓ ਤੁਸੀਂ, ਦਾਲ ਕਿੰਨੀ ਕੁ ਦਾਲ ਖਾ ਲਓਗੇ? ਇੱਕ ਡੋਂਗਾ ਜੇ ਆਪਾਂ 1 ਕੱਪ ਆਪਾਂ ਦਾਲ ਦਾ ਬਣਾਉਂਦੇ ਆ, ਉਹ 'ਚ ਕਿੰਨੀ ਕੁ ਤੁਸੀਂ ਦਾਲ ਖਾ ਸਕਦੇ ਹੋ, ਹੈ ਨਾ। ਸੋ ਇਹ ਤੁਹਾਨੂੰ ਦੇਖਣਾ ਪੈਣਾ ਵੀ ਤੁਸੀਂ ਆਪਣੇ ਪ੍ਰੋਟੀਨ ਡਾਈਟ ਚੰਗੀ ਖਾਓ, ਘਰ ਦੀ ਬਣੀ ਚੀਜ਼ਾਂ ਖਾਓ। ਬਟ ਜਿਹੜੀ ਚੀਜ਼ ਤੁਹਾਡੀ ਨਹੀਂ ਫਿਰ ਪੂਰੀ ਹੁੰਦੀ, ਸਪਲੀਮੈਂਟ ਉਦੋਂ ਯੂਜ਼ ਕਰੋ, ਜਿਵੇਂ ਪ੍ਰੋਟੀਨ ਹੋ ਗਏ, ਨਟਸ ਹੋ ਗਏ, ਇਹਨਾਂ ਦਾ ਬਲੈਂਡ ਸ਼ੇਕ ਬਣਾਓ, ਤਾਂ ਕਿ ਤੁਹਾਡਾ ਪਹਿਲਾਂ ਆਪਣੇ ਜਿਹੜੀ ਲੋਕਾਂ ਨੂੰ ਆਪਣਾ ਪਤਾ ਹੋਣਾ ਚਾਹੀਦਾ ਉਹਨੂੰ ਕਿੰਨਾ ਪ੍ਰੋਟੀਨ ਚਾਹੀਦਾ ਰੋਜ਼ ਦਾ। ਉਹ ਦੱਸੋ ਤੁਸੀਂ, ਇੱਦਾਂ ਇੱਕ ਐਵਰੇਜ ਹੀ ਦੇ ਦਿਓ ਹੁਣੇ। ਐਵਰੇਜ ਡਿਪੈਂਡ ਕਰਦਾ ਤੁਹਾਡੀ ਬੋਡੀ ਵੇਟ 'ਤੇ। ਐਵਰੇਜ ਡਿਪੈਂਡ ਕਰਦਾ ਕਿ ਕਿੰਨੀ ਕੈਲੋਰੀਜ਼ ਇਨਟੇਕ ਕਰਦੇ ਹੋ ਤੁਸੀਂ, ਰਾਈਟ। ਬਟ ਇਹਦੇ ਨਾਲ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸੂ ਮੈਂ ਬਰੋ, ਆਪਣੇ ਇੰਡੀਆ ਦੀ ਜਿਹੜੀ ਡਾਈਟ ਸੀ ਨਾ ਬਰੋ, ਤੁਸੀਂ ਤਾਂ ਕਹਿੰਦਾ ਕਿ ਮਾੜੀ ਡਾਈਟ ਹੈ, ਸਭ ਨਾਲੋਂ ਰਿਚ ਡਾਈਟ ਹੈ ਇੰਡੀਅਨ ਡਾਈਟ। ਪਰ ਪ੍ਰੋਬਲਮ ਹੁਣ ਪਤਾ ਕੀ ਆ ਗਈ? ਪ੍ਰੋਬਲਮ ਇਹ ਆ ਗਈ ਕਿ ਸਾਡੇ ਕੋਲ ਕੰਮ ਨਹੀਂ ਉੱਦਾਂ ਦੇ ਰਹੇ ਜਿੱਦਾਂ ਪਹਿਲਾਂ ਹੁੰਦੇ ਸੀਗੇ। ਹੁਣ ਪਹਿਲਾਂ ਸ਼ੂਗਰ ਕਿੱਥੇ ਹੁੰਦੀ ਸੀਗੀ ਆਪਣੇ ਕੋਲ? ਸ਼ੂਗਰ ਥੋੜ੍ਹੀ ਹੁੰਦੀ ਸੀ, ਸ਼ੱਕਰ ਹੁੰਦੀ ਸੀ, ਗੁੜ ਹੁੰਦਾ ਸੀ, ਅਤੇ ਦੇਸੀ ਘਿਓ ਘਰ ਦਾ ਹੁੰਦਾ ਸੀਗਾ, ਰਾਈਟ। ਸਬਜ਼ੀਆਂ ਜਿਹੜੀਆਂ ਹੁੰਦੀਆਂ ਸੀ, ਗਿਣਵੀਂ ਚੁਣਵੀਆਂ ਦਾਲਾਂ ਹੁੰਦੀਆਂ ਸੀ, ਘਰ ਦੀਆਂ ਹੁੰਦੀਆਂ ਸੀ, ਛੋਲੇ ਛਾਲੇ ਸਾਰਾ ਕੁਝ ਘਰ ਦਾ ਹੁੰਦਾ ਸੀਗਾ। ਜਿਹੜਾ ਮੱਕੀ ਦਾ ਆਟਾ ਆਪਣਾ ਘਰ ਦਾ, ਕਣਕ ਦਾ ਜੇ ਆਟਾ ਪੀਸਣਾ ਵੀ ਹੈ ਉਹ ਵੀ ਆਪਣਾ, ਦਾਲ ਚੌਲ ਆਪਣੇ। ਹੁਣ ਜੇ ਉਹਦਾ ਤੁਸੀਂ ਜ਼ਿਆਦਾ ਵੀ ਖਾਂਦੇ ਸੀ ਨਾ, ਉਹਦਾ ਕੰਮ ਪਤਾ ਹੁੰਦਾ ਸੀ ਕਿ ਜਦੋਂ ਜਾ ਕੇ ਜੱਟ ਦਾ ਮੁੰਡਾ ਫਿਰ ਖੇਤ ਦੇ ਵਿੱਚ ਜਦੋਂ ਵੜਦਾ ਸੀ ਨਾ, ਅਤੇ ਪਤਾ ਹੁੰਦਾ ਸੀ ਕਿ ਸ਼ਾਮ ਤੱਕ ਉਹਨੇ ਨਿਕਲਣਾ ਨਹੀਂ ਹੈਗਾ, ਕਈ ਵਾਹੁਣੀ ਹੈ। ਹੁਣ ਕਈ ਵਰਗਾ ਵਰਕਆਊਟ ਕਿੱਥੇ ਹੈ? ਇਹ ਕਿਤੇ ਓਬਵੀਅਸਲੀ ਹੈ। ਜੇ ਤੁਸੀਂ ਪਸੀਨਾ ਕੱਢਦੇ ਹੋ, ਹੁਣ ਆਪਣੇ ਸਰੀਰਾਂ 'ਚੋਂ ਪਸੀਨਾ ਨਿਕਲਦਾ ਹੀ ਨਹੀਂ ਹੈਗਾ। ਹੁਣ ਪਹਿਲੇ ਵਾਲੀ ਗੱਲਾਂ ਥੋੜ੍ਹੀ ਨੇ, ਹੁਣ ਪਸੀਨਾ ਕਿੱਥੋਂ ਨਿਕਲਦਾ ਸਰੀਰਾਂ 'ਚ? ਬੈਠੇ ਦੇ ਆਪਾਂ ਸਾਰਾ ਦਿਨ ਏਸੀ ਥੱਲੇ ਰਹਿੰਦੇ ਹਾਂ। ਹੁਣ ਓਬਵੀਅਸਲੀ ਹੈ, ਜੇ ਕਹਿੰਦੇ ਨੇ ਜੇ ਤੁਹਾਡਾ ਪਸੀਨਾ ਨਹੀਂ ਨਿਕਲਦਾ ਫਿਰ ਕੁਛ ਨਾ ਕੁਛ ਤਾਂ ਪ੍ਰੋਬਲਮ ਹੈ, ਕਿਉਂਕਿ ਪਸੀਨੇ ਨਾਲ ਤਾਂ ਸਾਰੇ ਤੁਹਾਡੇ ਟੌਕਸਿਕ ਨਿਕਲਦੇ ਆ ਸਰੀਰ 'ਚੋਂ। ਪਸੀਨਾ ਹੋਇਆ, ਪਿਸ਼ਾਬ ਹੋਇਆ, ਰਾਈਟ। ਜੇ ਹੁਣ ਅਸੀਂ ਉਹ ਚੀਜ਼ਾਂ 'ਤੇ ਕੰਮ ਨਹੀਂ ਕਰਦੇ, ਇੰਡੀਅਨ ਡਾਈਟ ਇਜ਼ ਨੋਟ ਅ ਬੈਡ ਡਾਈਟ। ਖੁਰਾਕ ਜ਼ਿਆਦਾ ਘੱਟ ਦਾ ਫਰਕ ਨਹੀਂ ਹੁੰਦਾ, ਕੰਮ ਫਰਕ ਹੁੰਦਾ ਤੁਹਾਡੀ ਐਕਟੀਵਿਟੀ ਸਕੀਨ ਦਿੰਦੀ ਹੈ। ਪਰ ਇਹ ਹੈ ਨਾ, ਹੁਣ ਖੁਰਾਕ 'ਚ ਮਿਲਾਵਟ ਬਹੁਤ ਆ ਗਈ। ਆਹੋ ਉਹੀ ਗੱਲ ਆ ਗਈ ਨਾ, ਹੁਣ ਵੀਰਾ ਉਹੀ ਕਹਿ ਕੇ ਹਟਿਆ ਕਿ ਪਹਿਲਾਂ ਘਰ ਦਾ ਹੁੰਦਾ ਹਿਸਾਬ ਕਿਤਾਬ, ਤੇ ਸਾਨੂੰ ਪਤਾ ਹੁੰਦਾ ਸੀ ਕੀ ਪਾ ਕੇ ਉਹਨੂੰ ਵੱਡਾ ਕੀਤਾ ਫਸਲ ਨੂੰ। ਪਰ ਅੱਜ ਕੱਲ੍ਹ ਤੁਹਾਡੇ ਕੋਲ ਕੰਟਰੋਲ ਨਹੀਂ ਹੈਗਾ, ਤੁਸੀਂ ਬਾਜ਼ਾਰੋਂ ਜਾ ਕੇ ਕੁਝ ਵੀ ਲੈ ਕੇ ਆਉਂਦੇ ਆ, ਯੂ ਡੋਨਟ ਨੋ ਕਿ ਉਹ ਸਬਜ਼ੀ ਵੀ ਕਿੰਨੀ ਪ੍ਰੋਸੈਸਡ ਹੋਈ। ਬਰੋ ਗੱਲ ਤੇ ਆਪਣੇ ਸਾਨੂੰ ਮੂੰਹ 'ਤੇ ਕੰਟਰੋਲ ਨਹੀਂ ਹੈਗਾ। ਅਸੀਂ ਸਬਜ਼ੀਆਂ ਦਾ ਕੀ ਕੰਟਰੋਲ ਕਰ ਲੈਣਾ? ਪਤਾ ਲੱਗ ਗਿਆ, ਠੀਕ ਹੈ, ਸਬਜ਼ੀ ਲੈ ਕੇ ਆਏ ਆ ਬਾਹਰੋਂ, ਪ੍ਰੋਸੈਸ ਆ। ਹੁਣ ਉਹਦੇ ਵਿੱਚ ਜੇ ਅਸੀਂ ਪਾਤਾ ਜੀ, ਆਲੂ ਵੀ ਪਾਤਾ ਜੀ, ਇਹਦੇ ਵਿੱਚ ਘਿਓ ਵੀ ਪਾਤਾ ਜੀ, ਇਹਦੇ ਵਿੱਚ ਪਨੀਰ ਵੀ ਪਾਤਾ ਜੀ, ਫਿਰ ਬਰੋ ਓਬਵੀਅਸਲੀ ਆ ਸਾਰਾ ਕੁਛ ਬੈਡ ਹੀ ਹੈ ਸਰੀਰ ਵਾਸਤੇ। ਹੁਣ ਸਰੀਰ ਨੇ ਨਾ ਕੁਛ ਝੱਲਣਾ ਕਿੱਥੋਂ ਆ? ਬਿਲਕੁਲ। ਹੁਣ ਜਾ ਕੇ ਜੇ ਖਾਣੇ ਆਪਾਂ ਤੇਰੇ ਮੇਰੇ ਵਰਗੇ ਨੇ ਸਮੋਸੇ, ਤੇ ਫਿਰ ਬਰੋ ਤੈਨੂੰ ਮੈਂ ਖਵਾ ਦੇਣਾ ਸਮੋਸੇ। ਅੱਜ ਮੈਨੂੰ ਯਾਦ ਆ ਗਿਆ, ਸਮੋਸੇ ਨਹੀਂ ਆਪਣਾ ਰਹਿੰਦਾ ਕੋਈ ਹੋਰ ਤੈਨੂੰ ਵੀਰਾਂ ਨੇ ਕੋਈ ਖਾਣਾ ਤਗੜਾ ਜਿਹਾ। ਇਹ ਹੁਣ ਇਹ ਗੱਲ ਆ ਗਈ ਤੇ ਬਾਈ ਡਾਈਟ ਦੀ, ਰਾਈਟ।
ਡਾਈਟ ਦੀ ਆ ਗਈ, ਆਪਾਂ ਕੀਤੀ ਗੱਲ ਸਟ੍ਰੈਸ ਦੀ ਵੀ, ਕਿ ਸਟ੍ਰੈਸ ਵੀ ਬਹੁਤ ਇਹਦੇ ਵਿੱਚ ਮੈਟਰ ਕਰਦੀ ਆ। ਜਿਹੜੀ ਤੀਜੀ ਗੱਲ ਹੈ ਨਾ ਬ్రో, ਉਹ ਹੈ ਕਿ ਤੁਹਾਡੀ ਐਕਸਰਸਾਈਜ਼ ਕੀ ਹੈ, ਤੁਹਾਡੀ ਦਿਹਾੜੀ ਦੇ ਵਿੱਚ ਤੁਹਾਡੀ ਸਰੀਰ ਦੀ ਐਕਸਰਸਾਈਜ਼ ਕੀ ਹੈ ਬ్రో, ਮਤਲਬ ਫਿਜ਼ੀਕਲ ਐਕਟੀਵਿਟੀਜ਼ ਕੀ ਨੇ ਤੁਹਾਡੀ। ਹਾਂਜੀ, ਚਾਹੇ ਤੁਸੀਂ ਜਿਮ ਜਾ ਕੇ ਟ੍ਰੇਨਿੰਗ ਕਰ ਆਓ, ਚਾਹੇ ਤੁਸੀਂ ਖੇਤ ਜਾ ਕੇ ਟ੍ਰੇਨਿੰਗ ਕਰ ਆਓ, ਚਾਹੇ ਤੁਸੀਂ ਕੰਮ ਤੇ ਹੋ, ਕੋਈ ਪਿਕਿੰਗ ਦਾ ਕੰਮ ਕਰਦੇ ਹੋ, ਡਿਲੀਵਰੀ ਦਾ ਕੰਮ ਕਰਦੇ ਹੋ, ਸਾਰੇ ਦਿਨ ਤੁਹਾਡੀ ਐਕਟੀਵਿਟੀਜ਼ ਕੀ ਨੇ। ਜੇ ਐਕਟੀਵਿਟੀਜ਼ ਜ਼ੀਰੋ ਨੇ ਨਾ ਬ్రో, ਤਾਂ ਉੱਥੇ ਫਿਰ ਅਸੀਂ ਉਹ ਵੀ ਮਾਰ ਖਾਵਾਂਗੇ। ਹਾਂਜੀ, ਤਾਂ ਹੁਣ ਤੂੰ ਲੈ ਲੈ ਮਿੱਠੀ ਬ੍ਰੇਕ ਡਿਮਿਟਰੀ ਵਾਸਤੇ ਲੈਣੀ ਹੈ ਤੇ ਜੀ ਆਪਾਂ ਆ ਗਏ ਫਿਰ ਬ੍ਰੇਕ ਤੋਂ ਬਾਅਦ। ਦੇਖੋ ਮੈਂ ਨਾ ਬੜੀ ਜਿਹੀ ਫੀਲਿੰਗ ਲੈਣੀ ਸੀ, ਜਿਹੜੀ ਬ੍ਰੇਕ ਤੇ ਜਾਣ ਵਾਲੀ ਫੀਲਿੰਗ ਲਈਦੀ ਹੈ, ਤੇ ਫਿਰ ਵੀਰਾ ਕਹਿੰਦਾ ਚੱਲ ਹੁਣ ਮੈਂ ਕਹਿੰਦਾ ਤੂੰ ਲੈ ਲੈ ਮਾੜੀ ਜਿਹੀ ਡਿਮਿਟਰੀ ਵਾਲੀ ਜਿਹੜੀ ਬ੍ਰੇਕ ਲੈਣੀ ਹੈ, ਕਿਉਂਕਿ ਇਹ ਨਾ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਮੈਂ ਜਿਹੜਾ ਆਪਣਾ ਕ੍ਰੀਏਟਿਵ ਕੰਮ ਕਰਨਾ ਹੁੰਦਾ ਜਾਂ ਮੈਂ ਐਡਾ ਮਾੜੀਆਂ ਮੋਟੀਆਂ ਪਾਉਣੀਆਂ ਹੁੰਦੀਆਂ, ਮੈਨੂੰ ਕਹਿੰਦੇ ਚੱਲ ਭਰਾ ਪਾਲਾ ਤੂੰ, ਕਿਉਂਕਿ ਉਹ ਵੀ ਸਮਝਦੇ ਕਿ ਲੋਕੀ ਸਾਡੇ ਜਿਹੜੇ ਦੇਖਣ ਵਾਲੇ ਆ ਉਹ ਵੀ ਵਿਚਾਰੇ ਗੱਲਾਂ ਸੁਣ ਕੇ ਬੋਰ ਹੋ ਜਾਂਦੇ, ਉਹਨਾਂ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਹੈ ਤੈਨੂੰ ਵੀਰੇ, ਤੇਰੇ ਬਗੈਰ ਸਾਡੀ ਗੱਡੀ ਨਹੀਂ ਚੱਲਦੀ ਹੈਗੀ, ਤੇਰੇ ਬਗੈਰ ਸਾਡੇ ਪੋਡਕਾਸਟ ਨਹੀਂ ਐਡਿਟ ਹੋਣੇ। ਸਹੀ ਗੱਲ ਨਹੀਂ, ਚਲੋ ਠੀਕ ਹੈ। ਕਮਿੰਗ ਬੈਕ ਟੂ ਦ ਟੌਪਿਕ ਅਗੇਨ, ਆਪਾਂ ਲਾਈਫ ਸਟਾਈਲ ਦੀ ਗੱਲ ਕਰਦੇ ਪਏ ਸੀ ਕਿ ਬੰਦੇ ਦੀ ਜਿਹੜਾ ਰੋਜ਼ਾਨਾ ਇੱਕ ਬੰਦਾ ਹੈਗਾ ਉਹ ਕੀ ਖਾਂਦਾ, ਉਹ ਵੀ ਚੀਜ਼ਾਂ ਹੋ ਗਈਆਂ ਹੈ ਨਾ, ਉਹਦਾ ਇਨਵਾਇਰਨਮੈਂਟ ਕਿੱਦਾਂ, ਉਹ ਵੀ ਚੀਜ਼ਾਂ ਹੋ ਗਈਆਂ, ਪਰ ਉਹਦੀ ਫਿਜ਼ੀਕਲ ਐਕਟੀਵਿਟੀ ਕਿੰਨੀ ਆ, ਉਹ ਚੀਜ਼ ਬੜੀ ਮਾਇਨੇ ਕਰਦੀ ਹੈ, ਮਾਇਨੇ ਰੱਖਦੀ ਵੀ ਹੈ। ਉਹ ਹੁਣ ਕਈ ਬੰਦੇ ਜਿੱਦਾਂ ਤੁਸੀਂ ਕਹਿੰਦੇ ਪਏ ਸੀਗੇ, ਕਈ ਬੰਦੇ ਉਹਨਾਂ ਦੀ ਜੌਬ ਹੈਗੀ ਹੈ ਜਿਹੜੀ ਉਹਨਾਂ ਨੂੰ ਬਹਿਣਾ ਹੀ ਪੈਂਦਾ ਸਾਰਾ ਦਿਨ, ਤੇ ਕਈ ਬੰਦੇ ਹੈਗੇ ਆ ਕਿ ਉਹਨਾਂ ਨੂੰ ਹਰ ਟਾਈਮ ਫਿਜ਼ੀਕਲ ਐਕਟੀਵਿਟੀ ਕਰਨੀ ਪੈਂਦੀ ਹੈ, ਤੇ ਵੱਖਰਾ ਵੱਖਰਾ ਲਾਈਫ ਸਟਾਈਲ ਆ, ਵੱਖਰੀ ਵੱਖਰੀ ਜੌਬਸ ਆ ਨਾ। ਤੁਸੀਂ ਦੱਸੋ ਕਿ ਜੇ ਕੋਈ ਬੰਦੇ ਐਕਸਰਸਾਈਜ਼ ਵੀ ਕਰਨ ਜਾਂ ਕਹਿ ਲਓ ਵੀ ਫਿਜ਼ੀਕਲ ਐਕਟੀਵਿਟੀ ਕਰਨ, ਉਹ ਕਿੱਦਾਂ ਦਾ ਆਪਣਾ ਮਤਲਬ ਵਰਕਆਊਟ ਕਰਨ, ਕਿਹੜੀ ਚੀਜ਼ ਆਪਣੀ ਵਰਕਆਊਟ ਜਾਂ ਐਕਟੀਵਿਟੀ ਦੇ ਵਿੱਚ ਇਨਵੋਲਵ ਕਰਨ ਜਿਹੜੀ ਕਿ ਆ ਜਿਹੜੀ ਸੈਕਸ਼ੂਅਲ ਹੈਲਥ ਸਪੈਸ਼ਲੀ ਹੈਗੀ ਹੈ ਇਹਨੂੰ ਇੰਪਰੂਵ ਕਰੇ। ਇਹ ਹੈਰੀ ਵੀਰ ਜੀ ਤੁਸੀਂ ਆਨਸਰ ਦਿਓ। ਇਹ ਬਹੁਤ ਇੱਕ ਈਜ਼ੀ ਕੁਐਸਚਨ ਹੀ ਹੈਗਾ। ਜਿਵੇਂ ਤੂੰ ਕਹਿ ਰਿਹਾ ਵੀ ਜੌਬ ਨੂੰ ਕਿਵੇਂ ਰਿਲੇਟ ਕਰੀ, ਹੈ ਨਾ, ਜਿੱਥੇ ਤੱਕ ਮੈਂ ਸਟੱਡੀ ਕੀਤੀ ਆ, ਜਿਨ੍ਹਾਂ ਨੂੰ ਮੈਂ ਸੁਣਿਆ, ਤੁਸੀਂ ਜੋ ਮਰਜ਼ੀ ਕਰ ਲਓ, ਜਿੰਨਾ ਚਿਰ ਤੁਹਾਡੀ ਗੱਟ ਹੈਲਥ ਨਹੀਂ ਨਾ ਵਧੀਆ, ਉਹਨਾਂ ਚਿਰ ਤੁਹਾਡਾ ਮੂਡ ਸਵਿੰਗ ਵੀ ਹੋਊਗਾ, ਕਿਉਂਕਿ ਤੁਹਾਡੀ ਗੱਟ ਨਹੀਂ ਹੈਲਥੀ ਹੈਗੀ। ਤੁਹਾਡੀ ਗੱਟ ਸਾਰਾ ਕੁਝ ਹਾਰਮੋਨ ਗੱਟ ਕੰਟਰੋਲ ਕਰਦੀ ਆ। ਉਦੋਂ ਪਹਿਲਾਂ ਤੁਸੀਂ ਕਰਨ ਤੋਂ ਪਹਿਲਾਂ ਆਪਣਾ ਇੱਕ ਟੈਸਟ ਕਰਾਓ, BMI ਟੈਸਟ ਹੁੰਦਾ, ਉਹ ਬੋਡੀ ਮਾਸ ਨੇ ਜਿਹੜੇ ਜਿਮ ਜਾਂਦੇ ਨੇ, ਉਹ 'ਚ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੀ ਬੋਡੀ ਨੂੰ ਕਿੰਨੀ ਕੈਲੋਰੀਜ਼ ਰੋਜ਼ ਦੀਆਂ ਚਾਹੀਦੀਆਂ ਨੇ ਵਿਦਆਊਟ ਈਟਿੰਗ, ਮਤਲਬ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਉਹ ਕਿੰਨੀ ਬਰਨ ਕਰਦੀ ਆ। ਇਹ ਸਭ ਤੋਂ ਜ਼ਰੂਰੀ ਆ, ਤਾਂ ਕਿ ਤੁਹਾਨੂੰ ਇੱਕ ਨੌਲੇਜ ਆ ਜਾਊ ਕਿ ਹਾਂ ਵੀ ਜੇ ਮੈਂ ਐਕਸਰਸਾਈਜ਼ ਨਹੀਂ ਕਰਦਾ ਤਾਂ ਮੇਰੀ ਬੋਡੀ ਹੁਣ ਇਹਦਾ ਕੱਦ 6 ਫੁੱਟ 4 ਜਾਂ 5 ਇੰਚ ਆ, ਇਹ ਕੈਲੋਰੀਜ਼ ਖਾ ਸਕਦਾ ਜੇ ਮੈਂ ਖਾਵਾਂ ਤੇ ਮੈਂ ਹੋਰ ਬਹੁਤ ਬਲਕ ਹੋ ਜਾਊਗਾ, ਪਰ ਇਹਨੂੰ ਨਾਰਮਲ ਕੈਲੋਰੀਜ਼ ਨੇ, ਠੀਕ ਹੈ ਨਾ। ਹੁਣ ਇਹਦੇ ਕੈਲੋਰੀ ਮੇਰੀ ਕੈਲੋਰੀ ਫਰਕ ਆ ਜਾਊਗਾ। ਸਭ ਤੋਂ ਪਹਿਲਾਂ ਉਹ ਦੇਖੋ, ਉਦੋਂ ਬਾਅਦ ਤੁਹਾਨੂੰ ਪਤਾ ਲੱਗ ਜਾਏ ਹਾਂ ਮੈਂ ਇੰਨਾ ਪ੍ਰੋਟੀਨ ਮੈਂ ਆਪਣੀ ਬੋਡੀ 'ਚ ਖਾਣਾ, ਕਾਰਬ ਖਾਣੇ ਆ, ਹੈ ਨਾ, ਉਹਦੇ ਹਿਸਾਬ ਨਾਲ ਫਿਰ ਤੁਸੀਂ ਐਡ ਕਰ ਸਕਦੇ ਤੁਹਾਡਾ ਵਰਕ ਲਾਈਫ ਸਟਾਈਲ ਕੀ ਆ। ਹੁਣ ਕੰਸਟਰਕਸ਼ਨ ਦੇ ਵਿੱਚ ਆਪਣੇ ਲੋਕ ਕਿੰਨਾ ਜ਼ੋਰ ਮਾਰਦੇ ਆ, ਉਹਨਾਂ ਤਾਂ ਮਤਲਬ ਕੈਲੋਰੀਜ਼ ਜ਼ਿਆਦਾ ਖਾਣੀਆਂ ਪੈਣਗੀਆਂ, ਠੀਕ ਆ, ਤੇ ਉਹ ਵੀ ਇੱਕ ਚੀਜ਼ ਆ। ਫਿਰ ਦੂਜਿਆਂ ਦੀ ਗੱਟ ਹੈਲਥ ਦਾ ਵੀ ਜਾਂ ਤੁਸੀਂ ਡਾਕਟਰ ਕੋਲ ਜਾਂਦੇ ਆ, ਕੋਈ ਵਧੀਆ ਟ੍ਰੇਨਰ, ਉਹ ਤੁਹਾਡਾ ਪਹਿਲਾਂ ਤਾਂ ਕਰਾਊਗਾ ਟੈਸਟ, ਜਿਹੜਾ ਬਲੱਡ ਟੈਸਟ। ਹਾਂਜੀ, ਤੁਸੀਂ ਕਿਹਾ BMI ਪੂਰਾ ਬੋਡੀ ਮਾਸ, ਉਹ BMI ਡਿਫਰੈਂਟ, ਜਿਹੜੇ ਬਲੱਡ ਟੈਸਟ ਹੋਣਗੇ ਉਹ ਡਿਫਰੈਂਟ ਹੋਣਗੇ, ਵੀ ਤੁਹਾਡੇ ਖੂਨ ਦੇ ਵਿੱਚ ਕਿਹੜੇ ਤੱਤ ਹੈਗੇ, ਇਹਦੇ ਵਿੱਚ ਵੀ ਬਹੁਤ ਸਾਰਾ ਕੁਝ ਆ ਜਾਂਦਾ, ਉਹਦੇ ਵਿੱਚ ਬਹੁਤ ਕੁਝ ਆ ਜਾਂਦਾ, ਵਿਟਾਮਿਨ ਕਿਹੜੇ ਕੀ ਹੈ ਵਿੱਚ, ਉਹਦੇ ਵਿੱਚ ਆਇਰਨ ਕੀ ਹੈ, ਜ਼ਿੰਕ ਕੀ ਹੈ, ਤੁਹਾਡਾ ਟੈਸਟੋਸਟੈਰੋਨ ਲੈਵਲ ਕੀ ਹੈ, ਤੁਹਾਡਾ ਇਹ ਸਾਰਾ ਕੁਝ ਉਹਦੇ ਵਿੱਚ ਨਿਕਲਦਾ ਹੁੰਦਾ। ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਟੈਸਟੋਸਟੈਰੋਨ ਲੈਵਲ ਵੀ ਡਾਊਨ ਹੈ, ਤੇ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਦੱਸ ਦੇਣਗੇ ਕਿ ਹਾਂ ਭਾਈ ਤੇਰਾ ਟੈਸਟੋਸਟੈਰੋਨ ਲੈਵਲ ਬਹੁਤ ਡਾਊਨ ਆ, ਇਹ ਤੇ ਵਰਕ ਕਰ ਜਾਂ ਕੁਝ ਹੋ ਰਿਹਾ। ਜਦੋਂ ਦੇਖੋ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ ਡਾਈਟ ਜਾਂ ਟੈਸਟ ਕਰਾਉਣੇ ਚਾਹੀਦੇ ਆ ਅਤੇ ਗੱਟ ਸਾਫ਼ ਹੋਣਾ ਚਾਹੀਦਾ ਆ, ਪਰ ਹੁਣ ਇੱਕ ਗੱਲ ਇਹ ਆ ਕਿ ਆਪਾਂ ਇਹਨੂੰ ਸੈਕਸ਼ੂਅਲ ਲਾਈਫ ਨਾਲ ਜੋੜ ਰਹੇ ਹਾਂ, ਇਸ ਸਾਰੀ ਚੀਜ਼ ਨੂੰ। ਗੱਟ ਦਾ ਕਲੀਨ ਹੋਣਾ, ਸੈਕਸ਼ੂਅਲ ਲਾਈਫ ਦਾ ਸੈੱਟ ਹੋਣਾ, ਅਤੇ ਉਸ ਚੀਜ਼ ਵਾਸਤੇ ਟੈਸਟ ਕਰਾਉਣੇ ਜਾਂ ਉਸ ਚੀਜ਼ ਵਾਸਤੇ ਟ੍ਰੇਨਿੰਗ ਕਰਨੀ, ਇੱਕ ਹੁੰਦਾ ਤਾਂ ਸਾਰਾ ਕੁਝ ਇਕੱਠਾ ਹੀ ਹੈ, ਸਾਰਾ ਕੁਝ ਇਕੱਠਾ ਹੀ ਹੈ, ਇੱਕ ਦੂਜੇ ਨਾਲ ਕਨੈਕਟ ਹੁੰਦਾ ਆ।
ਪਰ ਗੱਲ ਇਹ ਹੈ ਕਿ ਸਾਨੂੰ ਇਹ ਚੀਜ਼ ਨੂੰ ਸਮਝਣਾ ਪੈਣਾ ਆ ਕਿ ਇਹ ਨਹੀਂ ਹੈਗਾ ਕਿ ਅਸੀਂ ਹੁਣ ਅਸੀਂ ਜਿੰਮ ਚਲੇ ਜਾਈਏ, ਜਿੰਮ ਜੁਮ ਜਾਂਦੇ ਆ ਤਾਂ ਭਾਈ ਸਾਡਾ ਸੈਕਸ਼ੂਅਲ ਲਾਈਫ ਸਾਡੀ ਫੇਰ ਗੁੱਡ ਨਹੀਂ ਹੈਗੀ। ਉਹ ਫਿਰ ਉਹ ਆ ਜਾਂਦਾ ਨਾ ਕਿ ਵਰਕਆਊਟ ਜੇ ਕਰਦੇ ਤਾਂ ਇੱਕੋ ਹੀ, ਜਾਂ ਉਹੀ ਕਹ ਲਓ ਕਿ ਜੇ ਮਸਲ ਟ੍ਰੇਨ ਕਰਦੇ ਤਾਂ ਉਨਾ ਕੀ ਮਸਲ ਏਰੀਆ ਜਿਹੜਾ ਟ੍ਰੇਨ ਕਰੀ ਜਾਂਦੇ ਆ, ਦੇ ਆਰ ਨਾਟ ਟ੍ਰੇਨਿੰਗ ਆਪਣਾ ਰੀਪਰੋਡਕਟਿਵ ਸਿਸਟਮ ਜਿਹੜਾ ਉਹਨੂੰ ਨਹੀਂ ਟ੍ਰੇਨ ਕਰਦੇ ਹੈਗੇ। ਹੁਣ ਮੈਂ ਤੁਹਾਨੂੰ ਉਹਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ, ਮੈਂ ਕਿੱਥੋਂ ਕਹਿ ਰਿਹਾ ਸੀਗਾ ਓਕੇ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਟ੍ਰੇਨਿੰਗ ਦਾ ਕੰਮ ਤਾਂ ਹੋ ਗਿਆ, ਯੈਸ ਯੂ ਹੈਵ ਬਰਨਡ ਯੂ ਕੈਲੋਰੀਜ਼, ਯੈਸ ਯੂ ਆਰ ਇਨ ਅ ਗੁੱਡ ਸ਼ੇਪ, ਸੈਕਸ਼ੂਅਲ ਲਾਈਫ ਉਹਦੀ ਫੇਰ ਠੀਕ ਨਹੀਂ ਹੈਗੀ। ਹੁਣ ਸੈਕਸ਼ੂਅਲ ਲਾਈਫ ਕਿੱਦਾਂ ਠੀਕ ਨਹੀਂ ਹੈਗੀ? ਕਿਉਂਕਿ ਟੈਸਟੋਸਟੈਰੋਨ ਲੈਵਲ ਇਜ਼ ਵੈਰੀ ਲੋ। ਸੈਕਸ਼ੂਅਲ ਲਾਈਫ ਦਾ ਟੈਸਟੋਸਟੈਰੋਨ ਲੈਵਲ ਨਾਲ ਬੜਾ ਵੱਡਾ ਲਿੰਕ ਹੈ, ਮੇਨ ਲਿੰਕ ਹੀ ਉੱਥੇ। ਜੇ ਤੁਹਾਡਾ ਜੀਵ ਨਹੀਂ ਕਰਦਾ ਸੀ ਕੀ ਕਰੋਗੇ? ਹਾਂ ਹੁਣ ਜੇ ਟ੍ਰੇਨਿੰਗ ਵੀ ਤੁਸੀਂ ਕਰ ਆਏ ਤਾਂ ਟ੍ਰੇਨਿੰਗ ਕਰਕੇ ਵੀ ਤੁਹਾਡਾ ਟੈਸਟੋਸਟੈਰੋਨ ਲੈਵਲ ਡਾਊਨ ਹੈ ਨਾ, then you have to do something to boost up your testosterone level। ਫਿਰ ਜੇ ਤੁਹਾਡਾ ਟੈਸਟੋਸਟੈਰੋਨ ਲੈਵਲ ਠੀਕ ਨਹੀਂ ਹੈਗਾ ਤਾਂ ਫਿਰ ਓਬਵੀਅਸਲੀ ਹੈ ਤੁਹਾਡਾ ਸੈਕਸ ਕਰਨ ਨੂੰ ਜੀ ਨਹੀਂ ਕਰਦਾ ਹੈਗਾ। ਮਤਲਬ ਉਹ ਜਿਹੜੀ ਇੱਕ ਬੰਦੇ ਦੇ ਮੁੱਢਲੇ ਕਿਰਦਾਰ ਨੇ ਜਾਂ ਮੁੱਢਲੀਆਂ ਚੀਜ਼ਾਂ ਨੇ ਉਹ ਬੰਦਾ ਨਹੀਂ ਕਰੂਗਾ। ਸੋ ਟੈਸਟੋਸਟੈਰੋਨ ਇਜ਼ ਲਾਈਕ ਅ ਫਿਊਲ ਫॉर ਮੈਨਹੁੱਡ। ਯਪ bro, that's all we got। of course that's how it is। ਸੇ ਜੇ ਨਹੀਂ ਹੋਊਗਾ ਤਾਂ ਫਿਰ ਸਾਰੇ ਜਣੇ ਫ੍ਰੀ ਸਪਿਰਿਟ ਰੂਲ। ਤੇ ਇੱਕ ਹੋਰ ਮੈਂ ਇੱਥੇ ਗੱਲ ਐਡ ਕਰਨਾ ਚਾਹੂੰਗਾ ਵੀ ਜਿਹੜੇ ਆਪਣੇ ਲੋਕ ਬੜੇ ਚਾਅ ਨਾਲ ਸੋਏ ਦੇ ਖਾਂਦੇ ਨੇ ਨਾ, ਸੋਏ ਕਰਦੇ ਹੁੰਦੇ ਹੋ, ਉਹਦੇ 'ਚ ਉਹ ਹਾਈ ਐਸਟ੍ਰੋਜਨ ਹੁੰਦਾ, ਠੀਕ ਆ। ਉਹ ਤੁਸੀਂ ਆਪਣੇ ਗੂਗਲ ਕਰ ਲਿਓ, ਉਹ 'ਚ ਸਰਚ। ਆਪਾਂ ਨੂੰ ਐਸਟ੍ਰੋਜਨ ਵੀ ਆਪਣੀ ਬੋਡੀ 'ਚ ਹੁੰਦਾ, ਪਰ ਆਪਾਂ ਇਹ ਨਹੀਂ ਚਾਹੁੰਦੇ ਵੀ ਆਪਾਂ ਜ਼ਿਆਦਾ ਸੋਏ ਦੇ ਪ੍ਰੋਡਕਟਸ ਖਾਈਏ ਤਾਂ ਐਸਟ੍ਰੋਜਨ ਲੈਵਲ ਸੋਏ ਅਤੇ ਟੈਸਟੋਸਟੈਰੋਨ ਲੈਵਲ ਤੋਂ ਵੱਧ ਜੇ। then you're gonna have female hormones, you're putting more female hormone, then you're gonna have man boobs। ਫੇਰ ਨਾ ਕੋਈ ਵੀ ਆ ਕੀ ਹੋ ਗਿਆ। ਸੋ ਸੋਏ ਮਿਲਕ ਨਾ ਪੀਆ ਕਰੋ, ਠੀਕ ਹੈ। ਹਾਂ ਮਤਲਬ ਇੱਕ ਲਿਮਿਟ ਦੇ ਵਿੱਚ। ਦੇਖੋ ਮੈਂ ਇੱਕ ਹੋਰ ਗੱਲ ਦੱਸਦਾ ਆ, ਆਪਾਂ ਨਾ ਹਰੇਕ ਦੀ ਆਪਣੀ ਰਿਸਰਚ ਹੁੰਦੀ ਹੈ। ਹਰੇਕ ਨੇ ਆਪਣੇ ਸੋਇਆ ਮਿਲਕ ਦੀ ਵੀ ਰਿਸਰਚ ਕੀਤੀ ਹੈ, ਓਟ ਮਿਲਕ ਦੀ ਵੀ ਕੀਤੀ ਹੈ, ਆਲਮੰਡ ਦੀ ਵੀ ਕੀਤੀ ਹੈ, ਵੱਖਰਿਆਂ ਦੀ ਕੀਤੀ ਹੈ। ਐਂਡ ਆਫ ਦੀ ਡੇ ਜੇ ਤੁਸੀਂ ਸੋਇਆ ਮਿਲਕ ਜਾਂ ਆਲਮੰਡ ਮਿਲਕ ਜਾਂ ਕੁਛ ਵੀ ਕਰ ਰਹੇ ਹੋ ਨਾ, that is up to you। But end of the day, if you are getting your results and you see that yes, my sexual life is very good, fantastic, my diet is good, I'm doing whatever this, I'm very good in my life, then you don't have to worry about shit। you can keep drinking your fucking almond milk or soya milk or whatever milk you want to do। Exactly। At the same time I want to add one more thing। ਹੁਣ ਆਪਾਂ ਬੱਚੇ ਦੀ ਪਹਿਲਾਂ ਗੱਲ ਕਰਦੇ ਸੀਗੇ ਕਿ ਬੱਚੇ ਪੈਦਾ ਕਰਨ ਵਾਲੇ, ਇੱਕ ਤੇ ਆਪਾਂ ਗੱਲ ਕਰਦੇ ਕਿ ਟੈਸਟੋਸਟੈਰੋਨ ਲੈਵਲ, ਇੱਕ ਬ్రో ਸਪਰਮ ਕਾਊਂਟਸ ਹੁੰਦੇ ਆ ਜਿਹੜੇ ਕਿ ਬੜੇ ਇੰਪੋਰਟੈਂਟ ਹੁੰਦੇ ਆ ਬੱਚੇ ਦੇ ਬਰਥ ਦੇ ਵਿੱਚ। ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਕਹਿੰਦੇ ਕਿ ਬੱਚਾ ਨਹੀਂ ਹੋ ਰਿਹਾ, ਉਹ ਤੁਹਾਨੂੰ ਆਲਵੇਜ਼ ਕਹੂਗਾ ਕਿ ਜਾ ਕੇ ਆਪਣਾ ਸਪਰਮ ਕਾਊਂਟ ਕਰਾ ਕੇ ਆ, ਕੀ ਹਿਸਾਬ ਟੈਸਟ ਕਰਾ ਕੇ ਆ, is it healthy, is fertile, ਹਾਂ or is it good enough। ਉਹ ਰੇਸ਼ੋ ਹੁੰਦੀ ਹੈ ਕਿ ਉਹ ਰੇਸ਼ੋ ਉਨੀ ਹੋਣੀ ਚਾਹੀਦੀ ਉਹਦੀ, ਉਹ ਜੋ ਵੀ ਕਿੰਨੀ ਕੁ ਪਰਸੈਂਟੇਜ ਦੱਸਦੇ ਆ ਉਹ ਤੁਹਾਡਾ ਸਪਰਮ ਟੈਸਟ ਕਰਦੇ ਹੋ। ਸਪਰਮ ਟੈਸਟ ਕਰਨ ਦਾ ਪਤਾ ਲੱਗ ਜਾਂਦਾ ਹੈ ਕਿ ਹਾਂ। ਹੁਣ ਇਹਦੀ ਇੱਕ ਮੈਂ ਇਹਦੀ ਹੋਰ ਐਗਜ਼ਾਮਪਲ ਦੇਵਾਂ। ਜਦੋਂ ਬੰਦਾ ਦਾ ਸਪਰਮ ਵੇਖੇ ਨਾ, ਜੇ ਤੇ ਬੰਦੇ ਦਾ ਸਪਰਮ ਬਹੁਤ ਘੱਟ ਆਉਂਦਾ ਆ, ਸਮਝੋ ਉਹਨੂੰ ਪ੍ਰੋਬਲਮ ਆ, ਕਿਉਂਕਿ ਹੈਲਥੀ ਸਪਰਮ ਇਜ਼ ਵੈਰੀ ਲਾਈਕ ਇਹ ਤਾਂ ਤੁਸੀਂ ਦੇਸੀ ਭਾਸ਼ਾ ਸਮਝਾਉਂਦੇ ਯਾ ਲਾਈਕ ਵਾਟ ਯੂ ਮੀਨ ਟੂ ਸੇ ਕਿ ਉਹ ਕੁਆਂਟੀਟੀ ਦੇਖੋ ਤੁਸੀਂ। ਹਾਂ ਐਵਰੀ ਸਿੰਗਲ ਟਾਈਮ ਯਾ ਉਹਦਾ ਕਲਰ ਡਿਫਰੈਂਟ ਹੁੰਦਾ ਆ, ਕਲਰ ਡਿਫਰੈਂਟ। ਉਹ ਤੁਸੀਂ ਆਪਣੀ ਰਿਸਰਚ ਕਰੋ ਜਾ ਕੇ, ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਜਿੱਦਾਂ ਮੈਂ ਕਹਿ ਰਿਹਾ, ਮੈਂ ਕੋਈ ਡਾਕਟਰ ਨਹੀਂ ਹੈਗਾ, ਮੈਂ ਸੁਣਦਾ ਰਹਿਣਾ ਬਥੇਰੇ ਬੰਦਿਆਂ ਨੂੰ ਇਹਨਾਂ ਬਾਰੇ, ਬਥੇਰੇ ਬੰਦਿਆਂ ਬਾਰੇ ਕਰਦਾ ਰਹਿਣਾ, ਬੋਲਦਾ ਰਹਿਣਾ। ਦੇਖੋ ਜਦੋਂ ਕੋਈ ਚੀਜ਼ ਬੋਡੀ ਦੇ ਵਿੱਚ ਘਟਦੀ ਹੈ ਨਾ, ਉਹਨੂੰ ਬੂਸਟ ਅਪ ਕਰਨਾ ਚਾਹੀਦਾ ਹੈ, ਜ਼ਰੂਰੀ ਆ ਤੇ ਕਰਨਾ ਚਾਹੀਦਾ। ਐਂਡ ਜਦੋਂ ਕੋਈ ਚੀਜ਼ ਘਟਦੀ ਆ, ਬੋਡੀ ਤੁਹਾਡੀ ਤੁਹਾਨੂੰ ਸਾਈਨ ਵੀ ਦਿੰਦੀ ਹੈ। ਐਂਡ ਲੈਟ ਮੀ ਟੈਲ ਯੂ ਵਨ ਮੋਰ ਥਿੰਗ, ਜਦੋਂ ਟੈਸਟ ਲੈਵਲ ਸਾਰਾ ਕੁਝ ਆ ਕੇ ਟਿਕ ਜਾਂਦਾ ਟੈਸਟੋਸਟੈਰੋਨ ਤੇ, ਉਹ ਜਦੋਂ ਘਟਦਾ ਨਾ, ਹਮੇਸ਼ਾ ਤੁਸੀਂ ਦੇਖਿਓ ਬੰਦਾ ਲੇਜ਼ੀ ਜਿਹਾ ਫੀਲ ਕਰੂਗਾ, ਬੰਦਾ ਢੋਂਗਾ ਮਤਲਬ ਜਿੱਦਾਂ ਕਹਿ ਲਓ ਕਿ ਮੇਰੇ 'ਚ ਜਾਨ ਨਹੀਂ ਹੈਗੀ, ਐਨਰਜੀ ਨਹੀਂ ਹੈਗੀ। ਉਹ ਥੋੜੇ ਸਾਈਨਸ ਹੁੰਦੇ ਆ ਕਿ ਤੁਹਾਡੀ ਬੋਡੀ ਦੇ ਵਿੱਚ ਜਿਹੜਾ ਟੈਸਟ ਲੈਵਲ ਉਹ ਥੱਲੇ ਜਾ ਰਿਹਾ। ਐਂਡ ਕਈ ਵਾਰੀ ਬੰਦੇ ਬਿਮਾਰ ਹੋ ਕੇ ਆਉਂਦੇ ਆ, ਉਦੋਂ ਵੀ ਉਹ ਦੇਖਦੇ ਕਿ ਮੇਰਾ ਮਸਲ ਮੈਸ ਬਹੁਤ ਚਲਾ ਗਿਆ, ਠੀਕ ਹੈ। ਉਹ ਜਿਹੜੀ ਬਿਮਾਰੀ ਹੁੰਦੀ ਹੈ ਨਾ, ਉਸ ਟਾਈਮ ਦੇ ਵਿੱਚ ਵੀ ਟੈਸਟ ਲੈਵਲ ਬੜਾ ਤੁਹਾਡਾ ਇਫੈਕਟ ਹੁੰਦਾ ਅਤੇ ਉਹ ਥੱਲੇ ਆ ਜਾਂਦਾ। ਫਿਰ ਉਹ ਤੋਂ ਤੁਹਾਨੂੰ ਰਿਕਵਰੀ ਕਰਨੀ ਪੈਂਦੀ ਹੈ ਕਿ ਜੇ ਮੈਂ ਹੁਣ ਕਿੱਦਾਂ ਦਾ ਫੂਡ ਲਵਾਂ ਤਾਂ ਕਿ ਮੇਰੀ ਬੋਡੀ ਜਿਹੜੀ ਓਵਰਆਲ ਵੈਲਬਿੰਗ ਤਾਂ ਠੀਕ ਹੋਵੇ ਪਰ ਮੇਰਾ ਟੈਸਟ ਵੀ ਠੀਕ ਹੋ ਜਾਵੇ। ਸੋ ਹਮੇਸ਼ਾ ਘੁੰਮ ਕੇ ਇਹ ਚੀਜ਼ ਓਬਜ਼ਰਵ ਕਰਿਆ ਕਰੋ ਕਿ ਜੇ ਮੈਂ ਲੇਜ਼ੀ ਅੱਜ ਫੀਲ ਕਰ ਰਿਹਾ, ਜਾਂ ਮੈਂ ਅੱਜ ਇੱਦਾਂ ਦਾ ਫੀਲ ਕਰ ਰਿਹਾ ਕਿ ਮੈਂ ਕੰਮ ਨਹੀਂ ਕਰਨਾ, ਜਾਂ ਮੈਂ ਐਂਗਜ਼ਾਈਟੀ ਆ ਰਹੀ ਹੈ, ਕੁਛ ਵੀ ਆ, ਇਟ ਕੁਡ ਬੀ ਅ ਸਾਈਨ
of having low testosterone in your body. ਐਗਜ਼ੈਕਟਲੀ ਰਾਈਟ ਸਪਲੀਮੈਂਟ ਤਾਂ ਬਹੁਤ ਜ਼ਰੂਰੀ ਨੇ ਯਾਰ ਹਰ ਬੰਦੇ ਨੂੰ ਰੋਜ਼ ਦੇ ਜਿਹੜੇ ਆ ਵੀ ਕਾਂਟ ਗੈਟ ਇਨਫ ਦਿਸ ਨਿਊਟ੍ਰੀਐਂਟਸ ਫਰੋਮ ਦ ਫੂਡ ਜੀ ਤਾਂ ਹੀ ਕਹਿੰਦੇ ਜ਼ਿੰਕ ਜ਼ਰੂਰੀ ਹੈ ਰੋਜ਼ ਦੀ ਜ਼ਿੰਕ ਲਓ 40 mg ਮਿਨੀਮਮ ਠੀਕ ਹੈ ਵਿਟਾਮਿਨ D3 K2 ਨਾਲ ਲਓ ਆਪਣੇ ਫਿਸ਼ ਆਇਲ ਲਓ ਓਮੇਗਾ 3 ਓਮੇਗਾ 6 ਹੈ ਨਾ ਅਤੇ ਆਪਣਾ ਜਿਹੜਾ ਮੈਗਨੀਜ਼ੀਅਮ ਸਭ ਤੋਂ ਇੰਪੋਰਟੈਂਟ ਜੇ ਮੈਂ ਕਹਿ ਸਕਦਾ ਕਿ ਮੈਗਨੀਜ਼ੀਅਮ ਜਿਹੜਾ ਸਪਲੀਮੈਂਟ ਹੈ ਨਾ ਇਹ ਹਰ ਬੰਦੇ ਨੂੰ ਲੈਣਾ ਚਾਹੀਦਾ ਸਪੈਸ਼ਲੀ ਤੁਹਾਡੀ ਕਾਰਡੀਓਵੈਸਕੂਲਰ ਹੈਲਥ ਲਈ ਅਤੇ ਜ਼ਿੰਕ ਤਾਂ ਬਹੁਤ ਜ਼ਰੂਰੀ ਆ ਓਕੇ ਵੀਰੇ ਹੁਣ ਤੁਸੀਂ ਆਪਾਂ ਜਿੱਦਾਂ ਵੱਡੇ ਵੀਰੇ ਹੀ ਹੈ ਕਿ ਤੁਸੀਂ ਵੱਡੇ ਵੀਰੇ ਹੋ ਅਤੇ ਆਪਾਂ ਇੱਕ ਹਿਸਾਬ ਦਾ ਪਲੈਟਫਾਰਮ ਆ ਸਾਡਾ ਹੈ ਨਾ ਆਪਾਂ ਲੋਕਾਂ ਨੂੰ ਦੱਸਦੇ ਪਏ ਇੱਕ ਮੈਸੇਜ ਦਿੰਦੇ ਪਏ ਆ ਤੁਸੀਂ ਉਹ ਬੰਦਿਆਂ ਨੂੰ ਥੋੜ੍ਹੀ ਜਿਹੀ ਇੱਕ ਹੱਲਾਸ਼ੇਰੀ ਦਿਓ ਜਾਂ ਕਹਿ ਲਓ ਇੱਕ ਥੋੜ੍ਹਾ ਕੌਨਫੀਡੈਂਸ ਦਿਓ ਕਿ ਜਿਹੜੇ ਬੰਦੇ ਇਸ ਪ੍ਰੋਬਲਮ ਦੇ ਥਰੂ ਗੁਜ਼ਰ ਰਹੇ ਆ ਉਹ ਬਰੋ ਓਪਨਲੀ ਕਿਸੇ ਨੂੰ ਦੱਸ ਨਹੀਂ ਸਕਦੇ ਬਟ ਟੈਲ ਦੈਮ ਵਾਟ ਕਾਈਂਡ ਆਫ ਮਾਈਂਡਸੈਟ ਦੇ ਸ਼ੁੱਡ ਹੈਵ ਇਨ ਆਰਡਰ ਟੂ ਓਪਨ ਅਪ ਟੂ ਸਮਵਨ ਉਹਨਾਂ ਨੂੰ ਜਾ ਕੇ ਕਲੀਨਿਕ ਨੂੰ ਅਪਰੋਚ ਕਰਨ ਜਾਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਦੱਸਣ ਜਾਂ ਆਪਣੇ ਪਾਰਟਨਰ ਨਾਲ ਸ਼ੇਅਰ ਕਰਨ ਮਤਲਬ ਕੋਈ ਤਾਂ ਗੱਲਬਾਤ ਉਹਨਾਂ ਨੂੰ ਕਹੋ ਕਿ ਕਿੱਦਾਂ ਦਾ ਕੌਨਫੀਡੈਂਸ ਉਹ ਲੈ ਕੇ ਆਉਣ ਜਾਂ ਕੀ ਪਰਸਪੈਕਟਿਵ ਰੱਖਣ ਆਪਣੇ ਆਪ ਦੇ ਵਿੱਚ ਤਾਂ ਕਿ ਇੱਕ ਦੋ ਸਟੈਪ ਫਾਰਵਰਡ ਹੋ ਕੇ ਉਹ ਆਪਣੀ ਇਹ ਪ੍ਰੋਬਲਮ ਫਿਕਸ ਕਰ ਸਕਣ ਸਭ ਤੋਂ ਪਹਿਲਾਂ ਐਕਸੈਪਟੈਂਸ ਬਹੁਤ ਜ਼ਰੂਰੀ ਆ ਹੁਣ ਹਰ ਬੰਦਾ ਸੋਚਦਾ ਵੀ ਨਹੀਂ ਜੀ ਮੈਨੂੰ ਤਾਂ ਕੋਈ ਪ੍ਰੋਬਲਮ ਆ ਤਾਂ ਇਹ ਜਾਊਗਾ ਬਟ ਇਹਨੂੰ ਪ੍ਰੋਬਲਮ ਨਾ ਦੇਖੋ ਇਹ 'ਚ ਇਹ ਦੇਖੋ ਵੀ ਹਾਂ ਵੀ ਕੋਈ ਮੇਰੀ ਬੋਡੀ ਦੇ ਵਿੱਚ ਕੋਈ ਚੀਜ਼ ਫੰਕਸ਼ਨ ਸਹੀ ਨਹੀਂ ਕਰ ਰਹੀ ਜਿਹਦੇ ਨਾਲ ਮੈਨੂੰ ਇਹ ਚੀਜ਼ 'ਤੇ ਇਫੈਕਟ ਪੈ ਰਿਹਾ ਠੀਕ ਆ ਆਪਣੇ ਪਹਿਲਾਂ ਤਾਂ ਆਪਣੇ ਮਜ਼ਾਕ ਜਿਹਾ ਉਡਾਉਣ ਲੱਗ ਲਾ ਤੈਨੂੰ ਇਹ ਨਹੀਂ ਹੋਊਗਾ ਤੂੰ ਆਹ ਖਾ ਲਾ ਉਹ ਖਾਣ ਨਾਲ ਇੱਕ ਟੈਂਪਰੇਰੀ ਬੈਂਡੇਡ ਲੱਗ ਜੂਗੀ ਉਹਦੀ ਜੜ੍ਹ 'ਤੇ ਥੋੜ੍ਹੀ ਜਾਓਗੇ ਪਹਿਲਾਂ ਤਾਂ ਆਪਣੇ ਆਪ ਨੂੰ ਟੈਸਟ ਕਰਾਓ ਵੀ ਕੀ ਪ੍ਰੋਬਲਮ ਕਿੱਥੇ ਮੋਸਟ ਟਾਈਮ ਦਾ ਇੱਕ ਨਿਊਟਰੀਐਂਟਸ ਦੀ ਡੈਫੀਸ਼ੀਐਂਸੀ ਹੁੰਦੀ ਆ ਠੀਕ ਆ ਅਤੇ ਆਪਣਾ ਤੁਹਾਡਾ ਕੋਰ ਕਿੰਨਾ ਤੁਸੀਂ ਕਿੰਨੇ ਸਟਰੋਂਗ ਹੋ ਇੰਟਰਨਲੀ ਹੈ ਨਾ ਬੋਡੀ ਤੁਹਾਡੀ ਕਿੰਨੀ ਸਟਰੋਂਗ ਹੁਣ ਜੇ ਤੁਸੀਂ ਹੋਈ ਕਿਰਲੇ ਮਰੇ ਜੇ ਖਾਣਾ ਕੁਛ ਨਹੀਂ ਤੇ ਫਿਰ ਬੋਡੀ ਕਿੱਥੋਂ ਚੱਲੂਗੀ ਬਈ ਕਈ ਕਿਰਲੇ ਮਰੇ ਹੁੰਦੇ ਬਹੁਤ ਤਗੜੇ ਨਹੀਂ ਗੱਲ ਆ ਗਈ ਹੁਣ ਮੈਂ ਤੈਨੂੰ ਗੱਲ ਦੱਸਦਾ ਕਿ ਜਦੋਂ ਕੋਈ ਵੀ ਬੰਦਾ ਇਸ ਚੀਜ਼ ਵਿੱਚੋਂ ਨਿਕਲ ਰਿਹਾ ਨਾ ਆਪਣੇ ਪਾਰਟਨਰ ਨਾਲ ਤਾਂ ਮਸਟ ਸ਼ੇਅਰ ਕਰਨੀ ਚਾਹੀਦੀ ਹੈ ਕਹਿਣਾ ਚਾਹੀਦਾ ਹੈ ਕਿ ਲੋਕ ਆਈ ਐਮ ਗੋਇੰਗ ਥਰੂ ਦਿਸ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਮੁੰਡਿਆਂ ਲਈ ਤਾਂ ਖਾਸ ਕਰਕੇ ਇਹ ਕੋਈ ਦੇਖੋ ਮਰਦਾਨਗੀ ਦੇ ਆਪਣੀ ਬਾਹਰ ਆ ਦਰਵਾਜ਼ੇ ਤੋਂ ਬਾਹਰ ਆਪਣੀ ਘਰ ਵਾਲੀ ਨਾਲ ਤੇ ਆਪਣੇ ਪਾਰਟਨਰ ਨਾਲ ਕਿਹੜੀ ਮਰਦਾਨਗੀ ਇੱਥੇ ਤਾਂ ਸਿਰਫ ਇਹ ਗੱਲ ਆਉਂਦੀ ਹੈ ਕਿ ਠੀਕ ਹੈ ਜੀ ਵੀ ਆਰ ਇਨ ਰਿਲੇਸ਼ਨਸ਼ਿਪ and there is something I know there is something wrong with me or I'm not feeling aroused, I'm not feeling horny, or I'm not feeling good enough about myself, I'm not getting a hard on or some, you know ਮੈਂ ਇਹ ਚੀਜ਼ਾਂ ਮੇਰੇ ਤੋਂ ਹੋ ਨਹੀਂ ਰਹੀਆਂ ਮੇਰੇ ਤੋਂ ਕੁਛ ਨਾ ਕੁਛ ਘਾਟ ਆ ਆਪਣੇ ਪਾਰਟਨਰ ਨਾਲ ਗੱਲ ਕਰੋ ਕਿ ਦੇਖ ਮੈਨੂੰ ਲੱਗਦਾ ਹੈ ਕਿ ਯਾਰ ਇਹਦੇ ਵਿੱਚ ਨਾ ਕੁਛ ਪ੍ਰੋਬਲਮ ਆ ਕੁਛ ਹੈ ਕੋਈ ਮੇਰੇ ਬੋਡੀ ਦੇ ਵਿੱਚ ਜਿਹੜਾ ਮੈਨੂੰ ਫੀਲ ਨਹੀਂ ਇੱਦਾਂ ਹੋ ਰਿਹਾ ਪਾਰਟਨਰ ਅੱਗੋਂ ਸਿਆਣੀ ਹੋਵੇ ਤੇ ਕਹੇ ਠੀਕ ਹੈ ਓਕੇ ਵੀ ਕੰਸਲਟ ਅ ਡਾਕਟਰ ਜਿੱਦਾਂ ਮੈਂ ਕਿਹਾ ਜਿੱਦਾਂ ਹੈਰੀ ਪਹਿਲਾਂ ਕਹਿ ਰਿਹਾ ਸੀਗਾ ਕਿ ਸਪਲੀਮੈਂਟ ਬੂਸਟ ਲੈਣੇ ਚਾਹੀਦੇ ਆ ਕਿਉਂਕਿ ਉਹ ਤੁਹਾਨੂੰ ਪੂਰਤੀ ਕਰ ਦਿੰਦੇ ਆ ਤੁਹਾਡੇ ਐਂਪਲੀਫਾਈ ਕਰਦੇ ਆ ਜਿਹੜੀ ਚੀਜ਼ ਦੀ ਘਾਟ ਹੁੰਦੀ ਉਹਨੂੰ ਪੂਰੀ ਕਰ ਦਿੰਦੇ ਆ ਇੱਦਾਂ ਹੀ ਜਿੱਦਾਂ ਟੈਸਟੋਸਟੇਰੋਨ ਲੈਵਲ ਲਾਓ ਆ ਉਹ ਹੁੰਦਾ ਤਾਂ ਇਹੀ ਕੁਝ ਹੀ ਆ ਕਿ ਤੁਹਾਡਾ ਡਾਊਨ ਹੋ ਜਾਂਦਾ ਆ ਕੁਛ ਚੀਜ਼ਾਂ ਕਰਕੇ ਕੋਈ ਉਹ ਸਪਲੀਮੈਂਟ ਏਜ ਨਾਲ ਹੁੰਦਾ ਵੀ ਨਾ ਬ్రో ਇਹ ਨਾਰਮਲ ਆ ਇੱਕ ਤਾਂ ਏਜ ਨਾਲ ਹੋਣਾ ਆ ਕਈ ਤਾਂ ਯੰਗਾਂ ਨਾਲ ਵੀ ਹੋ ਜਾਂਦਾ ਆ ਪਰ ਉਹਨਾਂ ਦੇ ਵਿੱਚ ਪ੍ਰੋਬਲਮ ਸਟ੍ਰੈਸ ਦੀ ਹੋ ਗਈ ਜਾਂ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਜਾਂ ਖਾਣ ਪੀਣ ਦੀ ਪ੍ਰੋਬਲਮ ਹੋ ਗਈ ਜਾਂ ਇੱਦਾਂ ਹੋਈ ਪਰ ਅੱਜ ਕੱਲ੍ਹ ਦੇ ਟਾਈਮ 'ਚ ਜੇ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਵਾਈਗਰਾ ਜਾਂ ਕੈਲਬਿਸ ਕੁਛ ਨਾਂ ਦੀ ਆਉਂਦੀ ਆ ਉਹ ਰੈਫਰ ਕਰ ਦਿੰਦੇ ਆ ਆਪਣੇ ਇੰਡੀਆ ਦੇ ਵਿੱਚ ਤੁਹਾਨੂੰ ਤੁਸੀਂ ਰੈਫਰ ਦੀ ਲੋੜ ਨਹੀਂ ਪੈਂਦੀ ਹੈ ਪਰ ਇੱਥੇ ਰੈਫਰ ਕਰਨ ਪ੍ਰਿਸਕ੍ਰਿਪਸ਼ਨ ਉਹ ਡਾਕਟਰ ਪੂਰਾ ਲਿਖ ਕੇ ਦਿੰਦਾ ਹੈ ਕਿ ਅੱਜ 20 mg ਦੀ ਗੋਲੀ ਇਹ 5 ਗੋਲੀਆਂ ਦਿੱਤੀਆਂ ਹਾਂ ਇਹਨੂੰ ਰੋਜ਼ ਖਾ ਸੌਣ ਤੋਂ ਪਹਿਲਾਂ ਜਾਂ ਦਿਨ ਤੋਂ ਪਹਿਲਾਂ ਜਿੱਦਾਂ ਵੀ ਇਹ ਜੋ ਵੀ ਕਰਦੇ ਕਿ ਰਾਈਟ ਤੁਹਾਡਾ 5 ਦਿਨਾਂ ਬਾਅਦ ਆਪਣੇ ਆਪ ਅਪ ਹੋ ਜਾਊਗਾ ਜੇ ਅਪ ਨਹੀਂ ਹੋਇਆ ਵੀ ਵਿਲ ਇਨਕਰੀਜ਼ ਦਾ ਡੋਜ਼ੇਜ ਅੰਟਿਲ ਯੂ ਗੈਟ ਟੂ ਦੈਟ ਲੈਵਲ ਰਾਈਟ ਹੁਣ ਇਹਦੇ ਵਿੱਚ ਨਾ ਤੇ ਸ਼ੀਲਾਜੀਤ ਨੇ ਕੰਮ ਕਰਨਾ ਨਾ ਨਟਸ ਨੇ ਕੰਮ ਕਰਨਾ ਨਾ ਫਲਾਣੇ ਨੇ ਨਾ ਢਮਕਾਣੇ ਨਾ ਪੁੜੀਆਂ ਨੇ ਨਾ ਯੋਗਾ ਨੇ ਨਾ ਦਿਸ ਨੇ ਨਾ ਦੈਟ ਨੇ ਡਾਕਟਰ ਨਾਲ ਇਹ ਬਣੀ ਇਹਨਾਂ ਚੀਜ਼ਾਂ ਵਾਸਤੇ ਆ ਹੁਣ ਕਹਿੰਦੇ ਪਤਾ ਕੀ ਮੈਂ ਇੱਕ ਗੱਲ ਤੁਹਾਨੂੰ ਦੱਸਣ ਲੱਗਿਆ ਪਤੇ ਦੀ ਕਹਿੰਦੇ ਨੇ ਕਿ ਡਾਕਟਰ ਤੇ ਦੂਜਾ ਵਕੀਲ ਇਹਨਾਂ ਨਾਲ ਕਦੇ ਝੂਠ ਨਾ ਬੋਲੋ ਇਹਨਾਂ ਨੂੰ ਜਿੱਦਾਂ ਗੱਲ ਆ ਉੱਦਾਂ ਹੀ ਦੱਸ ਦਿਓ ਹੁਣ ਇਹ ਨਾ ਕਹਿ ਦਿਓ ਕਿ ਸਾਲਾ ਕੋਈ ਦੂਜੇ ਵਕੀਲ ਨੂੰ ਜਾ ਕੇ ਦੂਜੀ ਪਾਰਟੀ ਨੂੰ ਦੱਸ ਦਿਓ ਆਪਣੇ ਵਕੀਲ ਨੂੰ ਆਪਣੇ ਵਕੀਲ ਨੂੰ ਸਾਰੀ ਗੱਲ ਦੱਸੋ ਕਿਉਂ ਗੱਲ ਕੀ ਹੁੰਦੀ ਕਿ ਫਿਰ ਤੁਹਾਡਾ ਡਾਕਟਰ ਜਾਂ ਤੁਹਾਡਾ ਵਕੀਲ ਤੁਹਾਨੂੰ ਸਮਝ ਸਕਦਾ ਤੁਹਾਡੀ ਸਿਚੁਏਸ਼ਨ ਨੂੰ ਸਮਝ ਸਕਦਾ ਕਿ ਇਹ ਬੰਦਾ ਇਸ ਚੀਜ਼ ਚੋਂ ਲੰਘ ਰਿਹਾ ਹੈ ਮੈਂ ਇਹਨੂੰ ਹੈਲਪ ਕਰਨਾ ਕਿਉਂਕਿ ਮੇਰਾ ਕਲਾਇੰਟ ਆ ਇਹ ਮੇਰੇ 'ਤੇ ਭਰੋਸਾ ਕਰਕੇ ਇੱਥੇ ਆਇਆ ਮੈਂ ਇਹਨੂੰ ਹੈਲਪ ਕਰਨੀ ਚਾਹੁੰਦਾ ਪਰ ਜੇ ਆਪਾਂ ਸ਼ੁਰੂਆਤ ਹੀ ਝੂਠ ਤੋਂ ਕੀਤੀ ਹੈ ਕਿ ਨਹੀਂ ਯਾਰ ਪਤਾ ਪ੍ਰੋਬਲਮ ਇਹ ਨਹੀਂ ਹੁੰਦੀ ਕਿ ਦੱਸਣਾ ਨਹੀਂ ਚਾਹੁੰਦੇ ਪ੍ਰੋਬਲਮ ਇਹ ਹੁੰਦੀ ਹੈ ਕਿ ਵੀ ਆਰ ਸੋ ਸ਼ਾਈ ਉਹੀ ਗੱਲ ਹੈ ਨਾ ਇਹ ਕਿੱਦਾਂ ਦਾ ਇੱਕ ਪਰਸਪੈਕਟਿਵ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ
ਤਾਂ ਕਿ ਉਹ ਖੁੱਲ੍ਹ ਕੇ ਦੱਸ ਸਕਣ। ਹੁਣ ਜਿੱਦਾਂ ਤੁਸੀਂ ਕਿਹਾ ਕਿ ਵਕੀਲ ਤੇ ਡਾਕਟਰ ਜੀ ਝੂਠ ਨਹੀਂ ਬੋਲਣਾ, ਸਭ ਕੁਝ ਜੋ ਹੈਗਾ ਸੱਚ ਦੱਸੋ, ਤਾਂ ਕਿ ਉਹ ਚੰਗੀ ਤਰੀਕੇ ਨਾਲ ਤੁਹਾਡੀ ਸਿਚੁਏਸ਼ਨ ਨੂੰ ਸਮਝ ਸਕੇ, ਤੁਹਾਨੂੰ ਉਹਦੇ ਅਕੋਰਡਿੰਗ ਹੀ ਤੁਹਾਡੀ ਹੈਲਪ ਕਰ ਸਕੇ। ਐਂਡ ਫਿਰ ਕਿਉਂਕਿ ਜਿਹੜਾ ਇੱਕ ਅਸਲੀ ਜਾਂ ਸਹੀ ਡਾਕਟਰ ਆ ਤੇ ਸਹੀ ਵਕੀਲ ਆ ਨਾ, ਉਹ ਜਦੋਂ ਤੁਸੀਂ ਉਹਦੇ ਕੋਲੇ ਹੈਲਪ ਲਈ ਜਾਂਦੇ ਹੋ ਐਂਡ ਉਹ ਬੰਦਾ ਫਿਰ ਐਂ ਫੀਲ ਕਰਦਾ ਕਿ ਹੁਣ ਇਹਦੀ ਪ੍ਰੋਬਲਮ ਨਹੀਂ ਹੈਗੀ, ਆਪਾਂ ਮਿਲ ਕੇ ਇਹਨੂੰ ਐਜ਼ ਅ ਟੀਮ ਇਹਨੂੰ ਫਿਕਸ ਕਰਨਾ। ਰਾਈਟ, ਐਗਜ਼ੈਕਟਲੀ ਰਾਈਟ। ਪਤਾ ਗੱਲ ਕਈ ਵਾਰ ਕੀ ਹੁੰਦੀ ਆ, ਹੁਣ ਅੱਜ ਕੱਲ੍ਹ ਦੇ ਵਿੱਚ ਕੰਪੀਟੀਸ਼ਨ ਇੰਨਾ ਵੱਧ ਚੁੱਕਿਆ, ਫੇਕਨੈਸ ਇੰਨੀ ਆ ਚੁੱਕੀ ਆ, ਪੀਪਲ ਗੈਟ ਉਹ ਥੋੜ੍ਹੇ ਜਿਹੇ ਇਹ ਹੋ ਜਾਂਦਾ ਕਿ ਯਾਰ ਉਹ ਦੇਖੋ ਫਲਾਣੀ ਜ਼ਿਆਦਾ ਕਰਦੀ ਹੈ, ਫਲਾਣਾ ਇੱਦਾਂ ਆ, ਫਲਾਣੀ ਉੱਦਾਂ ਆ, ਫਲਾਣੀ ਇੱਦਾਂ ਸੋਹਣੀ ਲੱਗਦੀ ਆ, ਉਹਦੇ ਕਨੀ ਜ਼ਿਆਦਾ ਅਟਰੈਕਟ ਹੁੰਦਾ ਆ, ਆਪਣੇ ਵਾਲਾ ਕੁਛ ਹੁੰਦਾ ਨਹੀਂ ਹੈਗਾ ਉਹ ਜਿਹਾ। ਲੌਂਗ ਰਿਲੇਸ਼ਨ ਹੋ ਗਿਆ ਹੁੰਦਾ ਆ, ਬੰਦਾ ਸਿੱਖ ਹੋ ਗਿਆ ਹੁੰਦਾ ਇੱਕ ਦੂਜੇ ਕੋਲੋਂ, ਉਹ ਵੀ ਚੀਜ਼ਾਂ ਹੁੰਦੀਆਂ। ਆਪਣੇ ਰਿਲੇਸ਼ਨਸ਼ਿਪ ਨੂੰ ਸਪਾਈਸ ਅਪ ਕਰਕੇ ਰੱਖੋ, ਠੀਕ ਹੈ, ਬਾਹਰ ਨਿਕਲੋ, ਘੁੰਮੋ ਫਿਰੋ, ਹੈ ਨਾ, ਕੋਈ ਚੀਜ਼ ਨਵੀਂ ਲੈ ਕੇ ਆਓ, ਕੁਛ ਨਵੇਂ ਕਰਦੇ ਰਹੋ, ਜਾਓ ਹਰ ਵੀਕ ਇੱਕ ਵਾਰੀ ਜਾਓ, ਇੱਕ ਦੂਜੇ ਨੂੰ ਕੰਪਲੀਮੈਂਟਸ ਦਿੰਦੇ ਰਹੋ। ਇਹ ਤਾਂ ਨਾਰਮਲ ਜੀ ਗੱਲਾਂ, ਇਹ ਤਾਂ ਨਿੱਕੇ ਨਿੱਕੇ, ਇਹ ਤਾਂ ਬਰੋ ਹਰ ਇੱਕ ਚੀਜ਼ ਐ। ਫਿਰ ਤੁਸੀਂ ਹਰ 10 ਸਾਲ ਬਾਅਦ ਕੰਟਰੈਕਟ ਚੇਂਜ ਕਰ ਦੋਗੇ। ਹੁਣ ਇਹ ਤਾਂ ਨਹੀਂ ਹੈਗਾ ਕਿ ਇਹ ਕੋਈ ਸਾਡਾ ਬੂਸਟਰ ਥੋੜੀ ਹੈ, ਹੁਣ ਬੂਸਟਰ ਵੀ ਤਾਂ ਲਵਾਉਣੇ ਹੀ ਆਪਾਂ ਜਾ ਕੇ, ਪਰ ਨਿੱਕੇ ਨਿੱਕੇ ਬੂਸਟਰ ਹੀ ਹੈ। ਫਿਰ ਹਾਸੇ ਵਾਲੇ ਖੇਡੇ ਵਾਲੇ ਕਿ ਇੱਕ ਦੂਜੇ ਨੂੰ ਕੰਪਲੀਮੈਂਟ ਦੇ ਦਿਓ, ਦੂਜੇ ਵਾਸਤੇ ਹੱਥ ਲੈ ਕੇ ਚੱਲੋ ਬਾਹਰ, ਤੇ ਹਾਂ ਇੱਦਾਂ ਮੈਂ ਸੱਜ ਕੇ ਰਵਾਂ, ਇੱਦਾਂ ਮੈਂ ਦਿਖਾਂ, ਇੱਦਾਂ ਉਹ ਦਿਖੇ, ਇੱਦਾਂ ਕਰੇ, ਇਹ ਬੜਾ ਕੁਛ ਅਫੈਕਟ ਕਰਦਾ। ਤੇ ਬਰੋ ਹਾਂ ਕਹਿ ਲੈ, ਨਹੀਂ ਬੋਲੋ। ਐਲਕੋਹਲ ਮੈਂ ਕਹਿਣ ਲੱਗਾ ਸੀਗਾ, ਮੈਂ ਵੀ ਇਹਦੇ ਵਿੱਚ ਪਰ ਬਾਅਦ ਚ ਕਹਿੰਦੇ ਆ, ਕਰੋ ਤੁਸੀਂ। ਮੈਂ ਕਹਿਣ ਲੱਗਾ ਸੀਗਾ ਕਿ ਹਾਊ ਐਲਕੋਹਲ ਅਫੈਕਟ ਸੈਕਸ਼ੂਅਲ ਲਾਈਫ। ਬਿਗ ਟਾਈਮ ਬਰੋ, ਸਪੀਕ ਅਬਾਊਟ ਇਟ। ਯੂ ਸੇ ਬਿਗ ਟਾਈਮ। ਬਿਗ ਟਾਈਮ ਇਹ ਆ ਵੀ ਦਿਸ alcohol affects directly to our testosterone, especially to the production. Okay. ਤੇ ਲੀਵਰ ਤੇ ਬਹੁਤ ਅਫੈਕਟ ਕਰ, ਲੀਵਰ ਹੀ ਤਾਂ ਮੇਨ ਪਾਵਰ ਹਾਊਸ ਆਪਣਾ, ਤੇ ਜਿਹੜੇ ਨਾਲ ਵੀ ਪ੍ਰੋਬਲਮ ਆਉਂਦੀ ਹੈ। ਤੇ ਜਿਹੜੀ ਐਲਕੋਹਲ ਇਹ ਤਾਂ ਸਭ ਤੋਂ ਨੰਬਰ 1 ਕਹਿੰਦੇ ਆ, ਜੇ ਤੁਸੀਂ ਰਿਸਰਚ ਵੀ ਕਰਦੇ ਹੋ, ਦ ਟੋਪ ਥਿੰਗ ਦੈਟ ਅਫੈਕਟ ਟੈਸਟੋਸਟੇਰੋਨ ਇਜ਼ ਐਲਕੋਹਲ। ਆਪਣੇ ਪੀਂਦੇ ਵੀ ਪੂਰੇ ਰੱਜ ਗਏ ਆ। ਹਾਂ ਉਹੀ ਹੈ ਨਾ, ਕਿਉਂਕਿ ਪਰ ਤਾਂ ਵੀ ਗੱਜਦੇ ਹੁੰਦੇ ਬਰੋ, ਉਹ ਗਾੜੀ ਸੇ ਬਾਹਰ ਹੁੰਦੇ ਅੰਦਰ। ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜੇ ਬੱਦਲ ਗੱਜਦੇ ਆ ਉਹ ਵੱਜਦੇ ਨਹੀਂ ਹੈਗੇ। ਇਸ ਕਰਕੇ ਬਰੋ ਇਹ ਨਹੀਂ ਕਦੇ ਸੋਚੀਦਾ ਹੁੰਦਾ ਕਿ ਇੱਥੇ ਮੈਂ ਬੜੇ ਤਗੜੇ ਬਦਮਾਸ਼ ਵੇਖੇ ਜਿਹੜੇ ਟੀਵੀਆਂ ਤੇ ਬਹਿ ਕੇ ਬੁਰ ਕਰਦੇ, ਜਦੋਂ ਬਗਾਨਾ ਪੁੱਤ ਘੇਰਦਾ ਨਾ, ਫਿਰ ਸੰਗੀ ਤੋਂ ਫੜਦਾ ਆ ਕੇ ਤੇ ਫਿਰ ਭੱਜੇ ਆ ਜਾਂਦਾ ਪੁਲਿਸ ਕੋਲ। ਇਹ ਬਰੋ ਇਹ ਇੱਥੇ ਜਿਹੜੀ ਗੱਲ ਆਪਾਂ ਕਰਦੇ ਪਏ ਨਾ, ਜਿਹੜਾ ਦੇਖ ਇੱਕ ਆਪਣੀ ਜਨਾਨੀ ਨਾਲ ਰਹਿਣਾ ਤੇ ਉਹਨੂੰ ਖੁਸ਼ ਰੱਖਣਾ, ਤੇ ਹੁਣ ਹੋ ਗਈ ਆ ਬਾਹਰ ਜੋ ਮਰਜ਼ੀ ਵਰਜੀ ਚੱਲ, ਇੱਥੇ ਤਾਂ ਕੁਛ ਹੁੰਦਾ ਨਹੀਂ ਹੈਗਾ ਬਰੋ। ਇਹ ਗੱਲਾਂ ਆਪਾਂ ਹਾਸੇ ਤੇ ਕਰਦੇ ਆ, ਪਰ ਇਹ ਗੱਲਾਂ ਬਹੁਤ ਇੰਪੋਰਟੈਂਟ ਆ ਰਿਲੇਸ਼ਨਸ਼ਿਪ ਦੇ ਵਿੱਚ। ਕਾਫੀ ਘਰ ਟੁੱਟ ਗਏ ਨੇ ਇਸ ਚੀਜ਼ ਕਰਕੇ। ਐਂਡ ਇਨ ਅ ਵੇ ਜੇ ਅਸੀਂ ਇਸ ਚੀਜ਼ ਉੱਤੇ ਗੱਲ ਕਰਦੇ, ਇਹਨੂੰ ਨੈਗੇਟਿਵ ਵੇ ਨਾਲ ਨਾ ਲਿਓ, ਜੇ ਲੈਣਾ ਹੋਇਆ ਲੈ ਲਿਓ, ਜਿਨ੍ਹਾਂ ਨੇ ਲੈਣਾ ਉਹ ਬੁੱਧੂ ਦਿਮਾਗ ਨੇ ਉਹਨਾਂ ਨੇ ਲੈ ਲੈਣਾ, ਬਟ ਇਨ ਅ ਵੇ ਉਹ ਵੀ ਪਤਾ ਗੱਲ ਕੀ, ਆਪਾਂ ਉਹਨਾਂ ਨੂੰ ਬੁੱਧੂ ਕਿਉਂ ਕਹਿਣਾ ਬਰੋ, ਆਪਾਂ ਉਹਨਾਂ ਨੂੰ ਕਹਿਣਾ ਕਿ ਬਾਈ ਜਿੱਦਾਂ ਦੀ ਆਪਣੀ ਸੋਚ ਆ। ਆਪਾਂ ਤਾਂ ਬਸ ਇੱਕ ਇਹੀ ਕਹਿ ਸਕਦਾ ਵੀ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ। ਮੈਂ ਇੱਕ ਹੋਰ ਚੀਜ਼ ਐਡ ਕਰਨੀ ਸੀਗੀ, ਉਸਤਾਦ ਜੀ ਸ਼ੀਲਾ ਜੀ ਦੀ ਗੱਲ ਕਰਦੇ ਸੀ, ਇਹ ਡਿਸਐਗਰੀ ਕਰਦੇ, ਪਰ ਮੈਂ ਸ਼ੀਲਾ ਜੀ ਨਾਲ ਐਗਰੀ ਕਰਦਾ। ਸ਼ੀਲਾਜੀਤ ਇਹ ਨਹੀਂ ਮੈਂ ਐਗਰੀ ਕਰਦਾ ਵੀ ਉਹ ਲੋਕੀ ਸੋਚਦੇ ਵੀ ਸੈਕਸ਼ੂਅਲ ਹੈ, ਨਹੀਂ। ਸ਼ੀਲਾਜੀਤ ਇੱਕ ਬਹੁਤ ਪਾਵਰਫੁਲ ਚੀਜ਼ ਜਿਹਦੇ ਵਿੱਚ 84 ਮਿਨਰਲਸ ਨੇ, ਫੋਲਵਿਕ ਐਸਿਡ ਆ, ਅਤੇ ਬੇਸਿਕਲੀ ਉਹ ਤੁਹਾਡੇ ਜਿਹੜਾ ਤੁਹਾਨੂੰ ਮਾਇੰਡ ਤੋਂ ਬਹੁਤ ਐਕਟਿਵ ਕਰਦੀ ਹੈ ਸ਼ੀਲਾਜੀਤ। ਜੇ ਤੁਸੀਂ ਨੋਰਮਲ ਕੁਆਂਟਿਟੀ ਖਾਓ ਨਾ, ਪਰ ਆਪਣੇ ਤਾਂ ਗਲਤ ਕਹਿ ਕੇ ਵੇਚਦੇ ਨੇ ਵੀ ਸੈਕਸ਼ੂਅਲ ਹੈਲਥ, ਸਿੱਧਾ ਹੀ ਕਹਿ ਕੇ ਵੇਚੀ ਜਾਣਗੇ, ਥੋੜਾ ਜਿਹਾ ਇਫੈਕਟ ਹੁੰਦਾ ਉਹਦੇ ਤੇ, ਕਿਉਂਕਿ ਤੁਹਾਡੀ ਬੋਡੀ 'ਚ ਮਿਨਰਲ ਜਾ ਰਹੇ, ਉਹ ਸਪਲੀਮੈਂਟ ਦੇ ਰਹੀ ਆ, ਠੀਕ ਆ। ਪਰ ਇਹਨੂੰ ਗਲਤ ਨਾ ਦੇਖੋ, ਤੁਸੀਂ ਆਪਣੇ ਰਿਸਰਚ ਕਰੋ। ਹੁਣ ਇਹ ਬੰਦਾ ਨੈਚੁਰਲ ਜਿਵੇਂ ਟੋਟਲੀ ਗੱਲ ਕਰਦਾ ਵੀ ਮੈਂ ਇਹਦੇ ਉਹ ਨਹੀਂ ਹੈਗਾ ਹੁਣ, ਪਰ ਆਪਣੇ ਪੁਰਾਣੇ ਬਦਾਮ ਖਾਂਦੇ ਸੀਗੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਗੱਲ ਨਾ ਮੈਂ ਤੁਹਾਨੂੰ ਪਤੇ ਦੀ ਟਿਕਾਣੇ ਦੀ ਗੱਲ ਦੱਸਦਾ, ਜਿਹੜੇ ਮੁੰਡੇ ਸਟੀਰੋਇਡਸ ਲੈਂਦੇ ਆ, ਮੈਂ ਉਹ ਗੱਲ ਮੈਂ ਕਰਦਾ ਆ। ਇੱਕ ਨਾ ਸਟੀਰੋਇਡ ਦੀ ਬੋਟਲ ਇੰਨੀ ਵਾਇਲ, ਉਹ 'ਚ 10 ml ਹੁੰਦਾ ਆ ਟੈਸਟ ਦਾ, $70 ਲਾ ਲਓ, 60 ਲਾ ਲਓ, 80, 100 ਜਿੰਨੇ ਦੀ ਜੋ ਕਿਤੋਂ ਤੁਹਾਨੂੰ ਮਿਲਦੀ ਆ। ਹੁਣ ਬਰੋ ਤੁਸੀਂ ਮੈਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਸ਼ੀਲਾਜੀਤ ਲੈ ਲਓ, ਜਾਂ ਹੋਰ ਹਾਰਮੋਨ ਕਰ ਲਓ, ਜਾਂ ਆਪਣਾ ਹੋਰ ਸਪਲੀਮੈਂਟ ਲਾ ਲਓ, ਜਾਂ ਵਾਇਗਰਾ ਲਾ ਲਓ, ਨਾਲ ਜੇ ਡਾਕਟਰ ਵੱਲੋਂ ਪ੍ਰਸਕ੍ਰਾਈਬ ਕੀਤੀ ਗਈ ਹੈ, ਜੋ ਵੀ ਕੀਤਾ ਗਿਆ, ਉਹਦਾ ਜ਼ਿਆਦਾ ਇਫੈਕਟ ਹੁੰਦਾ ਹੈ, ਜਾਂ ਇੱਕ ਟੈਸਟੋਸਟੇਰੋਨ ਜਿਹੜਾ ਸਿੱਧਾ ਤੁਹਾਡੀ ਬਾਡੀ ਦੇ ਵਿੱਚ ਠੁਕ ਰਿਹਾ ਹੈ, ਉਹਦਾ ਜ਼ਿਆਦਾ ਹੁੰਦਾ ਹੈ? ਜਿਹੜਾ ਸਿੱਧਾ ਠੁਕ ਰਿਹਾ ਜੀ। ਪਰ ਉਹ ਤਾਂ ਕੈਮੀਕਲ ਆ ਗਿਆ ਨਾ।
ਹੁਣ ਤੁਸੀਂ ਮੈਨੂੰ ਕਿੱਦਾਂ ਕਹਿ ਸਕਦੇ ਹੋ ਕਿ ਸ਼ੀਲਾਜੀਤ ਕੈਮੀਕਲ ਨਹੀਂ ਹੈਗੀ? ਪਰ ਸ਼ੀਲਾਜੀਤ ਨਿਕਲਦੀ ਉਹ ਪਹਾੜਾਂ ਚੋਂ ਕਿੱਥੋਂ ਆਉਂਦੀ ਅੱਜ ਕੱਲ ਦੇ ਵਿੱਚ? ਅੱਜ ਕੱਲ ਤੁਸੀਂ ਫੂਡ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਤੁਸੀਂ ਚੰਗੀ ਬ੍ਰਾਂਡ ਦੀ ਲਓਗੇ ਕਿਉਂਕਿ ਜ਼ਿਆਦਾ ਤਾਂ ਬੇਸਿਕਲੀ ਮਾੜੀਆਂ ਨੇ। ਮੈਂ ਉਹੀ ਕਰਦਾ ਨਾ। ਹੁਣ ਆਪਾਂ ਤੁਸੀਂ ਫੂਡ ਪ੍ਰੋਸੈਸਡ ਫੂਡ ਦੀ ਗੱਲ ਕੀਤੀ ਸੀ। ਹੁਣ ਆਪਾਂ ਨੂੰ ਕੀ ਪਤਾ ਹੈ ਕਿ ਜਿਹੜੀ ਡੱਬੀ 'ਚ ਚੀਜ਼ ਬਣ ਕੇ ਇੱਥੇ ਵਿਕ ਰਹੀ ਆ ਕੇ ਉਹਨੂੰ ਆਉਂਦੀ ਨੂੰ ਕਿੱਦਾਂ ਕਿਹੜਾ ਉਹਦੇ ਵਿੱਚ ਲੱਲਾ ਭੱਬਾ ਐਡ ਕਰਕੇ ਫਿਰ ਉਹਨੂੰ ਇੱਥੇ ਮੰਗਾਇਆ ਗਿਆ ਹੈ। ਹੁਣ ਸਾਨੂੰ ਕੀ ਪਤਾ ਕੀ ਹੈ ਕੀ ਨਹੀਂ। ਹੁਣ ਜੇ ਮੈਂ ਤਾਂ ਇੱਕ ਸਿੰਪਲ ਹੀ ਗੱਲ ਦਿੱਤੀ ਹੈ, ਮੁੰਡੇ ਜਿਹੜੇ ਠੋਕਦੇ ਨੇ ਉਹਨਾਂ ਨੂੰ ਪਤਾ ਆ ਕਿ ਜਿਹੜਾ ਟੈਸਟੋਸਟੈਰੋਨ ਲੈਵਲ ਹੈ ਜਿਹੜਾ ਸਿੱਧਾ ਬਲੱਡ ਦੇ ਵਿੱਚ ਜਾਂਦਾ ਹੈ ਨਾ, ਇੱਕ ਤਾਂ ਤੁਹਾਡੀ ਲੀਵਰ ਥਰੂ ਹੋ ਕੇ ਜਾਣਾ, ਇੱਕ ਜਿਹੜਾ ਸਿੱਧਾ ਪੁੜੇ 'ਚ ਲਾ ਕੇ ਸਿੱਧਾ ਬਲੱਡ ਸਟਰੀਮ ਦੇ ਵਿੱਚ ਜਾਂਦਾ ਹੈ ਨਾ, ਉਹਨੇ ਦਾ ਇਫੈਕਟ ਉਦੋਂ ਹੀ ਕਰ ਦੇਣਾ ਹੈ। ਹੁਣ ਮੁੰਡੇ ਬਰੋ ਟੈਸਟੋਸਟੈਰੋਨ ਦੇ ਵਾਇਲ ਉਦੋਂ ਜਦੋਂ ਸਾਈਕਲ ਤੋਂ ਉਤਰਦੇ ਆ ਨਾ ਤਾਂ ਵੀ ਲਾਉਂਦੇ ਰਹਿੰਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਨੈਚੁਰਲੀ ਪ੍ਰੋਡਿਊਸ ਕਰਦਾ ਉਹ ਪ੍ਰੋਡਿਊਸ ਕਰਨਾ ਹਟ ਜਾਂਦਾ। ਹੁਣ ਇਹ ਉਦਾਂ ਦੀ ਚੀਜ਼ ਆ ਕਿ ਜਦੋਂ ਤੁਸੀਂ ਬਾਹਰੋਂ ਕੁਝ ਸਰੀਰ ਦੇ ਵਿੱਚ ਪਾਉਂਦੇ ਰਹਿੰਦੇ ਹੋ ਨਾ ਤੇ ਸਰੀਰ ਉਹ ਚੀਜ਼ਾਂ ਨੈਚੁਰਲੀ ਪ੍ਰੋਡਿਊਸ ਕਰਦੀ ਪਈ ਆ, ਉਹਨੇ ਫਿਰ ਕੰਮ ਕਰਨੇ ਬੰਦ ਕਰ ਦੇਣਾ। ਇੱਕ ਮੈਨੂੰ ਇਹ ਗੱਲ ਦੱਸ ਬਰੋ, ਤੂੰ ਨੀਂਦ ਦੀਆਂ ਗੋਲੀਆਂ ਦੇ ਯੂਜ਼ ਟੂ ਹੋ ਜਾ, ਉਸ ਤੋਂ ਬਗੈਰ ਨੀਂਦ ਆਉਣੀ ਬੰਦ ਹੋ ਜਾਂਦੀ ਹੈ। ਹੁਣ ਇਹ ਤਾਂ ਕੋਈ ਨਾਰਮਲ ਕਨਸੈਪਟ ਦੀ ਗੱਲ ਕਰਦੇ ਪਏ ਆ ਬਰੋ ਕਿ ਜੇ ਚੀਜ਼ ਨੂੰ ਤੁਸੀਂ ਸ਼ੀਲਾਜੀਤ ਦੀ ਗੱਲ ਕਰ ਰਹੇ ਜਾਂ ਜਿਹਦੀ ਮਰਜ਼ੀ ਗੱਲ ਕਰੋ, ਜੇ ਉਹਨੂੰ ਰਾਈਟ ਅਮਾਊਂਟ ਦੇ ਵਿੱਚ ਯੂਜ਼ ਕੀਤਾ ਜਾਵੇ ਤਾਂ ਬਰੋ ਨਥਿੰਗ ਇਜ਼ ਬੈਡ। ਉਹੀ ਕਹਿ ਰਿਹਾ ਨਾ, ਇੱਕ ਉਹ ਸਪੋਰਟ ਦੇ ਹਿਸਾਬ ਨਾਲ ਚੱਲਦੀ। ਹੁਣ ਕਈ ਲੋਕ ਜਿਵੇਂ ਸਵੇਰੇ ਮੈਂ ਕਈ ਲੈਣਾ ਸਵੇਰੇ ਸ਼ੀਲਾਜੀਤ ਮੈਂ ਕੌਫੀ 'ਚ ਪੀਣੀ ਆ ਤੇ ਰਾਤ ਨੂੰ ਮੈਂ ਇੱਕ ਟੈਬਲੇਟ 250 mg ਦੀ ਲੈਣੀ ਅਸ਼ਵਗੰਧੇ ਦੀ। ਉਹ ਕਿਉਂ ਲੈਣੀ? ਕਿਉਂਕਿ ਉਹ ਇੱਕ ਤਾਂ ਕਾਮ ਕਰਦੀ ਆ ਬੰਦੇ ਨੂੰ ਤੇ ਦੂਜਾ ਜਿਹੜਾ ਸਵੇਰੇ ਜਿਹੜਾ ਤੁਹਾਡਾ ਕੋਰਟੀਸੋਲ ਲੈਵਲ ਜਿਹੜਾ ਰਾਈਜ਼ ਹੁੰਦਾ ਉੱਠਦੇ ਸਾਰੇ, ਸਟ੍ਰੈਸ ਲੈਵਲ ਜਿਹੜਾ ਹੁੰਦਾ ਉਹ ਹਾਰਮੋਨ ਉਹਨੂੰ ਕੰਟਰੋਲ 'ਚ ਰੱਖਦੀ ਆ। ਠੀਕ ਆ, ਚਲੋ ਇਹ ਤਾਂ ਹੋ ਗਿਆ ਸਪਲੀਮੈਂਟ। ਮੈਂ ਇੱਕ ਹੋਰ ਮੇਨ ਗੱਲ ਐਡ ਕਰਨਾ ਚਾਹੁੰਦਾ ਸੀਗਾ, ਟੈਸਟੋਸਟੈਰੋਨ ਜਿਹੜਾ ਹੁਣ ਬਹੁਤ ਜ਼ਿਆਦਾ ਅਫੈਕਟ ਕਰ ਰਿਹਾ ਲੋਕਾਂ ਨੂੰ, ਉਹ ਹੈਗਾ ਵੇਪ। ਜਿਹੜੇ ਆਪਣੇ ਸੋਸ਼ਲ ਨਵਾਂ ਚੱਲਿਆ ਨਾ ਵੇਪਿੰਗ ਦਾ, ਇਹ ਵੇਪ ਇੰਨਾ ਕੁ ਜ਼ਿਆਦਾ ਹਾਰਮਫੁਲ ਇੰਨਾ ਕਰਦਾ ਜਿਹੜਾ ਸਪੈਸ਼ਲੀ ਮੇਲਸ ਦੇ ਟੈਸਟੋਸਟੈਰੋਨ ਨੂੰ, ਇਹ ਤੁਹਾਡੇ ਟੈਸਟੀਕਲ ਸ਼ਰਿੰਕ ਕਰਦਾ। ਹੁਣ ਇਹ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ। ਹੁਣ ਤਾਂ ਲੋਕੀ ਚਾਅ 'ਚ ਵੀ ਰੂਮ ਦੇ ਵਿੱਚ ਵੀ ਬੈਠੇ ਕਰੀ ਜਾਂਦੇ ਨੇ। ਉਹ ਇਹ ਇਹੋ ਜਿਹੀ ਇੱਕ ਗੰਦੀ ਚੀਜ਼ ਹੈ, ਐਂਗਜ਼ਾਈਟੀ ਲੈਵਲ ਬਹੁਤ ਵਧਾਉਂਦੀ ਹੈ ਤੁਹਾਡਾ। ਠੀਕ ਹੈ ਨਾ, ਜੇ ਤੁਸੀਂ ਉਹਨੂੰ ਰੱਖ ਕੇ ਕਿਤੇ ਭੁੱਲ ਜਾਓ ਨਾ ਵੀ ਤੁਹਾਨੂੰ ਐਂ ਹੋ ਜਾਂਦਾ ਵੀ ਕਿੱਥੇ ਗਈ ਚੀਜ਼, ਵੀ ਮੈਂ ਕਿਹੜੀ ਚੀਜ਼ ਮਿਸ ਕਰ ਰਿਹਾ। ਸਹੀ ਗੱਲ ਹੈ। ਸੋ ਜਿੰਨੇ ਮੇਰੇ ਵੀਰ ਭਰਾ ਸ਼ੌਂਕ 'ਚ ਵੇਪਿੰਗ ਕਰਨਾ ਸ਼ੁਰੂ ਕੀਤੇ, ਪਹਿਲਾਂ ਚੰਗੀ ਤਰ੍ਹਾਂ ਰਿਸਰਚ ਕਰਕੇ ਦੇਖੋ ਵੀ ਇਹਦਾ ਕਿੱਡਾ ਵੱਡਾ ਹਾਰਮਫੁਲ ਇਫੈਕਟ ਹੈ, ਨਾਲੇ ਲੰਗਸ 'ਤੇ। ਆਪਣਾ ਇੱਕ ਐਗਜ਼ਿਟ ਪਲਾਨ ਜ਼ਰੂਰ ਨਾਲ ਰੱਖਿਓ। ਹਾਂ, ਜੇ ਇਹਨੂੰ ਸ਼ੁਰੂ ਕਰਨ ਲੱਗੇ ਨਾ ਜੀ, ਆਪਣਾ ਇੱਕ ਐਗਜ਼ਿਟ ਪਲਾਨ ਰੱਖਿਓ ਕਿ ਜਿੱਦਣ ਮੈਂ ਇਹਨੂੰ ਗਿਵ ਅਪ ਕਰਨਾ ਹੋਇਆ, ਛੱਡਣਾ ਹੈ ਨਾ, ਤਾਂ ਮੈਨੂੰ ਕਿੱਦਾਂ ਛੱਡਣਾ ਹੈ। ਤੁਹਾਡੀ ਫਰਟੀਲਿਟੀ 'ਤੇ ਬਹੁਤ ਇਫੈਕਟ ਕਰਦੀ ਪਈ ਇਹ ਚੀਜ਼। ਇਹ ਵੀ ਇੱਕ ਟਾਈਪ ਦਾ ਨਾ ਉਹ ਕੀ ਕਹਿੰਦੇ ਨਾ, ਉਹ ਕੀੜਾ ਲੱਗ ਗਿਆ ਜਿਹੜਾ ਲੋਕਾਂ ਨੂੰ ਅੰਦਰੋਂ ਅੰਦਰ ਹੀ ਖਾ ਰਿਹਾ, ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਜੀ। ਸਹੀ ਗੱਲ ਆ। ਤੇ ਹੁਣ ਤਾਂ ਸਾਰੇ ਕਰਨ ਲੱਗ ਗਏ ਨਾ ਵੀ ਜਿੱਥੇ ਵੀ ਦੇਖੋ ਲੈਫਟ ਰਾਈਟ ਕੁੜੀਆਂ ਬਹੁਤ ਕਰ ਰਹੀਆਂ ਨੇ। ਇਹਨਾਂ ਨੂੰ ਇਹਦਾ ਪਤਾ ਨਹੀਂ ਲੱਗ ਰਿਹਾ ਵੀ ਇਹਨਾਂ ਨੂੰ ਲੰਗਸ 'ਤੇ ਕਿੰਨਾ ਇਫੈਕਟ ਹੋਣਾ ਨਾ ਆਉਣ ਵਾਲੇ ਟਾਈਮ 'ਚ। ਬਾਕੀ ਅਸੀਂ ਤਾਂ ਤੁਹਾਨੂੰ ਕਹਿ ਹੀ ਸਕਦੇ ਹਾਂ, ਅਸੀਂ ਤੁਹਾਨੂੰ ਰੋਕ ਨਹੀਂ ਸਕਦੇ, ਇਹ ਤੁਹਾਡੀ ਚੋਇਸ ਆ, ਹੈ ਕਿ ਨਹੀਂ? ਹਾਂਜੀ। ਤੇ ਜਾਂਦੇ ਆਪਾਂ ਚੱਲੀਏ? ਹਾਂ ਜੀ, ਚੱਲੇ ਪੈਣਾ ਕਿਉਂਕਿ ਮੈਨੂੰ ਵੀਰੇ ਟਾਈਮ ਨਹੀਂ ਹੈਗਾ ਤੇ ਵੀਰਾਂ ਨੂੰ ਭੁੱਖ ਲੱਗ ਗਈ ਹੈ। ਹੁਣੇ ਕੋਈ ਖਾਧਾ ਤੇ ਹੁਣ ਇਹ ਭੁੱਖ ਲੱਗ ਗਈ ਹੈ। ਪਤਾ ਸਿਸਟਮ ਅੰਦਰ ਬੜਾ ਤਗੜਾ ਲਾ ਕੇ ਰੱਖਿਆ ਵੀਰ ਨੇ। ਜਿੰਨਾ ਬੋਲਦਾ ਮੈਂ ਤਾਂ ਹੀ ਨਾ ਕਹਿੰਦਾ ਮੈਂ ਤੂੰ ਘੱਟ ਬੋਲਿਆ ਕਰ ਭਰਾਵਾ, ਅਸੀਂ ਆਪਣੇ ਆਪ ਸਾਂਭ ਲਾਂਗੇ, ਤੇਰੋਂ ਫਿਰ ਤੇਰਾ ਖਾਣ ਦਾ ਟਾਈਮ ਹੋ ਜਾਣਾ ਤੇਰਾ ਦਿਮਾਗ। ਨਹੀਂ ਪਤਾ ਗੱਲ ਕੀ ਬ్రో, ਮੈਂ ਤੁਹਾਨੂੰ ਦੱਸਦਾ ਚੱਕਰ ਕੀ ਹੈ। ਮੈਂ ਜਦੋਂ ਇੰਡੀਆ ਸੀ ਨਾ, ਜਦੋਂ 12ਵੀਂ 'ਚ, ਉਦੋਂ ਮੈਂ ਕਬੱਡੀ ਖੇਡਦਾ ਹੁੰਦਾ ਸੀ ਤੇ ਮਾੜੀ ਮੋਟੀ ਨਾਲ ਭਲਵਾਨੀ ਦਾ ਹਿਸਾਬ ਸੀ ਮੇਰਾ। ਤੇ ਉਹ ਸਰੀਰ ਮੇਰਾ ਉਦੋਂ ਦਾ ਟ੍ਰੇਨ ਹੋਇਆ ਹੈ ਤੇ ਖੁਰਾਕ ਉਹ ਉੱਦਾਂ ਦੀ ਹੀ ਮੰਗਦਾ ਹਾਲੇ ਤੱਕ ਵੀ। ਹਾਲਾਂਕਿ ਮੈਂ ਭਾਰ ਵੀ ਘਟਾ ਲਿਆ, ਸਰੀਰ ਇੰਨਾ ਛੋਟਾ ਵੀ ਕਰ ਲਿਆ, ਸਾਰਾ ਕੁਝ ਹੋ ਗਿਆ ਬ్రో, ਪਰ ਉਹ ਸਰੀਰ ਦੀ ਜਿਹੜੀ ਇੱਕ ਕਪੈਸਿਟੀ ਜਿਹੜੀ ਉਦੋਂ ਦੀ ਸੈੱਟ ਹੋ ਗਈ ਹੈ ਨਾ, ਉਹ ਹਲੇ ਵੀ ਉਹੀ ਡਿਮਾਂਡ ਕਰਦੀ ਹੈ। ਤੇ ਜਦੋਂ ਕਈ ਵਾਰੀ ਮੈਂ ਖਾ ਲੈਂਦਾ ਨੋਰਮਲ ਫੂਡ, ਜਿੱਦਾਂ ਹੁਣ ਨੋਰਮਲ ਬੰਦੇ ਖਾਂਦੇ ਹੀ ਆ ਰੋਟੀ, ਹੈ ਨਾ, ਜਿੱਦਾਂ ਬੰਦਾ ਜੇ ਮੰਨ ਲਓ ਕਿ ਇੱਕ ਬੰਦਾ ਜੇ ਹੁਣ 3 ਰੋਟੀਆਂ ਖਾਂਦਾ ਵੇ, ਉਹ ਕਹਿੰਦਾ 3 ਰੋਟੀਆਂ ਖਾਇਆ ਮੈਂ ਰੱਜ ਗਿਆ ਬ్రో। ਮੇਰੀ ਕਪੈਸਿਟੀ ਬਣੀ ਹੈ 7-8 ਤੇ ਜਦ ਤੇ ਮੈਂ 3 ਖਾ ਲਾਂ ਮੈਨੂੰ ਇਹ ਬ్రో ਕੁਛ ਹੋਇਆ ਨਹੀਂ ਹੈਗਾ ਯਾਰ। ਚਲੋ ਸੋ ਉਹ ਗੱਲ ਏ। ਬਾਕੀ ਚਲੋ ਕੰਟਰੋਲ ਦੇ ਵਿੱਚ ਆਉਣੇ ਪਏ ਆ ਹਲੇ, ਹੌਲੀ ਕਹਿ ਕੇ ਆਪਣੇ ਆਪ ਨੂੰ ਐਜੂਕੇਟ ਕਰਦੇ ਪਏ ਆ। ਪਤਾ ਲੱਗ ਰਿਹਾ ਕਿ ਹੁਣ ਮੈਂ ਕੀ ਸਰੀਰ ਦੇ ਵਿੱਚ ਪਾਉਣਾ ਤੇ ਇਹਦਾ ਕਿੱਦਾਂ ਦਾ ਰਿਜ਼ਲਟ ਆਉਣਾ। ਜੇ ਮੈਂ ਐਵੇਂ ਆਵਾਂਗਾ ਹੁਣ ਬੈਠਾ ਖਾਈ ਜਾਵਾਂ, ਚਰੀ ਜਾਵਾਂ ਤੇ ਕੰਮ ਕੋਈ ਕਰਾਂ ਨਾ, ਫਿਰ ਮੈਂ ਫੈਲਣਾ ਹੀ ਹੈ। ਠੀਕ ਨਹੀਂ? ਚਲੋ ਵੀਰ ਜੀ, ਹੁਣ ਬਸ ਕਰੋ ਅੱਜ ਦੇ ਟਾਈਮ ਲਈ, ਅੱਜ ਦੇ ਲਈ ਇੰਨਾ ਹੀ ਬਹੁਤ ਹੈ। ਮੈਂ ਕਹਿੰਦਾ ਬਹੁਤ ਜ਼ਿਆਦਾ ਤੁਸੀਂ ਬੁਲਾ ਛੜਿਆ ਅੱਜ, ਤੁਸੀਂ ਸਾਰਾ ਕੁਛ ਕਢਾ ਛੜਿਆ ਅੱਜ ਦੇ ਵਿੱਚੋਂ ਤੁਸੀਂ। ਕੋਈ ਨਹੀਂ ਚੰਗਾ ਜੀ,
ਗੱਲ ਇਦਾਂ ਕਿ ਆਪਣੀ ਸੈਕਸ਼ੂਅਲ ਲਾਈਫ ਦਾ ਲੁੱਕ ਆਫਟਰ ਕਰੋ। ਸਭ ਤੋਂ ਜ਼ਿਆਦਾ ਇਹ ਕੋਈ ਸਾਲਾ ਬੜਾ ਵੱਡਾ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਤੁਹਾਨੂੰ ਇਹਦੇ ਵਿੱਚ ਲੰਘ ਰਹੇ ਹੋ ਤਾਂ ਇਹਦੇ ਨਾਲ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰਨਾ, ਲੋਕਲ GP ਨਾਲ ਗੱਲ ਕਰ ਸਕਦੇ ਹੋ। ਇੰਡੀਆ ਵਾਲੇ ਹੋ ਤੁਸੀਂ, ਇੰਡੀਆ 'ਚ ਵੀ ਗੱਲ ਕਰ ਸਕਦੇ ਹੋ। ਇਟਸ ਨਾਟ ਐਨ ਇਸ਼ੂ ਨੋ ਮੋਰ। ਪਹਿਲਾਂ ਹੁੰਦਾ ਸੀਗਾ ਫੋਰਬਿਡਨ ਇਸ਼ੂ ਹੁੰਦਾ ਸੀਗਾ ਕਿ ਨਹੀਂ ਇਹਦੇ ਬਾਰੇ ਗੱਲ ਨਹੀਂ ਕਰਨੀ ਜੀ, ਇੱਥੇ ਕੁਛ ਹੈ ਨਹੀਂਗਾ ਜੀ, ਪ੍ਰੋਬਲਮ ਹੈ ਪਤਾ ਲੱਗ ਜਾਊਗਾ। ਅੱਜ ਕੱਲ੍ਹ ਦਾ ਟਾਈਮ ਨਹੀਂ ਹੈਗਾ। ਅੱਜ ਸਗੋਂ ਇਸ ਗੱਲ ਨਾਲੋਂ ਉੱਦਾਂ ਬਾਹਰ ਆਉਣ ਨਾਲੋਂ ਕਿ ਹਾਂ ਜੀ ਇਹਦੇ ਕੋਲ ਕੁਛ ਹੁੰਦਾ ਨਹੀਂ ਹੈਗਾ, ਉਹਦਾ ਬੰਦਾ ਆਪ ਜਾ ਕੇ ਆਪਣੀ ਹੈਲਪ ਕਰੇ। ਇਹਦੇ ਵਿੱਚ ਨੋ ਸ਼ੇਮ ਐਟ ਆਲ ਐਂਡ ਸੇਵ ਯੂਰ ਰਿਲੇਸ਼ਨਸ਼ਿਪਸ। ਨਾਲੇ ਤੁਹਾਡਾ ਕੌਨਫੀਡੈਂਸ, ਤੁਸੀਂ ਖੁਦ ਕੌਨਫੀਡੈਂਟ ਰਹਿਣਾ, ਨਾਲੇ ਐਕਟਿਵ ਰਹੋਗੇ। ਇਹ ਜੀ ਨਹੀਂ ਰਿਲੇਸ਼ਨਸ਼ਿਪ 'ਚ ਹੋਣੀ, ਕੀਪ ਇਟ ਐਟ ਦ ਆਪਟੀਮਲ ਲੈਵਲ। ਵਾਹ ਜੀ ਵਾਹ, ਹੈਰੀ ਵੀਰ ਜੀ ਨੇ ਬਹੁਤ ਆਪਟੀਮਲ ਗੱਲ ਕੀਤੀ ਹੈ। ਸਾਡੇ ਵੱਲੋਂ ਤਿੰਨਾਂ ਵੀਰਾਂ ਵੱਲੋਂ ਹੁਣ ਬਹੁਤ ਭਾਰੀ ਪਿਆਰ ਭਰੀ ਨਿੱਘੀ ਜੀ ਸਤਿ ਸ੍ਰੀ ਅਕਾਲ ਹੈ ਜੀ। ਆਪਣੇ ਪਰਿਵਾਰ ਦਾ ਖਿਆਲ ਰੱਖੋ ਜੀ। ਬਾਏ ਬਾਏ ਜੀ। ਬਾਏ ਬਾਏ। ਹਾਂਜੀ ਲੈ ਲਈਏ, ਲੈ ਲਓ ਚਲ ਸ਼ੁਰੂ ਕਰ ਦੇ। ਸ਼ੁਰੂ ਕੀ ਕਰਨਾ, ਸ਼ੁਰੂ ਹੀ ਹੈ, ਇਹਦਾ ਕੀ ਹੈ ਬ్రో। ਕੈਮਰਾ ਮੈਂ ਹੁਣ ਕੀਤਾ ਹੋਇਆ, ਕਰ ਲਓ ਗੱਲ ਮਾੜੀ ਮੋਟੀ। ਹੁਣ ਗੱਲ ਟੇਕ ਲੈਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਹੀਂ ਬ్రో ਇਦਾਂ ਨਹੀਂ ਟੇਕ ਲੈਣੇ। ਹਾਂ ਵਿੱਚੋਂ ਮੈਨੂੰ ਲੱਗਿਆ ਕਿ ਮੈਂ ਕਿਹਾ ਅੱਜ ਹੈਰੀ ਵਿੱਚੋਂ ਕੋਈ ਡਾਂਗ ਖੜਕਾ ਦੂਗਾ। ਜਿਹੜੇ ਹਿਸਾਬ ਨਾਲ ਇਹਨੇ ਮੈਨੂੰ ਬ੍ਰੇਕ 'ਚ ਕਿਹਾ, ਕਹਿੰਦਾ ਭਾਜੀ ਕਹਿੰਦਾ ਜ਼ਿਆਦਾ ਨਾ ਬੋਲਿਆ ਕਰ। ਮੈਂ ਕਿਹਾ ਸਾਰਾ ਪੁਆਇੰਟ ਤੇਰੇ ਸਾਰੇ ਸਹੀ ਨੇ, ਸਾਨੂੰ ਇਲੈਬੋਰੇਟ ਕਰਾ। ਮੈਂ ਕਿਹਾ ਚੰਗਾ, ਮੈਂ ਦੂਜੇ ਹਿੱਸੇ 'ਚ ਮੈਂ ਬੋਲਣਾ ਹੀ ਨਹੀਂ ਹੈਗਾ, ਮੈਂ ਤੂੰ ਬੋਲ ਲੈ ਤੂੰ। ਮੈਂ ਕੱਲ ਪੂਰਾ ਚਾਰ ਮੈਂ ਅੱਗੇ ਮਿੱਕੀ ਦੀ ਵਿੰਡੋ ਮੰਗੀ ਸੀ, ਮਿੱਕੀ ਦੀ ਵਿੰਡੋ ਕਦੋਂ ਪੂਰੀ ਕੀਤੀ ਹੈ। ਮੈਂ ਕਿਹਾ ਤੂੰ ਸਾਲਾ ਮੰਗ ਲੈ, ਮੈਂ ਤੇਰੀ ਪੂਰੀ ਕਰ ਦੇਣਾ। ਚਲੋ ਕੋਈ ਗੱਲ ਨਹੀਂ, ਠੀਕ ਹੈ, ਇੰਨਾ ਕੁ ਫਿਰ ਚੱਲਦਾ ਹੀ ਆ। ਕਿੱਥੇ ਕੌਣ ਲੈ ਕੇ ਜਾਣਾ ਫਿਰ ਬ్రో? ਚੱਲ ਬ్రో ਚੱਲੀਏ। ਚਲੋ ਉੱਠੋ ਉੱਠੀਏ।